ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਨਾਲ ਆਪਣੇ ਵੀਰ ਪਰਮਵੀਰ ਬਾਠ। ਹੋਰ ਬਾਠ ਸਾਹਿਬ ਕਿੱਦਾਂ ਜੀ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਮਹਾਰਾਜ ਗੱਲ ਇਹ ਆ ਵੀ ਕੱਲ ਜਿਹੜਾ ਤੁਸੀਂ ਸੌਦਾ ਮਾਰਨ ਲੱਗੇ ਹਾਂ ਕੰਬਾਈਨ ਦਾ, ਇਹ ਕੋਈ ਗੱਲਾਂ ਚੰਗੀਆਂ ਥੋੜਾ ਵੀ ਮਤਲਬ ਹੁਣ ਏਡੀ ਵੱਡੀ ਕੰਬਾਈਨ ਹੈ ਤੇ ਤੁਸੀਂ ਇਹਨੇ ਵੀ ਜੇਬ 'ਚ $20 ਆ। ਨਹੀਂ ਉਹ ਤਾਂ ਦੇਖੋ, ਤੁਸੀਂ ਸਿਆਣੇ ਸੀ ਉਸ ਵੇਲੇ, ਤੁਸੀਂ ਕਿਹਾ ਪੁਰਾਣੀ ਕੰਬਾਈਨ ਲੈਣ ਨੂੰ ਨਵੀਂ ਦਾਤੀ ਲੈ ਲਾ। ਨਹੀਂ ਮੈਂ ਤਾਂ ਕਿਹਾ ਵੀ ਜਿਸ ਹਿਸਾਬ ਨਾਲ ਬੰਦੇ ਦਾ ਫਾਈਨੈਂਸ ਹੋਏ। ਨਹੀਂ ਫਾਈਨੈਂਸ ਹੋਵੇ ਨਹੀਂ, ਅਸੀਂ ਇਹਨੂੰ ਇਸ ਗੱਲ ਨਾਲ ਸਮਝਿਆ ਵੀ ਤੁਸੀਂ ਸਾਨੂੰ ਉੱਪਰ ਨਹੀਂ ਉੱਠਣ ਦੇਣਾ ਚਾਹੁੰਦੇ। ਤੁਸੀਂ ਚਾਹੁੰਦੇ ਨਹੀਂ ਕਿ ਕੋਈ ਐਸੀ ਮਸ਼ੀਨ ਸਾਡੇ ਕੋਲ ਹੋਵੇ ਜਿਹੜੀ ਆਪ ਤੁਰੇ। ਦੇਖੋ ਮੈਂ ਤੇ ਉੱਥੇ ਡਾਂਗਾਂ ਤੋਂ ਬਚਾਇਆ ਵੀਰ, ਕਿਉਂਕਿ ਜਦੋਂ ਦਾ ਕੱਚਾ ਜਿਹਾ ਰਾਹ ਸੀਗਾ ਉੱਥੇ ਮੁੜ ਕੇ ਬਾਅਦ 'ਚ ਪਤਾ ਲੱਗੇ ਵੀ ਨਾ ਆਪਣੀ ਕਾਰ ਚੱਲਦੀ ਤੇ ਮਗਰੋਂ ਗੋਰਾ ਆਉਂਦਾ ਤੇ ਆਪ ਮੁੜ ਕੇ ਲੱਭਦੇ ਫਿਰਦੇ ਵੀ ਹੁਣ ਜਾਂਦੇ ਤੇ ਜਾਂਦੇ ਕਿੱਧਰ ਨੂੰ। ਇਸ ਕਰਕੇ ਮੈਨੂੰ ਲੱਗਦਾ ਵੀ ਅਗਲਿਆਂ ਦੀ ਮਸ਼ੀਨਰੀ ਚੱਲਦੀ ਰਹਿਣ ਦੇਣੀ ਚਾਹੀਦੀ, ਕਾਹਨੂੰ ਪੰਗਾ ਲੈਣਾ। ਨਹੀਂ ਗੱਲ ਤੁਹਾਡੀ ਸੰਧਾਵਾਲੀਆ ਸਾਹਿਬ ਠੀਕ ਆ। ਅੱਜ ਨਾ ਇੱਕ ਬੇਨਤੀ ਕਰਨੀ ਸਾਰਿਆਂ ਨੂੰ ਜਿਹੜੇ ਪੰਜਾਬ ਬੈਠੇ ਨੇ। ਭਾਈ ਕਈ ਬੰਦਿਆਂ ਦਾ ਉਲਾਂਭਾ ਆਇਆ, ਕਹਿੰਦੇ ਤੁਸੀਂ ਪ੍ਰੋਗਰਾਮ ਜਿੱਦਾਂ ਦਿਖਾਲਦੇ ਹੋ, ਇੱਧਰਲੀਆਂ ਗੱਲਾਂ ਕਰਦੇ ਹੋ, ਕਦੇ ਬਾਹਰ ਬਹਿ ਕੇ ਵੀ ਦੋਨੇ ਭਰਾ ਪ੍ਰੋਗਰਾਮ ਕਰਨ ਲੱਗ ਪੈਂਦੇ ਹੋ, ਤੁਸੀਂ ਪੰਜਾਬ ਸਾਰਾ ਬਾਹਰ ਲੈ ਜਾਣਾ। ਭਾਈ ਇਹੀ ਨਹੀਂ ਕਹਿੰਦੇ। ਇੱਕ ਹੋਰ ਤੁਹਾਨੂੰ ਸੱਚ ਦੱਸ ਦਿੰਦੇ ਆ, ਬੜੀ ਵਾਰੀ ਪੰਜਾਬ ਦੇ ਪਿੰਡਾਂ 'ਚ ਨਾ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੁੰਦੇ ਆ ਕਿ ਮੁੰਡੇ ਨੇ ਘਰ ਲੈ ਲਿਆ ਜਾਂ ਕੁੜੀ ਨੇ ਘਰ ਲੈ ਲਿਆ, ਤੇ ਬਹੁਤ ਵਧੀਆ ਗੱਲ ਆ, ਔਖੇ ਹੋ ਕੇ ਲੈਣਾ ਪੈਂਦਾ। ਪਰ ਇੱਕ ਗੱਲ ਤੁਹਾਨੂੰ ਦੱਸ ਦਿੰਦੇ ਆ ਵੀ ਘਰ ਲੈ ਲਿਆ ਦਾ ਮਤਲਬ ਪੰਜਾਬ ਵਾਂਗੂ ਘਰ ਲੈ ਲਿਆ ਨਹੀਂ ਹੁੰਦਾ। ਉਹਦਾ ਮਤਲਬ ਹੁੰਦਾ ਕਿ ਜੇ 10 ਦਾ ਘਰ ਆ ਤਾਂ ਉਹਨਾਂ ਨੂੰ 25 ਪੈਸੇ ਦੇ ਦਿਓ, ਬਾਕੀ 9 ਰੁਪਏ ਤੇ 75 ਪੈਸੇ 20-25 ਸਾਲਾਂ ਦੇ ਵਿੱਚ ਕਿਸ਼ਤਾਂ ਦੇ ਰੂਪ 'ਚ ਦਿਓ। ਵੀ ਜਾਣੀ ਕੋਈ ਵੱਡੀ ਤੁਸੀਂ ਇੱਦਾਂ ਨਾ ਸੋਚੋ ਵੀ ਯਾਰ ਬੰਦਾ ਗਿਆ ਤੇ ਬੰਦੇ ਨੇ ਸਾਲ ਦੇ ਵਿੱਚ ਘਰ ਲੈ ਲਿਆ, ਯਾਰ ਬੰਦੇ ਨੇ ਖਰੇ ਉਹ ਜਿਹੜਾ $6 ਲੱਖ ਜਾਂ $8 ਲੱਖ ਜਾਂ $15 ਲੱਖ ਖਰੇ ਕੋਲੋਂ। ਜਾਣੀ ਇੱਥੇ ਕੋਈ ਗੱਲ ਨਹੀਂ, ਜਿੱਦਣ ਤੁਸੀਂ ਆ ਗਏ ਤੁਸੀਂ ਸਾਲ 'ਚ ਸੌਦਾ ਮਾਰ ਲਓ ਬੇਸ਼ੱਕ। ਹਾਂ ਇਹ ਗੱਲ ਉੱਥੋਂ ਹੀ ਚੱਲੀ, ਜਿਹੜਾ ਕੰਬਾਈਨ ਹੋਣੇ ਅਸੀਂ ਆਖੇ ਵੀ ਜੇਬ 'ਚ $20 ਆ ਤੇ ਸੌਦਾ ਕੰਬਾਈਨ ਦਾ। ਹਾਂ ਉੱਥੇ ਤੇ ਚਲੋ ਫਾਈਨੈਂਸ ਬਣਿਆ ਨਹੀਂ, ਪਰ ਕਾਰਨ ਇਹ ਵੀ ਜਿਹੜਾ ਘਰਾਂ ਵਾਲਾ ਕੰਮ ਉਹ ਚੱਲ ਜਾਂਦਾ ਵੀ ਬੜਾ ਥੋੜ੍ਹਾ ਜਿਹਾ ਡਾਊਨ ਦੇ ਸਰਕਾਰਾਂ ਦੀਆਂ ਸਕੀਮਾਂ ਦੇ ਹਿਸਾਬ ਨਾਲ ਤੁਸੀਂ ਦੇ ਕੇ। ਤੇ ਤੁਸੀਂ ਗੱਲ ਤੁਹਾਡੀ ਸਹੀ ਵੀ 25 ਕੀ 30 ਸਾਲ ਦਾ ਵੀ ਕਹਿੰਦੇ ਵੀ ਲੋਨ ਹੋ ਜਾਂਦਾ। ਹੁਣ ਮੈਂ ਸੋਚਦਾ ਵੀ ਜੇ ਮੰਨ ਲਓ ਵੀ 30 ਸਾਲਾਂ ਦਾ ਬੰਦਾ ਮਿਹਨਤ ਮਸ਼ੱਕਤ ਕਰਕੇ 20-22 ਦਾ ਆਇਆ ਮੁੰਡਾ, 7-8 ਸਾਲ ਉਹਨੇ ਕੰਮ ਕੀਤਾ, 30 ਦਾ ਹੋ ਗਿਆ, ਉਹਨੇ ਆ ਵੀ ਹੁਣ ਆਪਾਂ ਡੈਡੀ ਘਰ ਲੈ ਲੈਣਾ ਹੀ। ਤੇ 30 ਸਾਲਾਂ ਦੇ ਨੇ ਜਿੱਦਣ ਘਰ ਲਿਆ ਤੇ ਜਿੱਦਣ ਉਹਨੇ ਖੁਦ 60 ਦੇ ਹੋ ਜਾਣਾ ਉਦਣ ਜਾ ਕੇ ਉਹਦਾ ਘਰ ਵੱਜਣਾ। ਨਾ ਇਹ ਗੱਲ ਨਹੀਂ ਸੂਤ ਆਉਂਦੀ। ਜਾਣੀ ਜੇ ਆਪਾਂ ਘਰ ਲੈ ਲਈਏ ਤਾਂ ਆਪਣੀਆਂ ਕਿਸ਼ਤਾਂ ਉਦੋਂ ਮੁੱਕਣੀਆਂ ਜਦੋਂ ਅਗਲੇ ਕਹਿਣਾ ਇਹ 70-72 ਗਏ ਹੁਣ। ਨਹੀਂ ਠੀਕ ਆ ਕਿ ਨਹੀਂ? ਨਹੀਂ ਉਦੋਂ ਤੱਕ ਤੇ ਅਗਲੇ ਨੇ ਛੱਡ ਆਉਣਾ ਹੈ ਵੀ ਉਹ ਯਾਰ ਹੁਣ ਕੀ ਕਰੀਏ। ਮੁੰਡਾ ਆਂਦਾ ਵੀ ਨੇ ਬਾਪੂ ਤੂੰ ਨਾ ਐਵੇਂ ਹੱਲ ਪਟਾਲੇ ਜੇ ਮਾਰਦਾ, ਪਾਪਾ ਬੇਇੱਜ਼ਤੀ ਕਰਾਉਂਦਾ ਤੈਨੂੰ ਦੂਜੇ ਘਰ 'ਚ ਛੱਡ ਦੇਣਾ ਰਿਟਾਇਰਮੈਂਟ ਵਾਲੇ। ਉਹ ਹਾਂ ਨਹੀਂ ਜਿੱਦਾਂ ਦੀ ਮੇਰੀ ਸਿਹਤ ਆ ਮੇਰਾ ਕਿਹਾ ਦੇ ਕਹਿਣਾ ਇਹ ਹੁਣ ਠੀਕ ਆ ਜੀ, ਦਵਾਈ ਤਾਂ ਚੱਲਣੀ ਆ। ਉਹਦਾ ਠੀਕ ਆ, ਅਸੀਂ ਕਹਿੰਦੇ ਹੁੰਦੇ ਵੀ ਆਪਣੀ ਕਾਇਆ ਸੋਧਦਾ ਰਹੇ ਭਾਈ। ਉਹਦਾ ਆਖਿਆ ਇਹ ਨਾ ਹੁਣ ਅਸੀਂ ਸੋਚਦੇ ਹਾਂ ਵੀ ਚਲੋ ਰਜਾਈ ਵੀ ਅਸੀਂ ਤੇ ਪਤਲੀ ਲੈ ਕੇ ਦਿੱਤੀ, ਕਿਸੇ ਵੇਲੇ ਮੋਟੇ ਕੰਬਲ 'ਚ ਤੇ ਪਤਾ ਨਹੀਂ ਲੱਗਦਾ। ਇੱਕ ਦਿਨ ਤਾਂ ਲਪੇਟ ਕੇ ਬਾਕੀ ਬਿਸਤਰਿਆਂ ਦੇ ਨਾਲ ਹੀ ਰੱਖਿਆ। ਨਹੀਂ ਚਲੋ ਕਹਿਣ ਤੋਂ ਭਾਵੇਂ ਆ ਵੀ ਮੇਰੇ ਵਰਗੇ ਨਾ, ਮੈਂ ਖੁਦ ਦੱਸ ਦਿੰਦਾ, ਮੇਰੇ ਵਰਗੇ ਸਰੀਰ ਵਾਲੇ ਨਾਲ ਉਦਾਂ ਹੀ 2-3 ਨਿਆਣੇ ਘਰ ਦੇ ਪਾ ਛੱਡਦੇ ਹੁੰਦੇ ਆ। ਕੋਈ ਗੱਲ ਨਹੀਂ ਇੱਥੇ ਪੈ ਜਾਓ, ਹੈਗਾ ਥਾਂ ਇੱਥੇ, ਕੋਈ ਗੱਲ ਨਹੀਂ, ਇੱਥੇ ਖੁੱਲ੍ਹਾ ਜਾਂ ਕੀ ਪ੍ਰੋਬਲਮ। ਅੱਛਾ ਨਹੀਂ ਇੱਕ ਗੱਲ ਆਪਾਂ ਚਲੋ ਜੇ ਗੱਲ ਛੇੜੀ ਆ ਤੇ ਆਪਾਂ ਇੱਕ ਬੇਨਤੀ ਇਹ ਕਰਦੇ ਹਾਂ ਵੀ ਵੇਖੋ ਵਿਦੇਸ਼ ਆਉਣਾ ਕੋਈ ਮਾੜੀ ਗੱਲ ਨਹੀਂ, ਪਰ ਹਾਂ ਉਹਦੇ ਲਈ ਜਿਹੜਾ ਰਾਹ ਰਸਤਾ ਚੁਣਨਾ ਉਹ ਸਹੀ ਹੋਣਾ ਚਾਹੀਦਾ ਜੀ। ਇੱਕ ਮੁਸ਼ਕਿਲ ਇਹ ਆ ਵੀ ਜਿਸ ਹਿਸਾਬ ਨਾਲ ਇਹ ਦੌੜ ਵੱਧਦੀ ਜਾਂਦੀ, ਜਦੋਂ ਬੰਦਾ ਇੱਕ ਵਾਰ ਟਰਾਈ ਕਰਦਾ, ਚਾਹੇ ਉਹ ਸਟੱਡੀ ਵੀਜ਼ੇ 'ਤੇ ਕਰਦਾ, ਚਾਹੇ ਵਿਜ਼ਟਰ ਕਰਦਾ, ਚਾਹੇ ਕਿਸੇ ਹੋਰ ਤਰੀਕੇ ਨਾਲ ਕਰਦਾ। ਹੁਣ ਦੇਖੋ ਜੇ ਡਾਕੂਮੈਂਟ ਪੂਰਾ ਨਾ ਹੋਣ ਕਰਕੇ ਅਗਲਿਆਂ ਨੇ ਇੱਕ ਵਾਰ ਮਨਾ ਕਰਤਾ, ਉਹ ਵੀ ਤਾਂ ਇਹ ਕਹਿੰਦੇ ਆ ਨਾ ਵੀ ਹਾਂ ਵੀਰ ਤੂੰ ਦੁਬਾਰਾ ਆ ਜਾਈਂ, ਅਸੀਂ ਤੈਨੂੰ ਮਨਾ ਨਹੀਂ ਕਰਦੇ ਵੀ ਆਹ ਚੀਜ਼ਾਂ ਤੂੰ ਪੂਰੀਆਂ ਕਰ ਲਾ ਜੀ। ਉੱਥੇ ਬਹੁਤਾ ਕਰਕੇ ਹੁੰਦਾ ਵੀ ਗਾਈਡੈਂਸ ਨਹੀਂ ਹੁੰਦੀ ਤਾਂ ਅਗਲਾ ਕਹਿੰਦਾ ਓਹੋ ਇਹ ਨਹੀਂ ਬਣਨਾ ਤੇਰਾ, ਇਹਨੂੰ ਬੰਦਾ ਮਿਲਾਉਂਦੇ ਹਾਂ ਆਪਾਂ, ਉਹ ਬਣਾਊਂਗਾ ਤੇਰਾ ਕੰਮ। ਉਹ ਫਿਰ ਜਦੋਂ ਬੰਦਾ ਮਿਲਾਉਂਦੇ ਨੇ ਤੇ ਫਿਰ ਉਹ ਜਿਸ ਹਿਸਾਬ ਨਾਲ ਕੰਮ ਬਣਾਉਂਦਾ, ਜਿਹਨੇ ਚੜ੍ਹਨਾ ਜਹਾਜ਼ 'ਤੇ ਉਹਦਾ ਕੰਮ ਬਣੇ ਨਾ ਬਣੇ, ਅਗਲੇ ਦਾ ਬਣ ਜਾਂਦਾ ਨੋਟਾਂ ਵਾਲੇ ਪਾਸਿਓਂ। ਉਹ ਤੋਂ ਬਚਣਾ ਚਾਹੀਦਾ। ਨਹੀਂ ਬਹੁਤ ਜ਼ਰੂਰੀ ਆ ਸੰਧਾਲੀਆ ਸਾਹਿਬ ਮਸਲਾ ਦੇ ਵਿੱਚ ਸਾਫ਼ ਗੋਈ ਦਾ ਨਾ, ਜਿਹਦੇ ਕੋਲ ਜਾਣਾ ਉਹਨੇ ਦੱਸ। ਜਾਣੀ ਜਦੋਂ ਤੱਕ ਤੁਸੀਂ ਪੈਸੇ ਨਾ ਦਿੱਤੇ ਉਦੋਂ ਤੱਕ ਵੀਜ਼ਾ ਫਾਈਲ ਹੀ ਬੜੀ ਵਧੀਆ ਤੁਹਾਡੀ ਫਾਈਲ ਵੱਟ ਤੇ ਪਿਆ। ਅਜੇ ਕੱਲ੍ਹ ਮੁੰਡਿਆਂ ਦੋ ਦਾ ਵੀਜ਼ਾ ਲਵਾਇਆ, ਕਿੱਥੇ ਆ ਉਹ? ਇੱਥੇ ਲਾਓ ਯਾਰ, ਤੁਹਾਨੂੰ 20 ਵਾਰੀ ਕਿਹਾ ਉਹ ਵੀਜ਼ੇ ਦੀ ਫੋਟੋ ਖਿੱਚ ਕੇ ਇੱਥੇ ਲਾਓ। ਤੇ ਬਾਅਦ 'ਚ ਕਹਿਣਾ ਇੱਦਾਂ ਹੀ ਆ ਜੀ, ਕੁਛ ਮਹਾਰਾਜ ਦੇ ਹੱਥ ਵੀ ਹੁੰਦਾ ਕੁਛ ਨਾ ਕੁਛ, ਸਾਰੇ ਚੜ੍ਹ ਗਿਆ ਤੁਹਾਡਾ ਮੁੰਡਾ ਰਹਿ ਗਿਆ। ਇੱਕ ਮੈਂ ਸੰਧਾਲੀਆ ਸਾਹਿਬ ਹੋਰ ਗੱਲ ਕਰਨੀ ਹੈ ਸਾਫ਼ ਗੋਈ ਦੀ, ਕਲੈਰਿਟੀ ਦੀ। ਹੁਣ ਕਿਸੇ ਬਹੁਤ ਸਾਰੇ ਇੱਥੇ ਸਥਾਨਕ ਜਿਹੜੇ ਨੇਤਾ ਨੇ, ਕਿਉਂਕਿ ਪੰਜਾਬੀ ਭਾਈਚਾਰੇ ਨੇ ਇੱਥੇ ਮੱਲਾਂ ਬਹੁਤ ਮਾਰੀਆਂ ਹਰ ਸ਼ਹਿਰ ਦੇ ਵਿੱਚ। ਤੁਸੀਂ ਹੈਰਾਨ ਹੋਵੋਗੇ ਸੰਧਾਵਾਲੀਆ ਸਾਹਿਬ, ਆਮ ਬੰਦਾ ਸਰੀ ਬਾਰੇ ਜਾਣਦਾ, ਵੈਨਕੂਵਰ ਬਾਰੇ ਜਾਣਦਾ, ਬਰੈਂਪਟਨ ਟਰਾਂਟੋ ਬਾਰੇ ਜਾਣਦਾ। ਆਪਾਂ ਨੂੰ ਪਤਾ ਕਿ ਸਾਡੇ ਇਹਨਾਂ ਸਾਰੇ ਥਾਵਾਂ ਤੋਂ MLA MP ਜਿੱਤਦੇ ਆ। ਫਿਰ ਉਹਦੇ ਤੋਂ ਬਾਅਦ ਐਡਮਿੰਟਨ ਤਾਂ ਕੈਲਗਰੀ ਸ਼ਹਿਰ ਆ ਜਾਂਦੇ ਆ।
ਫਿਰ ਆਪਾਂ ਨੂੰ ਪਤਾ ਕਿ ਆਪਣੇ MLA MP ਉੱਥੋਂ ਜਿੱਤਦੇ, ਸੁੱਖ ਨਾਲ ਇਹਨਾਂ ਕੈਨੇਡਾ ਦੇ ਦੋਨਾਂ ਸ਼ਹਿਰਾਂ ਦੇ ਮੇਅਰ ਵੀ ਆਪਣੇ ਭਾਈਚਾਰੇ ਦੇ ਆ। ਪਰ ਮੈਨੂੰ ਇਸ ਗੱਲ ਦੀ ਆਸ ਨਹੀਂ ਸੀ ਕਿ ਉਹਨਾਂ ਸ਼ਹਿਰਾਂ ਦੇ ਵਿੱਚ ਜਿੱਥੇ ਮੁਕਾਬਲਤਨ ਪੰਜਾਬੀ ਬਹੁਤ ਲੇਟ ਗਏ ਆ ਜਾਂ ਆਪਣਾ ਭਾਈਚਾਰਾ ਬਹੁਤ ਘੱਟ ਹੈ, ਹੁਣ ਵਿਨੀਪੈਗ ਗਏ ਸੀ, ਉੱਥੇ 2 MLA ਪੰਜਾਬੀ ਨੇ, ਅਗਲੀ ਵਾਰੀ MP ਦੀ ਤਿਆਰੀ ਹੈ। ਹੁਣ ਵਿਨੀਪੈਗ ਤੋਂ ਜਦੋਂ ਕੈਲਗਰੀ ਨੂੰ ਆਉਂਦੇ ਸੀ, ਜਾਣੀ ਆਪਣੇ ਭਾਈਚਾਰੇ ਦੇ ਉੱਪਰ ਨੂੰ ਜਾਣ ਦੇ ਢੰਗ ਤਰੀਕੇ, ਮਿਹਨਤ ਮੁਸ਼ੱਕਤ ਦੀ ਗੱਲ ਕਰਦੇ ਆ। ਵਿਨੀਪੈਗ ਤੋਂ ਕੈਲਗਰੀ ਨੂੰ ਆਓ ਤਾਂ ਰਾਹ ਦੇ ਵਿੱਚ ਇੱਕ ਸ਼ਹਿਰ ਆਉਂਦਾ ਜਿਹਨੂੰ ਰਜਾਈਨਾ ਕਹਿੰਦੇ ਆ, ਸਸਕੈਚੁਅਨ ਸੂਬੇ ਦਾ ਸ਼ਹਿਰ ਹੈ। ਮੈਂ ਹੈਰਾਨ ਹੋ ਗਿਆ ਕਿਉਂਕਿ ਉੱਥੇ ਤਾਂ 6 7 8 ਬੜੀ ਹੱਦ 10,000 ਬੰਦਾ ਨਹੀਂ ਆਪਣਾ, ਸਾਰੇ ਸ਼ਹਿਰ ਦੇ ਵਿੱਚ ਕਈ ਸੀਟਾਂ ਨੇ। ਉਹ ਕਹਿੰਦੇ ਇੱਥੇ ਵੀ ਆਪਣੇ MLA ਹੈਗੇ ਆ। ਜਾਣੀ ਮੇਰੇ ਲਈ ਉਹ ਬਿਲਕੁਲ ਨਵੀਂ ਗੱਲ ਸੀ। ਉੱਥੇ ਥੋੜ੍ਹੀ ਜਿਹੀ ਠੰਡ ਵੱਧ ਹੁੰਦੀ ਆ, ਆਮ ਬੰਦਾ ਉੱਥੇ ਟਿਕਦਾ ਨਹੀਂ ਇੰਨੀ ਛੇਤੀ, ਤੇ ਇੰਨੀ ਘੱਟ ਆਬਾਦੀ ਦੇ ਬਾਵਜੂਦ ਆਪਣੇ ਬੰਦੇ ਉੱਥੇ ਵੀ MLA ਬਣੇ ਆ। ਜਾਣੀ ਕਿਹੜਾ ਇਲਾਕਾ ਹੈ ਜਿੱਥੋਂ ਆਪਣੇ ਭਾਈਚਾਰੇ ਨੇ ਮੱਲਾਂ ਨਹੀਂ ਮਾਰੀਆਂ। ਪਰ ਜਦੋਂ ਇਹਨਾਂ ਸੱਜਣਾ ਨਾਲ ਗੱਲਬਾਤ ਬੰਦਾ ਕੋਈ ਕਰਦਾ, ਇੰਟਰਵਿਊ ਕਰਦਾ, ਤੇ ਉਹਨੇ ਪੁੱਛਿਆ ਇਲੈਕਸ਼ਨ ਲੜਨ ਦਾ ਤਰੀਕਾ ਜੀ, ਪੈਸੇ ਲੱਗਦੇ? ਕਹਿੰਦੇ ਨਹੀਂ। ਉਹ ਕਹਿੰਦੇ ਪਰ ਇੱਕ ਗੱਲ ਹੈਗੀ ਆ ਕਿ ਜੇ ਤਾਂ ਕਿਸੇ ਇੱਥੋਂ ਦੇ ਸਥਾਨਕ ਬੰਦੇ ਨੂੰ, ਮੰਨ ਲਓ ਉਹ ਡੋਰ ਨੌਕਿੰਗ ਕਰਦੇ ਨਾ, ਡੋਰ ਟੂ ਡੋਰ ਪ੍ਰਚਾਰ ਜਿਹੜੇ ਆਪਣੇ ਬੰਦੇ ਕਰਦੇ ਆ, ਇੱਥੇ ਉਮੀਦਵਾਰ ਆਪ ਹੀ ਕਰਦੇ ਜ਼ਿਆਦਾ। ਉਹ ਜਾ ਕੇ ਕਹਿੰਦੇ ਕੁੰਡਾ ਖੜਕਾਈਦਾ। ਜੇ ਤਾਂ ਇੱਥੋਂ ਦਾ ਲੋਕਲ ਬੰਦਾ ਗੋਰਾ ਹੋਵੇ ਸਾਹਮਣੇ, ਗੋਰੀ ਹੋਵੇ ਸਾਹਮਣੇ, ਉਹਨਾਂ ਨੇ ਕਹਿਣਾ ਹਾਂਜੀ ਦੱਸਣਾ ਜੀ ਮੈਂ ਆ ਮੇਰੀ ਪਾਰਟੀ ਹੈ, ਆ ਮੇਰਾ ਏਜੰਡਾ, ਮੈਨੂੰ ਵੋਟ ਪਾਓਗੇ? ਕਹਿੰਦੇ ਜੇ ਉਹਨਾਂ ਨੂੰ ਚੰਗਾ ਲੱਗਿਆ ਉਹਨੇ ਕਹਿਣਾ ਬਿਲਕੁਲ ਵੋਟ ਤੁਹਾਡੀ, ਤੇ ਜੇ ਨਾ ਚੰਗਾ ਲੱਗਿਆ ਉਹਨੇ ਕਹਿਣਾ ਸੌਰੀ ਅਸੀਂ ਤੁਹਾਨੂੰ ਵੋਟ ਨਹੀਂ ਪਾ ਸਕਦੇ। ਕਹਿੰਦੇ ਕਲੀਅਰ ਹੁੰਦਾ, ਸਾਨੂੰ ਪਤਾ ਲੱਗਦਾ ਕਿ ਆਹ ਘਰ ਸਾਡਾ ਹੈਗਾ ਤੇ ਆ ਹੈ ਨਹੀਂ। ਪਰ ਕਹਿੰਦੇ ਆਪਣਾ ਭਾਰਤੀ ਮੂਲ ਦੇ ਲੋਕਾਂ ਦੇ ਘਰ ਚਲ ਜਾਓ, ਉਹਨਾਂ ਨੇ ਜਾਣੀ ਜੱਫੀਆਂ ਪਾਪਾ ਪਹਿਲਾਂ ਤਾਂ ਕਹਿੰਦੇ ਜੀ ਰੀੜ੍ਹ ਦੀ ਹੱਡੀ ਦੂਰੀ ਕਰ ਦੇਣੀ, ਤੇ ਹੋ ਸਕਦਾ ਕਹਿੰਦੇ 5 ਮਿੰਟ ਬਾਅਦ ਦੂਜਾ ਉਮੀਦਵਾਰ ਆਵੇ ਉਹਨੂੰ ਵੀ ਇੱਦਾਂ ਕਹਿਣਾ ਵੋਟਾਂ ਭਾਜੀ ਤੁਹਾਡੀਆਂ ਪੱਕੀਆਂ, ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ, ਦੱਸੋ ਨਾਲ ਕਿੱਥੇ ਚਲੀਏ। ਉਹ ਕਹਿੰਦੇ ਜੀ ਆਪਣੇ ਭਾਈਚਾਰੇ ਦੀ ਅਸੈਸਮੈਂਟ ਨਹੀਂ ਲੱਗਦੀ, ਕਈ ਵਾਰੀ 4 ਬੰਦਿਆਂ ਦੇ ਝੰਡੇ ਉਹ ਸਾਈਨ ਬੋਰਡ ਜਾਂ ਉੱਥੇ ਲੱਗੇ ਹੁੰਦੇ ਨੇ ਵਿਹੜੇ 'ਚ, ਗੁੱਸੇ ਨਹੀਂ ਕਰਦੇ ਕਿਸੇ। ਦੇਖੋ ਗੱਲ ਇਹ ਆ ਵੀ ਇੱਥੋਂ ਵਾਲੇ ਬੰਦੇ ਜਿਹੜੇ ਆ ਇਹਨਾਂ ਦਾ ਸਾਫ਼ ਕੋਈ ਨਾ ਚੱਲੀ ਜਾਂਦਾ। ਹਾਂਜੀ। ਹੁਣ ਕਾਰਨ ਹੈ ਵੀ ਜਿੱਥੋਂ ਆਪਾਂ ਆਉਂਦੇ ਆ ਉੱਥੇ ਸਾਫ਼ ਕੋਈ ਨਾ ਚੱਲਦਾ ਕੁਛ ਨਹੀਂ। ਉਹ ਕਿਵੇਂ? ਪਤਾ ਹੀ ਆ ਤੁਹਾਨੂੰ, ਹੁਣ ਰੋਜ਼ ਤੇ ਮੇਰੀ ਬਦਨਾਮੀ ਕਰਦੇ ਉੱਥੇ ਬਿਠਾ ਕੇ ਲਾ ਕੇ ਲੀਡਰ ਐ ਲੀਡਰ ਜਿਉਂ। ਹੁਣ ਚੱਕਰ ਇਹ ਆ ਵੀ ਅਗਲਾ ਬੰਦਾ ਵੀ ਉਦੋਂ ਕਹਿੰਦਾ ਵੀ ਵੀਰ ਤੂੰ ਵੋਟ ਪਾ, ਹੋਰ ਕੁਛ ਹੋਵੇ ਨਾ ਹੋਵੇ, ਮੈਂ ਨਾ ਵੀ ਸੋਨੇ ਦੇ ਦਰਵਾਜ਼ੇ ਤੇਰੇ ਘਰ ਦੇ ਤੇ ਲਵਾ ਹੀ ਦੇਣੇ ਆਪਾਂ। ਹੁਣ ਉੱਥੋਂ ਗੱਲ ਸ਼ੁਰੂ ਹੁੰਦੀ ਆ, ਫਿਰ ਹੌਲੀ ਹੌਲੀ ਤੁਰਦੀ ਜਿੱਦਣ ਅਗਲਾ ਬੰਦਾ ਜਿੱਤ ਜਾਂਦਾ ਉਦਣ ਜਾ ਕੇ ਪਤਾ ਤੁਸੀਂ ਜੀ ਦਰਵਾਜ਼ੇ ਦੀ ਗੱਲ ਕੀਤੀ ਸੋਨੇ ਦੀ। ਕਾਕਾ ਸੋਨੇ ਦਾ ਦਰਵਾਜ਼ਾ ਤੂੰ ਠੀਕ ਆ, ਇੱਥੇ ਮਾਵਾਂ ਪੁੱਤ ਨਹੀਂ ਸਾਂਭਣੇ ਆ, ਤੂੰ ਸੋਨੇ ਦੇ ਦਰਵਾਜ਼ੇ ਮਤਲਬ ਟੈਂਟ ਵਾਲੇ ਨਾਲ ਹਿਸਾਬ ਕਰਨ ਨੂੰ ਬੈਠਾ ਟੋਟਲੀ। ਮਤਲਬ ਅਗਲੇ ਇਹ ਮੈਂ ਤਾਂ ਉਦਾਹਰਨ ਦਿੱਤੀ ਵੀ ਉਹ ਚੀਜ਼ ਵਿਖਾਉਣੀ, ਮੈਂ ਉਹ ਇਸ ਕਰਕੇ ਕੋਈ 15 ਲੱਖ ਵਾਲੀ ਕੋਈ ਦੂਜੀ ਤੀਜੀ ਉਦਾਹਰਨ ਦਿੱਤੀ ਵੀ ਕੋਈ ਇੱਕ ਪਾਰਟੀ ਦੀ ਗੱਲ ਨਾ ਚੱਲੇ, ਸਾਰਿਆਂ ਦੇ ਕੰਮ ਇਹ ਅਜੇ ਕਰਜ਼ੇ ਮਾਫ ਹੋਏ ਸੀ ਸਾਰਿਆਂ ਦੇ। ਹੁਣ ਉਹ ਜੋ ਕੁਛ ਵੀ ਉੱਥੇ ਕੀਤਾ ਜਾਂਦਾ ਅਗਲੇ ਨੂੰ ਪਤਾ ਵੀ ਯਾਰ ਲੀਡਰ ਜੋ ਕਹਿੰਦਾ ਨਾ ਉਹਨੇ ਪੂਰਾ ਉਤਰਨਾ, ਤੇ ਮੈਂ ਇਹਨੂੰ ਐਵੇਂ ਆਖਾਂ ਵੀ ਹਾਂ ਆਪਾਂ ਤੇਰੇ ਨਾਲ ਆ, ਤੇ ਉਦੋਂ ਬਾਅਦ ਕੱਲ੍ਹ ਨੂੰ ਉਹ ਦੂਸਰਾ ਜਿੱਤ ਜਾਵੇ ਤੇ ਉਹ ਮੁੜ ਕੇ ਆਖੇ ਵੀ ਤੂੰ ਕਾਕਾ ਹੋਰ ਕੁਛ ਨਹੀਂ ਕਰਨਾ, ਸ਼ਾਮਾਂ ਇਹਨੂੰ ਚੌਂਕੀ ਆਉਣਾ, ਬਾਕੀ ਅਸੀਂ ਆਪੇ ਵੇਖ ਲਾਂਗੇ। ਹੁਣ ਉਹ ਕਹਿੰਦੇ ਵੀ ਵਿਚਾਰਾ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ। ਮੈਂ ਨਾ ਵੀ ਇਹਨਾਂ ਵਿਚਾਰਿਆਂ ਦਾ ਗੁੱਸਾ ਨਾ ਕਰਿਆ ਕਰੋ, ਵਿਚਾਰੇ ਦੁੱਧ ਦੇ ਸੜੇ ਆਏ ਇੱਥੇ। ਹੁਣ ਜਦੋਂ ਕੋਈ ਲੱਸੀ ਵਾਲਾ ਵੀ ਕਿਤੇ ਬੂਹਾ ਖੜਕਾਉਂਦਾ ਨਾ, ਉਹ ਵਿਚਾਰੇ ਉਹ ਡਰੇ ਸਹਿਮੇ ਜੇ ਆਖਦੇ ਨੇ ਵੀ ਕੋਈ ਨਹੀਂ ਭਾਜੀ ਆਪਾਂ ਦੇ ਨਾਲ ਹੀ ਆ ਜੀ। ਸੰਧਾਵਲੀਆ ਸਾਹਿਬ ਕਈ ਵਾਰੀ ਆਪਾਂ ਸਿੱਧਾ ਸ਼ਬਦ ਨਹੀਂ ਉੱਥੇ ਵਰਤ ਸਕਦੇ, ਕਈ ਵਾਰੀ ਬੰਦੇ ਹੁੰਦੇ ਨਾ ਥੋੜ੍ਹੇ ਜਿਹਾ ਸਾਫ ਸੁਥਰੇ ਅਕਸ ਵਾਲੇ ਹੁੰਦੇ ਆ, ਕਿਉਂਕਿ ਤੁਹਾਨੂੰ ਉਹਨਾਂ ਦੀ ਲੋੜ ਤਾਂ ਹੈ ਨਹੀਂ। ਉੱਦਾਂ ਪਿੰਡ ਦੇ ਵਿੱਚ ਸਰਪੰਚੀ ਦੀ ਕਿਸੇ ਪਿੰਡ 'ਚ ਇਲੈਕਸ਼ਨ ਦੱਸਣ ਵਾਲੇ ਨੇ ਦੱਸਿਆ, ਪੰਚੀ ਵੀ ਵਾਰਡ ਬੰਦੀ ਕਰਤੀ, ਸਭ ਕੁਛ ਕਰ ਦਿੱਤਾ, ਤੇ ਇੱਕ ਧਿਰ ਦੇ ਬੰਦੇ ਨਾ ਬੋਤਲ ਲੈ ਕੇ ਗਏ ਕਿਉਂਕਿ ਯਾਰ ਇਹਨੂੰ ਵੀ ਦੇ ਦੇਣੇ ਇੰਨੇ। ਉਹਦੇ ਕੋਲ ਲੈ ਗਿਆ ਤੇ ਉਹ ਕਹਿੰਦਾ ਲਿਆਓ ਜੀ, ਆ ਜਾਓ ਜੀ ਆ ਜਾਓ। ਉਹ ਤਾਂ ਉਡੀਕਦਾ ਹੀ ਹੁੰਦਾ ਬੰਦਾ। ਕਈ ਜਿਹੜੇ ਪੀਂਦੇ ਨਹੀਂ, ਪੀ ਕੇ ਵੋਟਾਂ ਪਾਉਂਦੇ, ਪੀਂਦੇ ਤਾਂ ਬਹੁਤ ਸਾਰੇ ਹੋਣਗੇ, ਸਾਰੇ ਪੀ ਕੇ ਵੋਟਾਂ ਨਹੀਂ ਪਾਉਂਦੇ। ਉਹਨੇ ਕੁੰਡਾ ਖੋਲ੍ਹਿਆ, ਉਹਨੇ ਜਦੋਂ ਦੇਖਿਆ ਕਹਿੰਦੇ ਜੀ ਆਹ ਦੇਖ ਫਿਰ ਖਿਆਲ ਰੱਖੀ। ਉਹ ਕਹਿੰਦਾ ਜੀ ਆਹ ਦੇ ਦਿਓ ਇੱਕ ਹੀ, ਉਹ ਦੂਜੇ ਦਾ 2 ਦੇ ਗਏ। ਆਹੋ ਉਹਨੇ ਉਦੋਂ ਹੀ ਗੱਲ ਕਲੀਅਰ ਕਰ ਦਿੱਤੀ। ਹਾਂ ਹੁਣ ਤੁਸੀਂ ਦੇਖੋ ਵੀ ਇਸ ਕੇਸ ਦੇ ਵਿੱਚ ਉਹਦੇ ਕੋਲ ਉਹਨਾਂ ਨੇ ਬੋਤਲ ਜਾਂ ਤੇ ਖੋਲ੍ਹੀ ਹੋਣੀ ਆ, ਤੇ ਜਾਂ ਉਹਨੂੰ ਇੱਕ ਹੋਰ ਦੇਤੀ ਉਹਨੇ ਨਾਲ, ਜਾਂ 2 ਹੋਰ ਦੇਤੀ ਹੋਣੀ, 3 ਯਾਰ ਸਾਡੀਆਂ। ਜਾਂ ਸਵੇਰੇ ਤੜਕੇ ਸੋਮੋ ਘਲਾ ਕੇ ਤੈਨੂੰ ਤੁਸੀਂ ਚੁੱਕ ਲੈਣਾ ਘਰੋਂ ਤੇ ਇਹਦੀ ਵੋਟ ਪਵਾ ਲੈਣੀ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਇਲੈਕਸ਼ਨ ਤੋਂ ਬਾਅਦ ਕਿੱਡੀ ਵੱਡੀ ਲੜਾਈ ਹੁੰਦੀ ਇੱਕ। ਆਵੇਂ ਸਾਡੇ ਪਿੰਡ ਤੁਹਾਡਾ ਸੌਦਾ ਹੀ ਨਹੀਂ ਪਹੁੰਚਿਆ, ਸਮਾਨ ਹੀ ਨਹੀਂ ਪਹੁੰਚਿਆ, ਭਾਜੀ ਵੋਟਾਂ ਕੀ ਨਿਕਲਣੀਆਂ ਸੀ, ਜਿਹੜੇ ਬੰਦੇ ਤੁਸੀਂ ਅੱਗੇ ਲਾਏ ਆ ਸਭ ਕੁਝ ਘਰੇ ਰੱਖ ਕੇ ਬਹਿ ਗਏ। ਹੁਣ ਉਹਨਾਂ ਨੇ ਸਾਲ ਕਰਨਾ, ਰੋਜ਼ ਸ਼ਾਮ ਨੂੰ ਹਾੜਾ ਲਾ ਕੇ ਉਹਨਾਂ ਨੇ ਬਾਹਰ ਨਿਕਲਣਾ, ਉਹਨਾਂ ਨੇ ਭਾਜੀ ਦਿੱਤਾ ਨਹੀਂ। ਸਾਨੂੰ ਪਤਾ, ਅਸੀਂ ਪੁਰਾਣੇ ਬੰਦੇ ਸੀ ਪਾਰਟੀ ਦੇ, ਜਾਣੀ ਜਿੰਨੀ ਦੇਰ ਸਾਡੇ ਕੋਲ ਰਿਹਾ ਕਦੇ ਪਿੰਡ 'ਚੋਂ ਵੋਟਾਂ ਨਹੀਂ ਘੱਟ ਦਿੱਤੀਆਂ। ਉਹ ਤੁਸੀਂ ਸਾਰਾ ਕੁਛ ਉਹਨੂੰ ਭੇਜ ਦਿੱਤਾ, ਕਿਉਂਕਿ ਉਮੀਦਵਾਰ ਸਾਹਿਬ ਉੱਥੇ ਲਿਖ ਕੇ ਬੈਠੇ ਹੁੰਦੇ ਕਿ ਰਹੀ ਇਹਨੂੰ ਇੰਨੀਆਂ ਗਈਆਂ ਹੈ ਨਾ, ਆਪਾਂ ਨਹੀਂ ਨਾਂ ਲੈਂਦੇ ਕੀ
ਉਹ ਕਹਿੰਦੇ ਜੀ ਪਿੰਡ ਕਿਸੇ ਨੂੰ ਵੰਡੀਆਂ ਨਹੀਂ, ਕਈਆਂ ਦਾ 2-2 ਸਾਲ ਵੀ ਲੰਘ ਜਾਂਦੇ ਆ। ਨਹੀਂ 2-2 ਸਾਲ ਵੀ ਲੰਘਦੇ ਆ, ਨਹੀਂ ਤੇ ਉਦੋਂ ਬਾਅਦ ਨਾ 3 ਕੁ ਮਹੀਨੇ ਉਹੋ ਹੀ ਬੰਦਾ ਹੋਰ ਕੁਝ ਹੋਵੇ ਨਾ ਹੋਵੇ ਉਹਨਾਂ ਦੇ ਟੱਬਰ ਚੋਂ ਕੋਈ ਨਾ ਕੋਈ ਜੀ ਮਿਲ ਜਾਂਦਾ ਵੀ ਕੀ ਹਾਲ ਭਾਊ ਜੀ ਦਾ ਹੁਣ। ਪਤਾ ਨਹੀਂ ਬਾ ਵੋਟਾਂ ਤੋਂ ਬਾਅਦ ਨਹੀਂ ਮੁੜ ਕੇ ਪੈਰਾਂ ਸਿਰ ਆਏ। ਹੁਣ ਤੇ ਡਾਕਟਰ ਵੀ ਆਂਦਾ ਵੀ ਜਾਂ ਤੇ ਛਡਾ ਦਿਓ ਇਹਦੀ, ਨਹੀਂ ਤੇ ਫਿਰ ਇਹਨੇ ਦੁਨੀਆ ਛੱਡ ਜਾਣੀ। ਫਿਰ ਪਤਾ ਕਹਿੰਦੇ ਹੁੰਦੇ ਆ ਇਲੈਕਸ਼ਨ 'ਚ ਮਾੜੀ ਵੰਡਦੇ ਆ ਯਾਰ, ਹੋਰ ਹੁਣ ਤੁਹਾਨੂੰ ਪਹਿਲੇ ਤੋੜਦੀ ਲੈ। ਆਨੇ ਦੇਖੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਆਦਤਾਂ ਪਾ ਲੀਆਂ ਤੇ ਇਹਨਾਂ ਆਦਤਾਂ ਦਾ ਕਰਕੇ ਆਪਾਂ ਹੁਣ ਤੰਗ ਹੁੰਦੇ ਹਾਂ। ਅੱਛਾ ਗੱਲ ਇਹ ਚੱਲੀ ਸੀ ਇੱਥੋਂ ਵੀ ਇੱਥੇ ਵਿਦੇਸ਼ਾਂ 'ਚ ਆਪਾਂ ਆਉਂਦੇ, ਇੱਥੇ ਆਪਾਂ ਤਰੱਕੀ ਕਰਦੇ ਹਾਂ। ਜਿੱਥੋਂ ਆਪਾਂ ਉੱਠ ਕੇ ਵਿਦੇਸ਼ਾਂ 'ਚ ਆਉਣਾ ਉੱਥੇ ਆਪਾਂ ਤਰੱਕੀ ਵੇਖ ਕੇ ਆਉਂਦੇ ਵੀ ਯਾਰ ਆਪਾਂ ਵੀ ਤਰੱਕੀ ਕਰਨੀ ਹੈ। ਗੱਲ ਇਹ ਆ ਵੀ ਉੱਥੋਂ ਜੇ ਆਪਾਂ ਸਾਫ਼ ਗੋਈ ਰੱਖ ਲਈਏ, ਮਤਲਬ ਇਹ ਆ ਵੀ ਢੰਗ ਤਰੀਕਾ ਸਹੀ ਬਣਾ ਲਈਏ, ਨਹੀਂ ਇੱਕ ਵਾਰ ਗੱਲ ਬਣੀ ਦੂਜੀ ਵਾਰ ਫਿਰ ਸਹੀ ਢੰਗ ਨਾਲ ਕਰੀਏ, ਉਸ ਤੋਂ ਬਾਅਦ ਆ ਕੇ ਜਿਹੜਾ ਉਹ ਵੀ ਸਹੀ ਢੰਗ ਰੱਖਿਆ ਜਾਵੇ ਵੀ ਆਹ ਭਾਈ ਸਾਹਿਬ ਆਹ ਕੰਮ 1 ਨੰਬਰ ਦਾ ਤੇ ਮੈਂ ਇੱਦਾਂ ਹੀ ਕਰਨਾ। ਇਹ ਹੋ ਸਕਦਾ ਵੀ 6 ਮਹੀਨੇ ਸਾਲ ਵੱਧ ਲੱਗ ਜੇ, ਪਰ ਤੁਸੀਂ ਪੈਰਾਂ ਸਿਰ ਹੋ ਜਾਂਦੇ ਹੋ। ਪਰ ਆ ਇੱਕ ਵਾਰ ਬੰਦਾ ਜੇ ਕੋਈ ਮਾੜਾ ਮੋੜ ਕਹਿੰਦੇ ਨਾ ਝੂਠ ਤੂਫਾਨ ਜਿਹਾ ਮਾਰ ਲਵੇ, ਅਕਸਰ ਇੱਥੇ ਵੀ ਆਪਾਂ ਸੁਣਦੇ ਹਾਂ ਨਾ ਵੀ ਉਹਨਾਂ ਨੇ ਪੱਕਾ ਰੱਖਿਆ ਵੀ ਵੀਰ ਮੇਰਾ ਜੇ ਤੇਰੇ ਕਾਗਜ਼ਾਂ 'ਚ ਇੱਕ ਝੂਠ ਅਸੀਂ ਫੜ ਲਿਆ ਉਦੋਂ ਬਾਅਦ ਸਾਡੇ ਵੱਲੋਂ ਤੇ ਪੱਕਾ ਜਵਾਬ ਆ, ਤੈਨੂੰ ਤੂੰ ਜੋ ਮਰਜ਼ੀ ਕਰ ਲਾ। ਹੁਣ ਜੇ ਇੰਨੀ ਸਖਤੀ ਆ ਤੇ ਮੈਨੂੰ ਲੱਗਦਾ ਵੀ ਝੂਠ ਤੋਂ ਬਚਣਾ ਚਾਹੀਦਾ, ਬੰਦਾ ਸਾਫ਼ ਗੋਈ ਨਾਲ ਅੱਗੇ ਤੁਰਿਆ ਜਾਵੇ, ਕਿਤੇ ਨਾ ਕਿਤੇ ਅੱਪੜਦਾ ਜ਼ਰੂਰ। ਨਹੀਂ ਬਹੁਤ ਜ਼ਰੂਰੀ ਆ ਜੀ, ਫਿਰ ਤਾਂ ਚਣੀ ਅੱਪੜਨਾ ਤਾਂ ਸਿਰੇ ਵਾਲੀ ਗੱਲ ਹੀ ਹੁੰਦੀ। ਤੁਸੀਂ ਇਹ ਵੀ ਦੇਖੋ ਸੰਧਾਲੀਆ ਸਾਹਿਬ, ਬੜੀ ਵਾਰੀ ਨਾ ਜਾਣੀ ਆਮ ਲੋਕਾਂ ਨੂੰ ਵੀ ਤੁਹਾਡਾ ਪਤਾ ਹੁੰਦਾ ਆ ਜਦੋਂ ਨਹੀਂ ਮੇਰਾ ਤਾਂ ਮਤਲਬ ਲੀਡਰਾਂ ਦਾ। ਹਾਂਜੀ ਮੇਰਾ ਨਾ ਪਤਾ ਲੱਗਾ ਸਿੰਬੋਲਿਕ ਹੋ ਨਾ, ਜਾਣੀ ਕੰਮ ਸੰਕੇਤ ਲੀਡਰਾਂ ਨੂੰ ਕਿ ਲੀਡਰਾਂ ਦਾ ਪਤਾ ਕੀ ਹੁੰਦਾ। ਕਈ ਵਾਰੀ ਇਦਾਂ ਹੀ ਹੁੰਦਾ, ਉਹਨਾਂ ਨੇ ਇੱਕ ਤਾਂ ਰੱਖਿਆ ਹੁੰਦਾ ਹੌਲੀ ਦੇਣੀ, ਉਹ ਹਵੇਲੀ ਉਹਨਾਂ ਦੀ ਚਲ ਜਾਓ, ਉੱਥੇ ਚੱਲਦਾ ਕੰਮ। ਉਹ ਵੀ ਉੱਥੇ ਜੇ 2 ਬੰਦੇ ਮੰਨ ਲਓ ਕਿ ਉੱਥੇ ਕਲਾਸੀ ਖੜਕਾਈ ਜਾਂਦੇ ਆ, ਇੱਕ ਨੇ ਕਹਿਣਾ ਬਸ ਭਾਈ ਹੋਰ ਨਹੀਂ, ਉਹ ਪੀਲਾ ਅੱਜ ਹੀ ਆ, ਕੱਲ ਨੂੰ ਕਿਹੜੇ ਨੇ ਪੁੱਛਣਾ ਜਦੋਂ ਵੋਟਾਂ ਪੈ ਗਈਆਂ। ਪਤਾ ਉਹਨਾਂ ਨੂੰ ਵੀ ਹੁੰਦਾ, ਪਤਾ ਉਹਨਾਂ ਆ ਜਾ ਹਨਾ, ਨਹੀਂ ਯਾਰ ਮੈਂ ਕੱਲ ਜ਼ਿਆਦਾ ਹੋ ਗਿਆ, ਕੋਈ ਨਹੀਂ ਇਹ ਛੱਡ ਵੀ ਆਉਂਦੇ ਹੁੰਦੇ ਘਰੇ, ਤੂੰ ਚੁੱਕ ਮੇਰਾ ਵੀਰ, ਕੋਈ ਫਰਕ ਨਹੀਂ ਪੈਂਦਾ। ਇੱਕ ਨਾ ਸੰਧਾਲੀਆ ਸਾਹਿਬ, ਚਲੋ ਹੁਣ ਗੱਲ ਤੁਰੀ ਹੋਈ ਆ ਇਲੈਕਸ਼ਨ ਦੀ, ਇੱਕ ਹੋਰ ਜਿਹੜੀ ਆਪਣੇ ਬੰਦਿਆਂ ਦਾ ਜਿਹੜਾ ਨਾ ਇੱਕ ਦੂਜੇ ਦੇ ਨਾਲ ਖੜਨ ਦਾ ਮਾਦਾ, ਉਹ ਬੜਾ ਵਿਸ਼ਾਲ ਹੈ ਕਿ ਅਸੀਂ ਕਹਿੰਦੇ ਜਿਹਦੇ ਨਾਲ ਖੜ ਗਿਆ ਭਾਈ ਖੜ ਗਏ ਆ। ਮੈਂ ਹੁਣ ਦੇਖਦਾ ਹੁੰਦਾ ਕਿ ਭਾਈ ਬਹੁਤ ਵਧੀਆ ਚੀਜ਼ ਹੈ ਕਿ ਅਸੀਂ ਖੜਦੇ ਹਾਂ ਖੜਨ ਵਾਲਿਆਂ ਨਾਲ, ਪਰ ਜੇ ਚੰਗੇ ਨਾਲ ਖੜੀਏ, ਜਿਹੜੇ ਚੰਗੇ ਰਾਹ ਤੁਰਦੇ ਆ ਤਾਂ ਫਿਰ ਜ਼ਿਆਦਾ ਚੰਗਾ। ਬੜੇ ਬੰਦੇ ਨੇ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਆ, ਜੁੜਨਾ ਵੀ ਚਾਹੀਦਾ। ਕਈ ਕਿਸੇ ਲੀਡਰ ਵਿਸ਼ੇਸ਼ ਦੇ ਨਾਲ ਹੀ ਜੁੜੇ ਆ, ਉਹ ਜਿੱਧਰ ਜਾਂਦਾ ਉੱਧਰ ਹੀ ਚਲੇ ਜਾਂਦੇ ਆ। ਹੁਣ ਆਪਾਂ ਤੁਸੀਂ ਕਿਹਾ ਸੀ ਕਿ ਭਾਈ ਕਈ ਕੁਛ ਹੋਇਆ, ਮੈਂ ਹੈਰਾਨ ਆ ਇਸ ਗੱਲ ਤੋਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਰਹੀ, ਅਕਾਲੀ ਭਾਜਪਾ ਦੀ ਰਹੀ, ਇਹੀ ਵੱਡੀਆਂ ਧਿਰਾਂ ਨੇ 4, ਬਾਕੀ ਤਾਂ ਕੋਈ ਧਿਰ ਵੱਡੀ ਹੋਈ ਨਹੀਂ। ਸਾਰੀਆਂ ਧਿਰਾਂ ਦੀ ਸਰਕਾਰ ਰਹਿ ਚੁੱਕੀ ਹੈ, ਸਾਰੀਆਂ ਧਿਰਾਂ ਦੇ ਵਰਕਰ ਦਾਅਵੇ ਕਰਦੇ ਕਿ ਸਾਡੀ ਪਾਰਟੀ ਤੋਂ ਚੰਗਾ ਕੋਈ ਨਹੀਂ। ਪਰ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਸ਼ਾਇਦ ਉਹਨਾਂ ਵਰਕਰਾਂ ਨੂੰ ਵੀ ਪਤਾ ਹੋ, ਉਹ ਕਦੇ ਲੀਡਰ ਨਹੀਂ ਬਣਨਾ ਉਹਨਾਂ ਵਰਕਰਾਂ ਨੇ, ਉਹਨਾਂ ਨੂੰ ਕਦੇ ਅਹੁਦੇ ਨਹੀਂ ਮਿਲਣੇ, ਕਦੀ ਟਿਕਟਾਂ ਨਹੀਂ ਮਿਲਣੀਆਂ, ਫਿਰ ਵੀ ਪਿੰਡ 'ਚ ਪਾਰਟੀ ਦੀ ਲੜਾਈ ਲੜਦੇ ਹੁੰਦੇ ਕਿ ਸਾਡੀ ਪਾਰਟੀ ਵਧੀਆ। ਹੁਣ ਤੁਸੀਂ ਦੇਖੋ, ਤੁਹਾਨੂੰ ਯਾਦ ਹੋਣਾ ਕਿ ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਭਾਈ ਆਪਾਂ ਕਰਜ਼ੇ ਸਾਰੇ ਮਾਫ਼ ਕਰ ਦੇਣੇ ਆ, ਸ਼ਾਹੂਕਾਰ ਦਾ ਹੋਵੇ, ਆੜਤੀਏ ਦਾ ਹੋਵੇ, ਬੈਂਕ ਦਾ ਹੋਵੇ, ਕੋਆਪਰੇਟਿਵ ਸੁਸਾਇਟੀ ਦਾ ਹੋਵੇ, ਕਹਿੰਦੇ ਜੀ ਮਾਫ਼ ਨਹੀਂ ਕਰਦੇ, ਕਹਿੰਦੇ ਲੀਕ ਮਾਰਨੀ ਆ। ਲੀਕ ਮਾਰਨ ਦਾ ਮਤਲਬ ਹੁੰਦਾ ਵੀ ਜੋ ਵੀ ਲਿਖਿਆ ਸਭ ਖਤਮ। ਅਜੇ ਵੀ ਕਈ ਬੰਦੇ ਨੇ ਜਿਹੜੇ ਕਹਿੰਦੇ ਯਾਰ ਕੈਪਟਨ ਸਾਹਿਬ ਵਰਗਾ ਲੀਡਰ ਨਹੀਂ ਕਦੇ ਦੇਖਿਆ, ਹਾਲਾਂਕਿ ਉਹਨਾਂ ਨੂੰ ਪਤਾ ਹੈ ਕਿ ਕਰਜ਼ ਬਹੁਤ ਥੋੜਾ ਮਾਫ਼ ਹੋਇਆ, ਬਹੁਤੇ ਲੋਕਾਂ ਦਾ ਮਾਫ਼ ਨਹੀਂ ਹੋ ਸਕਿਆ, ਹੋਰ ਵੀ ਕਈ ਉਹਨਾਂ ਨੇ ਵਾਅਦੇ ਕੀਤੇ ਸੀ। ਉਦੋਂ ਬਾਅਦ ਤਾਂ ਇੱਕ ਚਰਚਾ ਚੱਲ ਪਈ ਨਾ, ਉਹ ਕਹਿੰਦੇ ਦੇਖੋ ਜਿੱਦਾਂ ਤੁਸੀਂ ਇਹ ਜ਼ਿਕਰ ਕਰਦੇ ਹੋ ਕਿਸੇ ਬੰਦੇ ਨੂੰ ਮਿਲੋ ਨਾ, ਤੁਸੀਂ ਜਿਹੜੇ ਬੰਦੇ ਪੱਕੇ ਭਗਤ ਨੇ ਅਜੇ ਵੀ ਆਪਾਂ ਭਾਈ ਸਾਹਿਬ ਨਾਲ ਖਲੋਤੇ ਲੀਡਰ ਸਾਹਿਬ, ਜਿਹੜਾ ਤੁਸੀਂ ਗੱਲ ਕਰਦੇ ਪਹਿਰਾ ਦਿਆਂਗੇ ਠੋਕ ਕੇ, ਪਹਿਰਾ ਦਿਆਂਗੇ ਠੋਕ ਵਾਲੇ ਨੂੰ ਪੁੱਛੋ ਵੀ ਮਹਾਰਾਜ ਉਹ ਕਹਿੰਦੇ ਸੀ ਯਾਰ ਕਰਜ਼ੇ ਤੇ ਲੀਕ ਮਾਰਨੇ ਆ ਤੇ ਉਹ ਤੇ ਵੱਜੀ ਨਹੀਂ। ਉਹ ਕਹਿੰਦੇ ਕਿਉਂ ਨਹੀਂ ਵੱਜੀ, ਅਸੀਂ ਤੁਹਾਨੂੰ ਵਿਖਾਉਂਦੇ। ਉਹਨਾਂ ਕੋਲ ਜਿਹੜਾ ਚੋਣ ਮੈਨੀਫੈਸਟੋ ਜਿਹਦੇ ਪਹਿਲੇ ਪੰਨੇ ਤੇ ਉਹਨੂੰ ਲਿਖਿਆ ਵੀ ਸਾਰੇ ਕਿਸਾਨਾਂ ਦੇ ਸਾਰੇ ਕਰਜ਼ੇ ਤੇ ਲੀਕ ਮਾਰਨੀ, ਉਹਦੇ 'ਚੋਂ ਜਿੱਥੇ ਜਿੱਥੇ ਕਰਜ਼ਾ ਲਿਖਿਆ ਨਾ ਉਹਨਾਂ ਦੇ ਮੈਨੀਫੈਸਟੋ 'ਚ ਉਹਨਾਂ ਉੱਤੇ ਲੀਕ ਮਾਰ ਲਈਆਂ। ਉਹ ਕਹਿੰਦਾ ਵੀ ਸਾਡੇ ਲੀਡਰ ਨੇ ਆਖਿਆ ਕਰਜ਼ੇ ਤੇ ਲੀਕ ਮਾਰਨੀ, ਆਹ ਦੇਖ ਲਓ ਇੱਥੇ ਲਿਖਿਆ ਕਰਜ਼ਾ, ਇੱਥੇ ਹੀ ਲੀਕ ਮਾਰ ਦਿੱਤੀ। ਇੱਦਾਂ ਹੀ ਸੰਧਾਲੀਆ ਸਾਹਿਬ, ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਆ, ਕੈਪਟਨ ਸਾਹਿਬ ਤੋਂ ਬਾਅਦ ਉਹਨਾਂ ਦੇ ਦਾ ਲੱਗਿਆ, ਕਿਉਂਕਿ ਨੰਬਰ ਨਹੀਂ ਲੱਗਿਆ, ਦਾ ਹੀ ਲੱਗਿਆ। ਨਹੀਂ ਦਾ ਕਿੱਦਾਂ ਲੱਗ ਗਿਆ, ਉਹਨਾਂ ਨੂੰ ਵੋਟਾਂ ਪਈਆਂ ਪੂਰੀਆਂ 2। ਨਹੀਂ ਜੇ ਤੁਸੀਂ ਨਹੀਂ ਸਹਿਮਤ ਜਾਖੜ ਸਾਹਿਬ ਨੂੰ ਪੁੱਛ ਲਓ ਵੀ ਉਹਨਾਂ ਦਾ ਦਾ ਹੀ ਲੱਗਿਆ। ਨਹੀਂ 2 ਵੋਟਾਂ ਪਈਆਂ ਨੇ, ਮੈਂ ਤਾਂ ਕਰਾਂ ਹੱਦ ਹੋ ਗਈ। ਇਹ ਤੇ ਜਾਖੜ ਸਾਹਿਬ ਦਾ ਰੌਲਾ ਨਹੀਂ। ਦੇਖੋ ਕਿਤੇ ਚੰਨੀ ਸਾਹਿਬ ਨੇ ਬਾਅਦ ਨੂੰ ਇਹ ਦੂਜੀ ਕਿਹਦੀ ਮੈਨੂੰ ਦੱਸ ਦਿਓ, ਮੈਂ ਧੰਨਵਾਦ ਕਰਨਾ। ਅੱਛਾ ਚਲੋ, ਤੁਸੀਂ ਇਹ ਦੇਖੋ ਕਿ ਚੰਨੀ ਸਾਹਿਬ ਦੀ ਵਾਰੀ ਆਪਾਂ ਜਾਣੀ ਉਹ ਦ੍ਰਿਸ਼ ਨਹੀਂ ਅੱਖਾਂ ਮੂਹਰੇ ਹੋ ਜਾਂਦਾ। ਕੱਚੇ ਪੱਕੇ ਕਰਤੇ, ਆਹ ਬੰਦੇ ਭਰਤੀ ਕਰਤੇ, ਬੋਰਡ ਲਾਤੇ ਗਏ, ਉਹਨਾਂ ਦੇ ਵਿੱਚੋਂ ਕਿੰਨੇ ਕੰਮ ਹੋਏ। ਫਿਰ ਵੀ ਕਈ ਬੰਦੇ ਨੇ ਜਿਹੜੇ ਕਹਿੰਦੇ ਯਾਰ ਚੰਨੀ ਸਾਹਿਬ ਵਰਗਾ ਲੀਡਰ ਨਹੀਂ ਦੇਖਿਆ। ਬਾਦਲ ਸਾਹਿਬ ਦੀ ਸਰਕਾਰ ਸੀ। ਨਹੀਂ ਆਹ ਗੱਲ ਉਹ ਆ ਕੇ ਕਹਿੰਦੇ, ਆਹ ਗੱਲ ਤਾਂ ਕਈ ਕਹਿੰਦੇ ਫਿਰਦੇ, ਕਿਹੜੇ ਉਹ ਕਹਿੰਦੇ ਯਾਰ ਚੰਨੀ ਸਾਹਿਬ ਵਰਗਾ ਨਹੀਂ ਵੇਖਿਆ ਮੁੜ ਕੇ ਕਦੇ।
ਕਿਉਂਕਿ ਤੁਸੀਂ ਦੇਖੋ ਨਾ ਵੀ ਹੋਰ ਕੁਝ ਹੋਵੇ ਨਾ ਹੋਵੇ ਉਹਨਾਂ ਨੂੰ ਕੋਈ ਯਾਦ ਕਰੇ ਨਾ ਕਰੇ। ਪੰਜਾਬ 'ਚ ਕਈ ਲੋਕ ਨੇ ਜਿਹੜੇ ਯਾਦ ਕਰਦੇ ਉਹਨਾਂ ਨੂੰ। ਦੇਖੋ ਇੱਕ ਤੇ ਗੱਡੀ ਰੋਕ ਕੇ ਜਿਹਨਾਂ ਨੂੰ ਉਦੋਂ ਸ਼ਗਨ ਦਿੱਤਾ ਸੀ ਤੇ ਜਿਹਨਾਂ ਦਾ ਕਹਿੰਦੇ ਅਪਰਾਧ 'ਚੋਂ ਮੂੰਹ ਮਿੱਠਾ ਕਰਾਓ, ਉਹ ਜੋੜੀ ਨੇ ਕਿਤੇ ਭੁੱਲ ਜਾਣਾ। ਨਾ ਤੁਸੀਂ ਇਹ ਦੇਖੋ ਕਿ ਉਹ ਜਿਹੜਾ ਬਾਅਦ 'ਚ ਬੱਕਰੀ ਵਾਲਾ ਭਾਈ ਸੀ, ਆਹੋ, ਉਹਨੇ ਕਿਤੇ ਭੁੱਲ ਜਾਣਾ। ਨਹੀਂ ਉਹਨੇ ਤਾਂ ਕਾਹਦਾ ਭੁੱਲ ਜਾਣਾ ਉਹਨੂੰ। ਚਲੋ ਇੰਨਾ ਬੱਕਰੀ ਦੇ ਪੈਸੇ ਚੰਗੇ ਵੱਟੇ ਗਏ ਉਹਦੇ ਬਾਅਦ 'ਚ। ਫਿਰ ਹੋ ਸਕਦਾ ਕਿੰਨੇ ਨਿਆਣੇ ਨੇ ਜਿਹੜੇ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਦੇ ਸੀ, ਹੋ ਸਕਦਾ ਕਿ ਉਹ ਫੋਟੋ ਫੋਟੋ ਦੀ ਗੱਲ ਨਹੀਂ, ਮੰਨ ਲਓ ਕਿਤੇ ਖੜੇ ਆ ਕਹਿਣ ਜੀ ਉਹ ਜਾਣੀ ਹੋਰ ਕੋਈ ਬੰਦੇ ਵੀ ਤੇ ਉਹ ਮੁੰਡਾ ਨਹੀਂ ਸਿਆਣਿਆ, ਤੁਸੀਂ ਨਹੀਂ ਜਾਣਦੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਇਹਨਾਂ ਨਾਲ ਹੀ ਭੰਗੜਾ ਪਾਇਆ ਸੀ ਉਹਨਾਂ ਨੇ। ਆਹੋ, ਇਹ ਨਾਲ ਸੱਜੇ ਬੰਨੇ ਇਹ ਸੀ ਨਾਲ ਮੁੱਖ ਮੰਤਰੀ ਸਾਹਿਬ। ਜਿੱਧਰੋਂ ਜਾਣੀ ਉਹ ਝਾਫਾ ਕਰਦੇ ਹੱਥ ਜਿਹੜਾ ਉੱਪਰਲਾ ਉਧਰਲੇ ਪਾਸੇ ਮੁੰਡਾ ਸੀ ਜਾਣੀ ਚੇਤਾ ਨਹੀਂ ਭੁੱਲਣਾ। ਕਈਆਂ ਨੂੰ ਤੁਸੀਂ ਦੇਖੋ ਜਿਹਦਾ ਆਟੋ ਰਿਕਸ਼ਾ ਚਲਾਇਆ ਨਾ ਉਹਨੇ ਭੁੱਲਣਾ, ਨਾ ਰਿਕਸ਼ੇ ਨੇ ਭੁੱਲਣਾ। ਕਿੰਨੇ ਲੋਕ ਨੇ ਤੁਸੀਂ ਇਹ ਦੇਖੋ ਉਹਨਾਂ ਦੇ ਕੋਠੀ ਦੇ ਬਾਹਰ ਵੀ ਬੰਦੇ ਆਉਂਦੇ ਹੁੰਦੇ ਸੀ ਨਾ ਜਿਹਨਾਂ ਨੂੰ ਉਦੋਂ ਕੰਬਲ ਦਿੱਤੇ ਰਾਤ ਨੂੰ ਬਹਿ ਕੇ, ਉਹ ਕੰਬਲ ਕਿਤੇ ਉਹਨਾਂ ਥੋੜਾ ਚੇਤਾ ਭੁੱਲ। ਨਾ ਜੀ ਨਾ, ਉਹ ਜਾਣੀ ਹੁਣ ਬੰਦਾ ਕੰਬਲ ਛੱਡ ਜੂ, ਕੰਬਲ ਨੇ ਬੰਦਾ ਨਹੀਂ ਛੱਡਣਾ ਉਹ। ਹਾਂ ਨਾ, ਇਹ ਗੱਲ ਪੱਕੀ ਆ ਨਾ। ਪੱਕੀ। ਤੇ ਹੋ ਸਕਦਾ ਕਿ ਜਿਹਦੇ ਘਰੇ ਉਹ ਕੰਬਲ ਪਿਆ ਹੋਵੇ, ਉਹ ਬਜ਼ੁਰਗ ਹੋ ਜਾਵੇ, ਉਹ ਬੰਦਾ ਕਹੇ ਆ ਮੈਨੂੰ ਵੀ ਕੰਬਲ ਦੇ ਦਿਓ, ਉਹ ਕਹੇ ਆ ਲਓ ਕੰਬਲ, ਉਹ ਨਹੀਂ ਇਹ ਬਹੁਤ ਭਾਰਾ, ਇਹ ਤਾਂ ਰਾਤ ਨੂੰ ਇਹਦੇ ਥੱਲੇ ਤਾਂ ਸਾਹ ਨਹੀਂ ਆਉਂਦਾ, ਉਹ ਚੰਨੀ ਸਾਹਿਬ ਵਾਲਾ ਕੰਬਲ ਆ। ਚਲੋ ਸੰਧਵਾਲੀਆ ਸਾਹਿਬ ਬਾਦਲ ਸਾਹਿਬ ਦੀ ਵੀ ਗੱਲ ਕਰ ਲਾਂ, ਫਿਰ ਭਗਵੰਤ ਮਾਨ ਸਾਹਿਬ ਵੱਲ ਆਉਣਾ। ਮੇਰਾ ਖਿਆਲ ਹੈ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਉਹ ਵੀ ਕਰਦੇ ਸੀ। ਮੇਰਾ ਖਿਆਲ ਹੈ ਕਿ ਨੌਕਰੀਆਂ ਦੇਣ ਦੀ ਗੱਲ ਉਹ ਵੀ ਕਰਦੇ ਸੀ। ਜਾਣੀ ਇਹ ਸਾਰੀਆਂ ਧਿਰਾਂ ਨੇ, ਜਿਹੜੀਆਂ ਧਿਰਾਂ ਦੀਆਂ ਸਰਕਾਰਾਂ ਰਹੀਆਂ, ਵਾਅਦੇ ਕੀਤੇ ਪੂਰੇ ਨਹੀਂ 100% ਕਿਸੇ ਤੋਂ ਵੀ, ਪਰ ਫਿਰ ਵੀ ਪੰਜਾਬੀ ਜਿਹੜੇ ਉਹਨਾਂ ਦੇ ਵਰਕਰ ਨੇ ਡਟ ਕੇ ਖੜੇ ਆ, ਕਹਿੰਦੇ ਸਾਡੇ ਲੀਡਰ ਸਿਰੇ ਦੇ ਲੀਡਰ ਹੈ, ਕੋਈ ਗਲਤੀ ਨਹੀਂ। ਹੁਣ 5-6 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਦੀ। ਬੀਬੀਆਂ ਨੂੰ 1000 ਰੁਪਈਆ ਦੇਣਾ ਸੀ, ਹੋਰ 20 ਕੁਛ ਗੱਲਾਂ ਸੀ, ਹਜੇ ਸਾਰੇ ਵਾਅਦੇ ਤਾਂ ਨਹੀਂ ਪੂਰੇ ਹੋਏ, ਪਰ ਫਿਰ ਵੀ ਉਹਨਾਂ ਦੇ ਸਮਰਥਕ ਕਹੀ ਜਾਂਦੇ ਆ ਯਾਰ ਕ੍ਰਾਂਤੀ ਤਾਂ ਇੱਥੇ ਆਈ ਆ, ਹੋਰ ਕਿਤੇ ਨਹੀਂ ਆਈ ਸੀ। ਯਾਨੀ ਕਿ ਇਹ ਆਪਣੇ ਆਪ ਦੇ ਵਿੱਚ ਤਾਂ ਯਾਨੀ ਭਰੋਸੇਯੋਗਤਾ ਹੀ ਹੋ ਗਈ ਨਾ ਕਿ ਭਾਈ ਅਸੀਂ ਨਹੀਂ ਸਾਥ ਦੇਣਾ, ਜਿਹਨਾਂ ਖੜ ਗਿਆ ਭਾਵੇਂ ਘਿਓ ਦਾ ਘੜਾ ਡੁੱਲ ਜਾਏ। ਵੇਖੋ ਗੱਲ ਇਹ ਆ ਵੀ ਇੱਕ ਲਿਸਟ ਆਈ ਆ, 10 ਕੁ ਬੰਦੇ ਨੇ ਉਹਦੇ ਚੇਅਰਮੈਨ। ਹੁਣ ਜੇ ਤੁਸੀਂ ਉਹਨਾਂ ਨੂੰ ਆਖੋ ਵੀ ਉਹ ਆਖਣ ਵੀ ਹਾਂ ਵੀ ਕੁਛ ਨਹੀਂ ਤਰੱਕੀ ਹੋਈ, ਲੈ ਦੱਸ ਹੱਦ ਹੋ ਗਈ। ਹੁਣ ਗਾਂ ਇਹ ਤਾਂ ਇਸ਼ਾਰਾ ਹੁੰਦਾ ਵੀ ਹਾਂਜੀ ਜਿਹੜੇ ਬੰਦੇ ਨਾਲ ਖੜੇ ਨੇ, ਵਰਕਰ ਖਲੋਤੇ ਨੇ, ਉਹ ਕਹਿੰਦੇ ਵੀ 4-5 ਮਹੀਨਿਆਂ 'ਚ ਆਹ ਬੰਦੇ ਐਡਜਸਟ ਹੋਣ ਲੱਗ ਪਏ। ਪਿਛਲੇ ਦਿਨ ਕੁਝ ਬੰਦਿਆਂ ਨੂੰ ਕੈਬਨਿਟ ਰੈਂਕ ਵੀ ਮਿਲਿਆ ਸੀਗਾ। ਹੁਣ ਉਹ ਕਿਤੇ ਇਹ ਨਹੀਂ ਕਹਿਣਗੇ ਵੀ ਮਾਰਾ ਵੀ ਪਹਿਰਾ ਦਿਆਂਗੇ ਠੋਕ ਕੇ, ਨਹੀਂ ਉਹ ਤਾਂ ਕਹਿਣ। ਮੈਂ ਤਾਂ ਕਹਿ ਰਿਹਾ ਵੀ ਦੇਖੋ ਉਹ ਜਿਹੜੇ ਬੰਦੇ ਹੁੰਦੇ ਉਹ ਉਹੀ ਗੱਲ, ਉਹ ਕਹਿੰਦੇ ਵੀ ਕਾਨੂੰਨ ਨੇੜੇ ਕਿ ਫੋਨ। ਉਹ ਜਿਹੜੇ ਬੰਦਿਆਂ ਦਾ ਫੋਨ ਨੇੜੇ ਹੁੰਦਾ ਨਾ, ਇਸ ਕਰਕੇ ਉਹਨਾਂ ਨੂੰ ਹੁੰਦਾ ਵੀ ਭਾਈ ਸਾਹਿਬ ਵੀ ਆਪਾਂ ਇਹਨਾਂ ਦੇ ਨਾਲ ਹੀ ਆ, ਬਾਕੀ ਗੱਲਾਂ ਬਾਅਦ ਦੀਆਂ। ਮੈਂ ਤਾਂ ਕਹਿੰਦਾ ਕਿ ਜਿਹੜੇ ਸਾਰੇ ਲੀਡਰ ਨੇ ਪਿੰਡ ਪੱਧਰ ਤੇ ਦੀ ਗੱਲ ਕਰਦਾ, ਜਿਹੜੇ ਹੁੰਦੇ ਨਾ ਕਿ ਸਰਕਲ ਦੇ ਜੁਆਇੰਟ ਸੈਕਟਰੀ, ਇੱਦਾਂ ਕੁਛ, ਤੁਸੀਂ ਇਹ ਦੇਖੋ, ਮੈਂ ਕਹਿੰਦਾ ਉਹ ਸਾਰੇ ਹੁਣ ਸੋਚਣ ਵਿਚਾਰ ਨਾਮ ਲੋਕ ਜਿਹੜੇ ਲੀਡਰਾਂ ਪਿੱਛੇ ਖੜਦੇ ਆ। ਸੀ ਨਹੀਂ ਕਹਿੰਦੇ ਨਾ ਖੜੋ। ਕੈਪਟਨ ਸਾਹਿਬ ਪਿਛਲੇ ਦਿਨੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਗਿਆ ਸੀ। ਪੰਜਾਬ ਲੋਕ ਕਾਂਗਰਸ ਦੇ ਉਹ ਕਰਤਾ ਧਰਤਾ ਨੇ, ਉਹਨਾਂ ਨੇ ਮੇਰੇ ਖਿਆਲ 27-28 ਬੰਦੇ ਤੋਂ ਉਹਨਾਂ ਵੱਲੋਂ ਇਲੈਕਸ਼ਨ ਲੜੇ ਸੀ ਨਾ, ਵੋਟਾਂ ਵੀ ਦੋ ਝੋਨੇ ਚੰਗੀਆਂ ਲਈਆਂ ਸੀ। ਪਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਗਿਆ, ਮੇਰੇ ਖਿਆਲ ਯੁਵਰਾਜ ਰਾਣਿੰਦਰ ਸਿੰਘ ਹੋਰੀ ਨਾਲ ਸੀਗੇ, ਬਾਕੀ ਜਾਨੀ ਵੈਸੇ ਨਹੀਂ ਮੇਰੀ ਇਹ ਵਾਰ ਸਾਹਿਬ ਲੜਾਉਣ ਵਾਲੀਆਂ ਗੱਲਾਂ। ਮੈਂ ਨਹੀਂ ਲੜਾਉਂਦਾ, ਮੈਂ ਅੱਗੇ ਵੀ ਦੱਸਦਾ, ਇਹ ਸਿੱਧੀ ਲੜਾਉਣ ਵਾਲੀ ਗੱਲ, ਸਿੱਧੀ ਲੜਾਉਣਾ। ਇਹ ਤੇ ਉਹ ਗੱਲ ਹੁੰਦੀ ਵੀ ਜਦੋਂ ਸਾਹਮਣੇ ਮਿਲਣੀ ਹੁੰਦੀ ਨਾ, ਪਿੱਛੇ ਇੱਕ ਬੰਦਾ ਖਲੋਤਾ ਹੁੰਦਾ, ਚਾਚਾ ਤੇਰੀ ਮਿਲਣੀ ਨਹੀਂ ਕਰਾਈ ਹੈ, ਬਣਦੀ ਤਾਂ ਤੇਰੀ ਸੀ। ਆਹੋ ਹੈ ਕਿਆ ਤਾਂ ਹੈਗਾ ਉਹਨਾਂ ਨੇ ਉੱਥੇ ਵੀ ਚਾਚੇ ਦੀ ਮਿਲਣੀ, ਤੇ ਇਹ ਤਾਂ ਦੂਰੋਂ ਨੇੜਿਓਂ ਲੱਗਦੇ ਰਿਸ਼ਤੇਦਾਰ। ਤੁਸੀਂ ਹੋਰ ਦੇਖੋ, ਜਦੋਂ ਅਕਾਲੀ ਦਲ ਤੇ ਭਾਜਪਾ ਵਾਲਿਆਂ ਦੀ ਸਰਕਾਰ ਸੀ, ਉਸ ਵੇਲੇ ਵੀ ਟੱਬਰਾਂ ਦੇ ਵਿੱਚ ਟਿਕਟਾਂ ਵੰਡ ਹੁੰਦੀਆਂ ਸੀ। ਅਕਾਲੀ ਦਲ ਦੇ ਕਿਹੜਾ ਵਰਕਰ ਨਹੀਂ ਸੀ। ਆਮ ਆਦਮੀ ਪਾਰਟੀਆਂ ਰਾਜ ਸਭਾ ਦੇ ਵਿੱਚ ਬੰਦੇ ਭੇਜੇ ਆ। ਜਾਣੀ ਅਸੀਂ ਤਾਂ ਕਹਿੰਦੇ ਕਿ ਖੜੋ, ਪਾਰਟੀਆਂ 'ਚ ਸਰਗਰਮ ਹੋਵੋ, ਰਾਜਨੀਤੀ ਲੋਕਾਂ ਦੇ ਨਾਲ ਹੀ ਹੈ। ਪਰ ਜਿੱਥੇ ਤੁਹਾਡੀ ਧਿਰ, ਭਾਵੇਂ ਤੁਸੀਂ ਆਪ ਦੇ ਹੋ, ਭਾਵੇਂ ਭਾਜਪਾ ਦੇ, ਅਕਾਲੀ ਦਲ ਦੇ, ਕਾਂਗਰਸ ਦੇ, ਜਿੱਥੇ ਗਲਤ ਲੱਗਦੀ ਆ ਪਾਰਟੀ, ਆਪਦੀ ਪਾਰਟੀ ਨੂੰ ਵੀ ਗਲਤ ਕਹੋ। ਜਿੱਥੇ ਦੂਜੇ ਵਿਰੋਧੀ ਵੀ ਸਹੀ ਲੱਗਦੇ ਆ, ਉੱਥੇ ਉਹਨਾਂ ਦੇ ਫਿੱਟ ਥਾਪੜੋ, ਭਾਈ ਤੁਸੀਂ ਚੱਜ ਦਾ ਕੰਮ ਕੀਤਾ। ਨਹੀਂ ਮਤਲਬ ਜੇ ਤੇ ਇਦਾਂ ਦੀ ਰਾਜਨੀਤੀ ਆਪਾਂ ਕਰਨ ਦੀ ਆਦਤ ਪਾ ਲਈਏ ਨਾ, ਤਾਂ ਫਿਰ ਬਹੁਤ ਕੁਛ ਹੋ ਸਕਦਾ। ਮੁਸ਼ਕਿਲ ਸਿਰਫ ਇਹੋ ਆਉਂਦੀ ਆ ਵੀ ਜਦੋਂ ਇੱਕ ਧਿਰ ਨੂੰ ਪਤਾ ਵੀ ਹੁੰਦਾ, ਉਹਦੇ ਨਾਲ ਦੇ ਨੂੰ ਪਤਾ ਹੁੰਦਾ ਵੀ ਸਾਡਾ ਲੀਡਰ ਗਲਤੀ, ਉਹ ਕਹਿੰਦਾ ਯਾਰ ਹੁਣ ਹੈਗਾ ਤੇ ਹੈ ਗਲਤ, ਹੁਣ ਫਿਰ ਇਹਦਾ ਛੱਡ ਥੋੜ੍ਹਾ ਦਿਆਂਗੇ ਸਾਥ, ਹੁਣ ਫਿਰ ਨਾਲ ਤੇ ਖਲੋਣਾ ਹੀ ਪੈਣਾ, ਚੱਲ ਵੇਖਦੇ ਹਾਂ ਨਿਭ ਕੇ, ਜਿੱਥੇ ਹੁਣ ਜੇ ਫਸ ਗਏ, ਜੇ ਨਿਕਲ ਗਏ। ਉਹ ਜਿਹੜਾ ਐਟੀਟਿਊਡ ਹੈ, ਮੈਨੂੰ ਲੱਗਦਾ ਹੁੰਦਾ ਵੀ ਜੇ ਆਪਾਂ ਆਪ ਖੁਦ ਉਹਨਾਂ ਥਾਵਾਂ ਦੇ ਵਿੱਚ ਜਾ ਕੇ ਕਹਿੰਦੇ ਵੀ ਸਿਆਸਤ ਪਹਿਲਾਂ ਤੇ ਸੱਚਾਈ ਬਾਅਦ 'ਚ, ਤੇ ਫਿਰ ਆਪਾਂ ਬਾਕੀ ਚੀਜ਼ਾਂ ਦੇ ਵਿੱਚ ਜਦੋਂ ਜਾ ਕੇ ਚਲੇ ਜਾਂਦੇ, ਯਾਰ ਸਾਡੇ ਪਤਾ ਨਹੀਂ ਕੋਈ ਹਾਲ ਨਹੀਂ, ਆਹ ਵੀ ਨਹੀਂ ਠੀਕ, ਉਹ ਕਿੱਥੋਂ ਠੀਕ ਹੋ ਜਾਊਗਾ। ਸੰਧਵਾਲੀਆ ਸਾਹਿਬ, ਕਿਉਂਕਿ ਆਪਾਂ ਖੁਦ ਹੀ ਚੂਜ਼ ਨਹੀਂ ਕਰਦੇ। ਰੌਲਾ ਇਹੀ ਆ। ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ, ਇੱਕ ਦਾ ਜਵਾਬ ਦੇਵਾਂਗਾ ਮੈਂ। ਇੱਕ ਦਾ ਮੈਂ ਦੱਸ ਮਾਰਾ, ਮੈਂ ਕਿਤੇ ਤੁਹਾਨੂੰ ਪੈਸੇ ਦੇ ਕੇ ਸਵਾਲ ਪੁੱਛਵਾਉਣਾ, ਅੱਗੇ ਕਰੀ ਰੌਲਾ ਪਿਆ ਸੀ। ਦੂਜੇ ਦੀ ਪੇਮੈਂਟ ਨਹੀਂ ਹੋਈ, ਇੱਕ ਦਾ ਹੀ ਜਵਾਬ ਦੇਵਾਂਗਾ। ਦੇਖੋ ਮੈਨੂੰ ਜੇ ਕੋਈ ਪੁੱਛੇ ਨਾ, ਮੈਂ ਗੋਭੀ ਦਾ ਭਾਅ ਦੱਸ ਦੂੰਗਾ,
ਮੈਨੂੰ ਕੋਈ ਪੁੱਛੇ ਮੈਂ ਤੋਰੀਆਂ ਦਾ, ਕੱਦੂ ਦਾ, ਵੱਡ ਦਾ ਮੈਂ ਦੱਸ ਦੂੰਗਾ, ਭਾਅ ਸਾਗ ਦਾ ਵੀ ਦੱਸ ਦੂੰਗਾ, ਗਾਜਰਾਂ ਦਾ ਵੀ ਦੱਸ ਦੂੰਗਾ। ਮੈਂ ਸਿਰਫ ਤੁਹਾਨੂੰ ਸਵਾਲ ਪੁੱਛਣਾ ਕਿ ਆਮ ਜਿਹੜਾ 4-5 ਜੀਆਂ ਦਾ ਪਰਿਵਾਰ ਹੈ, ਉਹਨਾਂ ਨੇ ਇੱਕ ਵਾਰੀ ਪਨੀਰ ਬਣਾਉਣਾ ਹੋਵੇ ਤਾਂ ਕਿੰਨਾ ਕੁ ਲਿਆਈਦਾ? ਅੱਧਾ ਕਿਲੋ, ਪਾਈਆ, ਕਿਲੋ, ਕਿੰਨਾ ਕੁ ਲੱਗਦਾ ਹੁੰਦਾ? ਗੱਲ ਗਾਂ ਦੀ ਹੈ। ਨਹੀਂ 4-5 ਜੀਆਂ ਦੇ ਪਰਿਵਾਰ ਨੇ ਹਾਂਜੀ ਪਨੀਰ ਬਣਾਉਣਾ? ਹਾਂਜੀ ਯਾਰ ਰਹਿਣ ਦਿਓ, ਮਹਿੰਗਾਈ ਅੱਗੇ ਬੜੀ। ਨਹੀਂ ਵੈਸੇ ਤਾਂ ਆਲੂ ਮਟਰ ਬਣਾਓ ਵੀਰ। ਨਹੀਂ ਬਈ ਥੋੜਾ ਪਨੀਰ ਵੀ ਪਾਣਾ ਹੈ। ਉਹਨੇ ਨਹੀਂ ਰਹਿਣ ਦੇ, ਛੱਡੋ ਕਿਹੜਾ ਬਹੁਤੀ ਗੱਲ। ਤੇ ਰਾਤ ਦਾ ਕੋਈ ਦੁੱਧ ਵਧਿਆ ਉਹਨੂੰ ਨਿੰਬੂ ਨੂੰਬੂ ਲਾ ਲਓ, ਕੋਈ ਖੱਟਾ ਖੋਟਾ ਲਾ ਲਓ। ਪਾਈਆ ਕਿੰਨਾ ਸਰ ਜਾਂਦਾ ਹੁੰਦਾ? ਪਾਈਆ ਤਾਂ ਜ਼ਿਆਦਾ ਯਾਰ, ਪਾਈਆ ਅੱਧ ਪਾਣੇ ਵੀ ਸਰ ਜਾਣਾ। ਅੱਧ ਕਪਾ ਨਾ ਸਾਰੀ ਜਣੇ, ਟੁਕੜੀ ਪਾਉਣਾ ਉੱਥੇ, ਭੁਰਜੀ ਥੋੜਾ ਬਣਾਉਣੀ। ਮੈਂ ਤੁਹਾਨੂੰ ਇਸ ਕਰਕੇ ਪੁੱਛਣ ਲੱਗਿਆ, ਜਿਹੜਾ ਸਾਡਾ ਭਾਰਤ ਮਹਾਨ ਆ ਨਾ, ਰਾਹੁਲ ਗਾਂਧੀ ਸਾਹਿਬ ਕਹਿੰਦੇ ਜੀ ਮੈਂ ਬਹੁਤ ਵਧੀਆ ਤਾਂ ਮੈਨੂੰ ਵੋਟਾਂ ਪਾਓ। ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਜੀ ਅਸੀਂ ਸਭ ਕੁਝ ਦਰੁਸਤ ਕਰ ਦਿੱਤਾ। ਬਾਕੀ ਧਿਰਾਂ ਵੀ ਕਈ ਨੇ। ਪੂਨੇ ਸ਼ਹਿਰ ਦਾ ਤਾਂ ਸਾਰਿਆਂ ਨੂੰ ਪਤਾ ਹੈ। ਉੱਥੋਂ ਅਫਸਰਾਂ ਨੇ ਰੇਡ ਕੀਤੀ, ਪਤਾ ਲੱਗਾ ਸੀ ਕਿ ਪਨੀਰ ਬਣਦਾ ਹੀ 2 ਨੰਬਰ ਦੇ ਵਿੱਚ, ਨਕਲੀ, ਜਾਲੀ ਜਿਹਾ, ਲੋਕਾਂ ਦੀ ਸਿਹਤ ਨੂੰ ਖਰਾਬ ਕਰਨ ਵਾਲਾ। ਕਿਲੋ ਨਹੀਂ, 2 ਕਿਲੋ ਨਹੀਂ, 50 ਕਿਲੋ ਨਹੀਂ, 100 ਕਿਲੋ ਨਹੀਂ, 150 ਕਿਲੋ ਨਹੀਂ, 500 ਕਿਲੋ ਨਹੀਂ, 600 ਕਿਲੋ ਨਹੀਂ, 900 ਕਿਲੋ ਪਨੀਰ। ਓਹੋ, ਮੈਂ ਅੰਦਾਜ਼ਾ ਤਾਂ ਲਾਉਂਦਾ ਵੀ ਜੇ ਅੱਧ ਪਾਈਆ ਨਾ ਸਰਦਾ ਤਾਂ 1 ਕਿਲੋ ਦੇ ਵਿੱਚ 4 ਪਰਿਵਾਰਾਂ ਕੋਲ ਚਲੇ ਗਿਆ। ਜੇ 5-5 ਜੀ ਆ ਤੇ 20 ਜੀਆਂ ਦੇ ਕੋਲੇ ਚਲੇ ਗਿਆ। ਤਾਂ ਜੇ ਉਹ ਕੈਮੀਕਲ ਨਾ ਬਣਾਇਆ ਕੋਈ, ਜਾਣੀ 900 ਕਿਲੋ ਇਕੱਲੇ ਬੰਦੇ ਨੇ ਤਾਂ ਬਣਾ ਨਹੀਂ ਲਿਆ, 5-7-10 ਲੱਗੇ ਹੋਣਗੇ ਤੇ ਪਤਾ ਨਹੀਂ ਕਿੰਨੇ 900 ਕਿਲੋ ਰੋਜ਼ ਕਿੱਥੇ ਦੇਸ਼ 'ਚ ਸਪਲਾਈ ਹੋਈ ਜਾਂਦਾ ਹੋਣਾ। ਦੇਖੋ ਤਾਂ ਜਿਹੜੇ ਪਨੀਰ ਨੂੰ ਕਹਿੰਦੇ ਆ ਪਨੀਰ ਪਾਈ ਮਾੜਾ ਜਿਹਾ, ਬਜ਼ੁਰਗ ਵੀ ਕਹਿੰਦੇ ਆ ਪੋਲਾ ਜਿਹਾ ਖਾ ਜਾਂਦਾ। ਅੱਛਾ, ਨਹੀਂ ਇਹੋ ਜਿਹਾ ਪਹਿਲਾਂ ਖਾ ਲੈਣਾ ਤੇ ਮੁੜ ਕੇ ਕਿਸੇ ਵੇਲੇ ਨਾ ਉਹ ਪਹਿਲਾਂ ਤਾਂ ਇਧਰਲੀਆਂ ਦਾੜਾਂ 'ਚ ਐ ਕਿਚ ਫੇਰ ਇਧਰਲੇ ਪਾਸੇ ਕਿਚ ਰਬੜ ਜੀ, ਆਹੋ ਆਖਣਾ ਰਬੜ ਜੀ ਆਂਗੂ ਆ, ਘੁਲਦਾ ਘਲਦਾ ਜਿਹਾ ਨਹੀਂ ਹੈ ਨਾ। ਬਾਅਦ 'ਚ ਦੇਖੋ ਹੁਣ ਗੱਲ ਇਹ ਆ ਵੀ ਇਹ ਜਿਹੜੇ ਬੰਦੇ ਤੇ ਸਾਰਾ ਕੰਮ ਕਰਦੇ ਆ, ਹੁਣ ਜਾਂ ਤੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ ਤੇ ਹੋ ਸਕਦਾ ਵੀ ਉਹ ਮੁੰਦੀਆਂ ਛੱਲੇ ਉਹਨੇ ਵੀ ਪਾਈਆਂ ਹੋਣ ਤੇ ਉਹ ਜਿੱਥੇ ਵੀ ਕੋਈ ਦੁਕਾਨ ਹੋਵੇ ਉਹਦੇ ਲਾਗੇ ਕੋਈ ਧੂਫ ਬੱਤੀ ਕਰਨ ਨੂੰ ਵੀ ਜਗ੍ਹਾ ਬਣਾਈ ਹੋਵੇ, ਜਿਹੜੇ ਵੀ ਬਾਬੇ ਨੂੰ ਅਗਲਾ ਬੰਦਾ ਮੰਨਦਾ ਹੋਵੇ, ਉੱਥੇ ਤੈਨੂੰ ਲੱਗਣਾ ਵੀ ਹਾਂ ਭਾਈ ਸਾਹਿਬ ਵੀ ਮੇਰੇ ਨਾਲ ਦਾ ਧਾਰਮਿਕ ਕੋਈ ਨਹੀਂ। ਅੰਦਰ ਜਿਹੜਾ ਕਾਰੋਬਾਰ ਚੱਲਦਾ ਉਹ ਤੁਸੀਂ ਦੱਸ ਹੀ ਹਟੇ ਵੀ ਕਿਹੋ ਜਿਹਾ ਚੱਲਦਾ। ਹੁਣ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਜਾਂ ਤਾਂ ਉਹ ਜਿਹੜੀ ਸ਼ਰਧਾ ਉਹਦੀ ਉੱਥੇ ਕਿ ਜੇ ਆ, ਉਹਨੇ ਬਾਬੇ ਨਾਲ ਵੀ ਸੈਟਿੰਗ ਇੱਦਾਂ ਇਹਦੀ ਕੀਤੀ ਵੀ ਬਾਬਾ ਜੀ ਇੰਨਾ ਕੁ ਫਿਰ ਹੁਣ ਚੱਲਦਾ ਹੀ ਆ, ਜਾਂ ਤਾਂ ਤੁਸੀਂ ਇਹ ਮੰਨ ਲਓ। ਤੇ ਜੇ ਤੁਸੀਂ ਉਹ ਕਾਰੋਬਾਰ ਕਰਨਾ ਫਿਰ ਤੁਸੀਂ ਧੂਫ ਬੱਤੀ ਵਾਲਾ ਕੰਮ ਛੱਡ ਦਿਓ। ਨਹੀਂ ਅਗਲੇ ਤਾਂ ਕਹਿੰਦੇ ਆ ਕਿ ਕੋਈ ਗੱਲ ਨਹੀਂ। ਹੁਣ ਮੈਂ ਗੱਲ ਤੁਹਾਨੂੰ ਕਈ ਵਾਰੀ ਸੁਣਾਈ ਆ, ਕਈ ਵਾਰੀ ਬੰਦੇ ਹੁੰਦੇ ਨਾ ਕਿ ਉਹ ਫਾਰਮੈਲਿਟੀਆਂ ਕਰਦੇ ਆ ਹੋਰ ਤਰੀਕੇ ਦੇ ਨਾਲ। ਮੈਂ ਨਹੀਂ ਕਹਿੰਦਾ, ਕੁਛ ਉਹਨੇ ਫੋਟੋ ਲਾਈਆਂ ਇੱਦਾਂ ਹੀ ਜਿੱਥੇ ਉਹ ਤੇ ਅੰਦਰ ਵੜ ਗਿਆ, ਪੌੜੀਆਂ ਚੜ੍ਹ ਕੇ, ਛੋਟਾ ਜਿਹਾ ਕਮਰਾ ਸੀ ਤੇ ਉਹ ਐ ਨਾ ਗੱਤਾ ਫੜਿਆ ਉਹਨੇ ਤਾਂ ਧੂਫ ਫੋਟੋ ਜੜਿਆ। ਬਾਬਾ ਧੂਫ ਨਾ ਤੇਰੀਆਂ ਨਾਸਾਂ ਬੰਦ ਕਰਦਾ, ਇਹ 2-4 ਪ੍ਰੋਗਰਾਮ ਲਿਆ ਫਿਰ। ਹੁਣ ਏਦਾਂ ਬਾਬਾ ਕਿੰਨੇ ਆਹ ਨਹੀਂ ਗੱਲ ਤੇ ਉਹੀ ਆ ਨਾ, ਇਹ ਉਹ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਸੁਧਾਰਨ ਦੀ ਲੋੜ ਆ। ਹੁਣ ਜੇ ਤੇ ਬੰਦਾ ਆਪਣੇ ਅੰਦਰ ਝਾਤੀ ਮਾਰ ਲਵੇ ਤੇ ਉਹਨੂੰ ਆਪਣੇ ਅੰਦਰ ਕਈ ਖੋਟਾਂ ਲੱਭ ਪੈਣੀਆਂ ਜੀ। ਤੇ ਜੇ ਉਹਨਾਂ ਖੋਟਾਂ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਮੇਰੇ 'ਚ ਹੈਗੀਆਂ, ਨਾਲ ਦੇ 'ਚ ਹੈਗੀਆਂ, ਉਦੋਂ ਅਗਲੇ 'ਚ ਹੈਗੀਆਂ, ਗੁਆਂਢੀਆਂ ਦੇ ਹੈਗੀਆਂ, ਤੀਜੇ ਚੌਥੇ ਗੁਆਂਢੀ ਦੇ ਹੈਗੀਆਂ, ਜੇ ਸਾਰਿਆਂ ਦੇ ਆਪਣੇ ਖੋਟ ਆ ਤੇ ਬਾਅਦ ਦੇ ਵਿੱਚ ਜਦੋਂ ਆਪਾਂ ਇਹ ਸਵਾਲ ਪੁੱਛਦੇ ਯਾਰ ਸਾਰਾ ਕੁਝ ਦਰੁਸਤ ਕਿਉਂ ਨਹੀਂ ਹੈ, ਤੇ ਫਿਰ ਉਹ ਦਰੁਸਤ ਤਾਂ ਨਹੀਂ ਹੈ ਕਿਉਂਕਿ ਖੋਟ ਆਪਣੇ ਘਰੋਂ ਸ਼ੁਰੂ ਹੁੰਦੀ ਹੈ। ਸੋ ਉਹਨੂੰ ਆਪਾਂ ਨੂੰ ਕਿਤੇ ਨਾ ਕਿਤੇ ਦਰੁਸਤ ਕਰਨਾ ਪੈਣਾ। ਇੱਕ ਬੇਨਤੀ ਹੋਰ, ਖਬਰਾਂ ਲਈ ਚੱਲਦੇ ਆ। ਮੈਨੂੰ ਪਤਾ ਹੈ ਤੁਸੀਂ ਆਏ ਆ ਜੇ ਹੱਥ ਮਾਰਿਆ ਨਹੀਂ, ਮੈਂ ਮੇਰੇ ਨਾਲ ਖੋਟ ਦਿਮਾਗ 'ਚ ਆ ਗਈ। ਖੋਟ ਨਹੀਂ, ਸਾਨੂੰ ਪਤਾ ਹੈਗੀ। ਮੈਂ ਕਿਹਾ ਵੀ ਹੁਣ ਖਬਰਾਂ ਕਰ ਲਈ ਵਾਹ। ਮੈਂ ਸਿਰਫ ਤੁਹਾਨੂੰ ਇਹ ਪੁੱਛਣਾ ਸੀ ਵੀ ਇਹ 2 ਨੰਬਰ ਵਾਲੇ ਪਨੀਰ 'ਚੋਂ ਵਾਹਵਾ ਬਚਦੇ ਆ। ਯਾਰ ਕਦੀ ਬਣਾਇਆ ਨਹੀਂ। ਨਹੀਂ ਮੈਨੂੰ ਤੁਸੀਂ ਬਣਾਉਣਾ ਨਹੀਂ ਹੁੰਦਾ, ਤੁਸੀਂ ਵਿੱਚੋਂ ਹਿੱਸਾ ਲੈਣਾ ਹੁੰਦਾ। ਮੈਨੂੰ 1 ਨੰਬਰ ਵਾਲਾ ਨਹੀਂ ਬਣਾਉਣਾ, 2 ਵਾਲਾ ਮੈਂ ਕਿੱਥੋਂ ਬਣਾਉਣਾ। ਅੱਛਾ ਸੰਧਾਲੀਆ ਸਾਹਿਬ, ਮੈਂ ਵੈਸੇ ਇੱਕ ਗੱਲ ਤੁਸੀਂ ਇਹ ਨੋਟ ਕਰੋ ਵੀ ਅੱਗੇ ਆਪਾਂ ਨੂੰ ਵੀਡੀਓ 'ਚ ਆਉਂਦੀਆਂ ਫਲਾਨਿਆਂ ਨੇ ਇਹਦੀ ਚਾਈਨਾ ਵਾਲਿਆਂ ਨੇ ਚੌਲ ਬਣਾ ਦੇ ਪਲਾਸਟਿਕ ਦੇ, ਉਹ ਇਹਦੇ ਚਾਈਨਾ ਵਾਲਿਆਂ ਨੇ ਆਂਡਾ ਬਣਾਦਾ, ਇਹਦਾ ਗੋਭੀ ਬਣਾ ਦੀ। ਉਹ ਯਾਰ ਜੇ ਅਗਲੇ ਬੰਦੇ ਥੋੜ੍ਹੀ ਜਿਹੀ ਵੱਧ ਤਰੱਕੀ ਕਰੀ ਜਾਂਦੇ ਨੇ ਤੁਸੀਂ ਉਹਨਾਂ ਤੋਂ ਹੈਰਾਨ ਕਿਉਂ ਹੁੰਦੇ ਹੋ? ਆਪਣੇ ਵਾਲਾ ਕਿਹੜਾ ਘੱਟ ਕਰਦੇ ਨੇ? ਹੁਣ ਜੇ ਦੁੱਧ ਕੈਮੀਕਲ ਤੋਂ ਬਣਾਈ ਜਾਂਦੇ, ਪਨੀਰ ਕੈਮੀਕਲ ਤੋਂ ਬਣਾਈ ਜਾਂਦੇ, ਹੋਰ ਪਤਾ ਨਹੀਂ ਕੀ ਕੁਛ ਬਣਾਈ ਜਾਂਦੇ ਕੈਮੀਕਲ ਤੋਂ, ਹਟਦੇ ਤੇ ਆਪਾਂ ਵੀ ਨਹੀਂ। ਦੇਖੋ ਸੰਧਾਲੀਆ ਸਾਹਿਬ, ਜੋ ਤੁਸੀਂ ਕਿਹਾ ਨਾ ਕਿ ਉਹ ਇਹ ਤੋਂ ਚੌਲ ਬਣਾਈ ਜਾਂਦੇ ਆ, ਮੈਂ ਸੋਚਦਾ ਯਾਰ ਬੰਦੇ ਕਮਾਲ ਨੇ, ਉਹ ਉਹਨਾਂ ਦੇ ਕੋਲ ਦਿਮਾਗ ਹੈਗਾ। ਅੱਗੇ ਪਤੰਗ ਬਣਾਉਂਦੇ ਹੁੰਦੇ ਸੀ ਨਿਆਣੇ, ਫਿਰ ਤਾਂ ਪਤੰਗ ਕਈ ਤਰ੍ਹਾਂ ਦੇ ਬਾਜ਼ਾਰੋਂ ਆਉਣ ਲੱਗ ਪਏ ਨਾ। ਅੱਗੇ ਅਖਬਾਰ ਲੱਭਣੀ, ਪਹਿਲਾਂ ਲੇਟੀ ਨਾਲ ਪਤੰਗ ਬਣਾਉਣਾ, ਉਹ ਭਾਰਾ ਹੀ ਕਈ ਵਾਰੀ ਬਹੁਤ ਹੋ ਜਾਣਾ, ਮਸੀਂ ਚੜ੍ਹਨਾ। ਫਿਰ ਕਈ ਵਾਰੀ ਨਾ ਹਵਾ ਜ਼ਿਆਦਾ ਹੋਣੀ, ਘੁੰਮ ਜਾਣਾ। ਫਿਰ ਕਹਿੰਦਾ ਪੂਛ ਲਾਉਣੇ ਆ, ਪੂਛ। ਮੇਰੇ ਤੋਂ ਤਾਂ ਕਦੀ ਪੂਛ ਵੀ ਨਹੀਂ ਸੀ ਲੱਗੀ ਸਕਦੀ। ਅਗਲੇ ਪਲਾਸਟਿਕ ਦੇ ਚੌਲ ਬਣਾਉਂਦੇ। ਨਹੀਂ ਦੇਖ ਲਓ, ਅਸਲੀ ਜਿਹੜੀ ਪਤੰਗ ਚੜ੍ਹਦੇ ਹੁੰਦੇ ਨਾ, ਉਹ ਚੜ੍ਹਦੇ ਹੁੰਦੇ ਸੀ ਪਲਾਸਟਿਕ ਦੇ ਲਿਫਾਫੇ ਦੀ। ਉਹ ਹੈ ਤੇ ਪਹਿਲੀ ਗੱਲ ਤਾਂ ਓਡਾ ਲਿਫਾਫਾ ਲੱਭਣਾ ਔਖਾ ਹੁੰਦਾ। ਜੇ ਪੂਰਾ ਲੱਭ ਜਾਣਾ ਤੇ ਫਿਰ ਉਹਦੇ ਨਾਲ ਦਾ ਬੰਦਾ ਜਿਹਦੇ ਕੋਲੇ ਹੁਨਰ ਹੁੰਦਾ ਹੈ ਨਾ ਵੀ ਫਲਾਨਾ ਦਾ ਬਣਾ ਲੈਂਦਾ ਮੁੰਡਾ, ਉਹਦੇ ਕੋਲੇ ਲੈਣ ਲੱਗੇ ਨੇ ਵੀਰ ਬਣ ਕੇ ਬਣਾ ਦੇ ਯਾਰ, ਅੱਜ ਬਣਾ ਦੇ। ਉਹਨੇ ਕਹਿਣਾ ਠੀਕ ਆ, ਜੇ ਪਹਿਲਾਂ ਸ਼ੁਰੂ ਤੁਣ ਕੇ ਨਾ ਬਹੁਤ ਮਾਰੀ, ਇਹਦੀ ਤੀਲੀ ਨਿਕਲ ਜਾਣੀ ਏ।
ਤੇ ਚਲੋ ਸੋ ਕੁੱਲ ਮਿਲਾ ਕੇ ਇਹ ਆ ਵੀ ਕਾਰੀਗਰ ਆਪਾਂ ਬਥੇਰੇ ਆ, ਦਿਮਾਗ ਆਪਣੇ ਕੋਲ ਵੀ ਬਥੇਰਾ, ਪਰ ਜੇ ਆਪਾਂ ਨੂੰ ਸਿੱਧੇ ਬੰਨੇ ਲਾ ਲਈਏ ਫੇਰ ਜੀ ਉਹ ਨਾ ਦੇ ਲੀਡਰ ਸਾਹਿਬਾਨ ਲਾਉਂਦੇ ਨੇ, ਨਾ ਉਹਨਾਂ ਨੂੰ ਲਾਉਣ ਵਾਲੇ ਬੰਦੇ ਹੀ ਲਾਉਣ ਦਿੰਦੇ ਨੇ, ਤੇ ਨਾ ਫਿਰ ਮਤਲਬ ਜਿਹੜੇ ਪਿਛਲੇ ਪਾਸੇ ਹੁੰਦੇ ਵੀ ਪਹਿਰਾ ਦੇਂਗੇ ਠੋਕੇ, ਉਹ ਕਹਿੰਦੇ ਵੀਰ ਫਿਰ ਕੋਈ ਨਾ ਕੋਈ ਸਕੀਮ ਲਾਵਾਂਗੇ, ਠੋਕੇ ਏਡੀ ਕਿਹੜੀ ਗੱਲ ਆ। ਨਹੀਂ ਇੱਦਾਂ ਹੀ ਆ। ਪੰਜਾਬ ਦੇ ਵਿੱਚ ਨਾ ਇੱਕ ਬੀਬੀ ਜੀ ਦੀ ਵੀਡੀਓ ਬੜੀ ਚਰਚਾ ਦੇ ਵਿੱਚ ਹੈ। ਸੰਧਾਲੀਆ ਸਾਹਿਬ ਸਰਕਾਰ ਨੂੰ ਹੀ ਬੇਨਤੀ ਕਰਨੀ ਹੈ, ਠੀਕ ਹੈ ਸਰਕਾਰ ਦੇ ਨੁਮਾਇੰਦੇ ਕਹਿੰਦੇ ਜੀ ਮਹੀਨੇ ਅਜੇ 6 ਹੋਏ ਆ, ਖਰਾਬੀ ਬਹੁਤ ਹੋ ਗਈ ਸੀ, ਮੰਨਿਆ। ਪਾਰਟੀਆਂ ਦੇ ਨੁਮਾਇੰਦੇ ਛੋਟੇ ਵਰਕਰ ਵੀ ਕਹਿੰਦੇ ਯਾਰ ਟਾਈਮ ਤਾਂ ਦਿਓ, ਠੀਕ ਹੈ, ਪਰ ਬੀਬੀ ਦੀ ਵੀਡੀਓ ਅਸੀਂ ਦੇਖ ਕੇ ਰਿਹਾ ਨਹੀਂ ਗਿਆ। ਉਹ ਬੀਬੀ ਹਾਲ ਪਾ ਰਿਹਾ ਕੀਤੀ ਉਹਨੇ ਬਾਬਾ, ਉਹ ਬੀਬੀ ਪਿੱਟੇ ਇੱਕ ਤਰ੍ਹਾਂ ਦੇ ਨਾਲ। ਉਹ ਕਹਿੰਦੀ ਸੀ ਕਿ ਫੜ ਲਓ ਨਸ਼ੇ ਵਾਲੇ, ਫੜ ਲਓ। ਮੈਂ ਕਹਿੰਦੀ ਅਸੀਂ ਦਿੰਨੇ ਆ ਦਰਖਾਸਤਾਂ, ਸਾਨੂੰ ਕਹਿੰਦੇ ਆਪ ਫੜ ਕੇ ਫੜਾ ਦਿਓ ਸਾਨੂੰ। ਉਹ ਬੀਬੀ ਨੇ ਇੱਕ ਸ਼ਬਦ ਬੋਲਿਆ ਉੱਥੇ, ਜਾਂ ਇੱਕ ਲਾਈਨ ਬੋਲੀ, ਉਹ ਕਹਿੰਦੀ ਦੁੱਧ ਨਹੀਂ ਮਿਲਦਾ ਇੱਥੇ ਖਰਾ, ਪਰ ਜਿਹੜਾ ਚਿੱਟਾ ਮੁੰਡੇ ਪੀਂਦੇ ਉਹ ਖਰਾ ਮਿਲ ਜਾਂਦਾ ਇੱਥੇ, ਤਾਂ ਤੁਸੀਂ ਜਦੋਂ ਚਾਹੋ ਉਦੋਂ ਮਿਲ ਜਾਂਦਾ ਦੁੱਧ। ਤਾਂ ਕਹਿੰਦੀ ਸਵੇਰੇ ਮੱਝ ਮਿਲੂ ਤੁਹਾਨੂੰ, ਸਵੇਰੇ ਮਿਲੂ, ਸ਼ਾਮ ਨੂੰ ਮੱਝ ਮਿਲੂ, ਸ਼ਾਮ ਨੂੰ ਮਿਲੂ, ਪਰ ਚਿੱਟਾ ਜਦੋਂ ਮਰਜ਼ੀ ਲੈ ਲਓ। ਯਾਨੀ ਜਦੋਂ ਕਿਸੇ ਪਿੰਡ ਦੀ ਸਧਾਰਨ ਬੀਬੀ ਇਹ ਸਟੇਟਮੈਂਟ ਦਿੰਦੀ ਹੈ ਕਿ ਸਾਡੇ ਪਿੰਡ ਦੇ ਵਿੱਚੋਂ ਦੁੱਧ ਨਹੀਂ ਖਰਾ ਮਿਲਦਾ ਪਰ ਚਿੱਟਾ ਖਰਾ ਮਿਲ ਜਾਂਦਾ, ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਠੀਕ ਹੈ ਬਾਕੀ ਤੁਸੀਂ ਕੰਮ ਕਰ ਰਹੇ ਹੋ, ਇੱਧਰ ਧਿਆਨ ਦਿਓ। ਹਾਂ ਨਹੀਂ ਚਲੋ ਮਤਲਬ ਸਹੂਲਤਾਂ ਆਪਣੀ ਥਾਂ ਤੇ ਜੀ, ਬਾਕੀ ਚੀਜ਼ਾਂ ਨੂੰ ਨਕੇਲ ਕਹਿੰਦੇ ਅਸੀਂ ਪਾਉਨੇ ਆਪਣੀ ਥਾਂ ਤੇ, ਪਰ ਆਹ ਪਹਿਲਾਂ ਕੰਮ ਕਰਨ ਵਾਲਾ, ਕਿਉਂਕਿ ਇਹਦੇ 'ਚ ਡੰਡਾ ਕਾਇਮ ਚਾਹੀਦਾ। ਅੱਛਾ ਹੁਣ ਜੇ ਆਪਾਂ ਖੋਟ ਦੀ ਗੱਲ ਹੀ ਕਰਨ ਲੱਗੇ ਸੀ ਨਾ, ਹੁਣ ਖੋਟ ਆਪਾਂ ਪਿਛਲੇ ਦਿਨੀ ਵੀ ਸੁਣਿਆ, ਉਸ ਤੋਂ ਪਹਿਲਾਂ ਵੀ ਸੁਣਦੇ ਆਉਂਦੇ ਸੀ ਵੀ ਉਹ ਕਹਿੰਦੇ ਜੀ ਮੂੰਗੀ ਬੀਜਣ ਲਈ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ, ਮੂੰਗੀ ਬੀਜੀ, ਉਹ ਕਹਿੰਦਾ ਬੜੀ ਵਧੀ ਵੀ ਮੂੰਗੀ ਵੀ, ਬੱਲੇ ਬੱਲੇ। ਭਾਈ ਕਹਿੰਦੇ ਇਹ ਮੂੰਗੀ ਨੂੰ ਫਲੀ ਕੋਈ ਨਹੀਂ ਲੱਗੀ, ਹੋਇਆ ਕੀ? ਉਹ ਕਹਿੰਦੇ ਫਲੀ ਕਿੱਥੋਂ ਲੱਗਣੀ, ਜਿਹੜਾ ਬੀ ਬੂਜ ਆ ਉਹ ਤਾਂ ਦੂਜਾ ਹੀ ਸੀਗਾ ਕੋਈ। ਫਿਰ ਆ ਗਿਆ ਜੀ ਨਰਮੇ ਦੀ ਗੱਲ, ਉਹ ਕਹਿੰਦਾ ਯਾਰ ਤੁਸੀਂ ਤਾਂ ਇਹਨਾਂ ਦੇ ਸੁੰਡੀ ਕੋਈ ਨਹੀਂ ਪੈਂਦੀ, ਇਹਨਾਂ ਤਾਂ ਸਾਰੀਆਂ ਹੀ ਸੁੰਡੀਆਂ ਪੈ ਗਈਆਂ। ਉਹ ਕਹਿੰਦੇ ਗੁਜਰਾਤ ਤੋਂ ਆਇਆ ਸੀ ਕੋਈ ਬੀਜ, ਕਹਿੰਦੇ ਗੁਜਰਾਤ ਵਾਲੇ ਕਿਤੇ ਕਹਿੰਦੇ ਉਹ ਤਾਂ ਲੱਭਦੇ ਨਹੀਂ, ਬਿੱਲ ਕਿਤੇ ਕਹਿੰਦੇ ਲਿਆ ਹੀ ਨਹੀਂ। ਹੁਣ ਕੁਲਦੀਪ ਸਿੰਘ ਢਾਲੀਵਾਲ ਹੋਰੀ, ਉਹ ਖੇਤੀ ਮਹਿਕਮਾ ਉਹਨਾਂ ਦੇ ਕੋਲ ਆ, ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਅਸੀਂ ਲਿਆਵਾਂਗੇ ਕਾਨੂੰਨ ਵੀ ਇਹ ਜੋ ਕੁਛ ਵੀ 1.5, 2, 2.5 ਨੰਬਰ ਵਾਲਾ ਕੰਮ ਚੱਲਦਾ ਇਹ ਨਾ ਚੱਲੇ, ਕਿਉਂਕਿ ਖੇਤੀ ਕਹਿੰਦੇ ਵੀ ਸਾਡੀ ਰੀੜ ਦੀ ਹੱਡੀ ਹੈ, ਜੇ ਇਹ ਅਸੀਂ ਬਚਾ ਲਈ ਤਾਂ ਸਾਡਾ ਮਸਲਾ ਹੱਲ ਹੋ ਜੂ। ਦੂਜੀ ਬੇਨਤੀ ਉਹਨਾਂ ਨੇ ਕਰ ਦਿੱਤੀ ਆ ਕਿਸਾਨਾਂ ਨੂੰ ਵੀ, ਤੇ ਨਾਲ ਜਿਹੜੇ ਨੁਮਾਇੰਦੇ ਨੇ ਸਾਰੀਆਂ ਉਹ ਦੁਕਾਨਾਂ ਵਾਲੇ ਜਿੱਥੋਂ ਮਿਲਦਾ ਹੁੰਦਾ ਕੀਟਨਾਸ਼ਕ ਲੈਣੀ ਜਾਂ ਤੁਸੀਂ ਖਾਦਾਂ ਲੈਣੀਆਂ, ਉਹ ਕਹਿੰਦੇ ਵੀ ਬਿੱਲ ਤੋਂ ਬਿਨਾਂ ਤੁਸੀਂ ਸੌਦਾ ਨਹੀਂ ਵੇਚਣਾ। ਤੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਬਿੱਲ ਤੋਂ ਬਿਨਾਂ ਲੈਣੀ ਕੋਈ ਨਹੀਂ ਚੀਜ਼, ਭਾਵੇਂ ਕੋਈ ਕੀਟਨਾਸ਼ਕ ਲੈਣੀ, ਭਾਵੇਂ ਖਾਦ ਲੈਣੀ, ਭਾਵੇਂ ਆਪਾਂ ਬੀਜ ਹੀ ਲੈਣਾ, ਤਾਂ ਜੋ ਸਾਡੇ ਕੋਲੇ ਪ੍ਰੂਫ ਹੋਵੇ ਕਿ ਤੁਸੀਂ ਆਹ ਚੀਜ਼ ਖਰੀਦੀ, ਇੰਨੇ ਦੀ ਖਰੀਦੀ, ਇਸ ਮਾਰਕੇ ਦੀ ਖਰੀਦੀ ਤੇ ਇਸ ਬੰਦੇ ਤੋਂ ਖਰੀਦੀ, ਕੱਲ੍ਹ ਨੂੰ ਜੇ ਉਹਦੇ 'ਚ ਕੋਈ ਵੀ ਮੁਸ਼ਕਲ ਆਉਂਦੀ ਹੈ ਤੇ ਆਪਾਂ ਉਹਨੂੰ ਵਲਾਵਾਂ ਪਾ ਸਕੀਏ। ਮੈਨੂੰ ਲੱਗਦਾ ਬਹੁਤ ਵਧੀਆ ਫੈਸਲਾ ਤੇ ਬਹੁਤ ਵਧੀਆ ਐਲਾਨ ਲਾਗੂ ਹੋ ਜਾਵੇ। ਉਹਦੇ ਵਿੱਚ ਅਸੀਂ ਆਮ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ। ਦੇਖੋ ਪੰਜਾਬ ਦੇ ਵਿੱਚ ਨਾ ਬਹੁਤ ਕੁਛ ਸੰਧਾਵਾਲੀਆ ਸਾਹਿਬ ਇੱਦਾਂ ਦਾ ਹੈ ਜਿਹੜਾ ਆ ਪੱਛਮੀ ਦੇਸ਼ਾਂ ਵਰਗਾ ਹੋ ਨਹੀਂ ਸਕਦਾ। ਸੜਕਾਂ ਨੇ, ਅਸੀਂ ਗੱਡਾ ਚਲਾਉਣਾ, ਅਸੀਂ ਟਰੈਕਟਰ ਚਲਾਉਣਾ, ਸਾਡੇ ਟਾਂਗੇ ਚੱਲਣੇ, ਸਾਰਾ ਕੁਛ ਉੱਥੇ ਹੀ ਆ। ਯਾਨੀ ਕਈ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਾਨੂੰ ਕੰਪਰੋਮਾਈਜ਼ ਕਰਨਾ ਪਊਗਾ, ਸਮਝੌਤਾ ਕਰਨਾ ਪਊ। ਹੁਣ ਇੱਦਾਂ ਹੀ ਰੇਹੜੀਆਂ ਵਾਲੇ ਨੇ, ਮੰਨ ਲਓ ਕੋਈ ਬੰਦਾ ਉਹ ਖਿੱਲਾਂ ਫੁੱਲੇ ਉਹ ਬਣਾ ਕੇ ਉਹਦੇ ਵਿੱਚ ਪਾ ਕੇ ਵੇਚਦਾ, ਉਹਦੇ ਲਈ ਬਿੱਲ ਕੱਟ ਕੇ ਦੇਣਾ ਔਖਾ। ਰੇਹੜੀ ਦੇ ਉੱਤੇ ਕੋਈ ਬੰਦਾ ਟਮਾਟਰ ਵੇਚਦਾ, ਉਹਦੇ ਲਈ ਔਖਾ। ਉਹਨੇ ਤਾਂ ਹੁੰਦਾ ਪਾਣੀ ਦਾ ਡੱਬਾ ਐ ਸ਼ੂੰ ਕਰਕੇ ਮਾਰਿਆ ਗਰਮੀਆਂ ਨੂੰ ਕਿ ਤਾਜ਼ਾ ਜਿਹਾ ਲੱਗੇ ਕੰਮ, ਸੁੱਕਾ ਜਿਹਾ ਨਾ ਲੱਗੇ ਕੰਮ। ਪਰ ਕਈ ਫੀਲਡ ਹੈਗੇ ਆ ਜਿੱਥੇ ਆਹ ਚੀਜ਼ਾਂ ਸੰਭਵ ਨੇ ਤੇ ਕਰਨੀਆਂ ਚਾਹੀਦੀਆਂ। ਢਾਲੀਵਾਲ ਸਾਹਿਬ ਨੇ ਮੈਨੂੰ ਲੱਗਦਾ ਕਿ ਨਬਜ਼ ਫੜੀ ਹੈ। ਹੁਣ ਤੁਸੀਂ ਦੇਖੋ ਕਿ ਕਿਸਾਨਾਂ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਹਰ ਦੁਕਾਨ 'ਤੇ ਨਹੀਂ ਵਿਕਦੀ। ਖਾਦ ਲੈਣੀ ਹੈ, ਦਵਾਈ ਲੈਣੀ ਹੈ, ਕੋਈ ਹੋਰ ਚੀਜ਼ ਲੈਣੀ ਹੈ, ਬੀਜ ਲੈਣੇ ਆ, ਥੋੜ੍ਹਿਆਂ ਜਿਹਾ ਨੂੰ ਅਥਾਰਟੀ ਹੁੰਦੀ ਹੈ। ਅਸੀਂ ਕਿਸਾਨਾਂ ਨੂੰ ਇੱਕ ਬੇਨਤੀ ਕਰਦੇ ਹਾਂ, ਆਮ ਤੌਰ ਦੇ ਉੱਤੇ ਨਾ ਪੰਜਾਬੀਆਂ 'ਚ ਕਾਹਲ ਬੜੀ ਹੈ। ਅਸੀਂ 2.5 ਘੰਟੇ ਬੱਸ ਉਡੀਕਦੇ ਰਹਿੰਦੇ ਹੁੰਦੇ ਸੀ, 2-2 2.5 ਘੰਟੇ ਬੱਸ ਨਾ ਆਉਣੀ। ਜਦੋਂ ਆ ਗਈ ਪਤਾ ਸੀ ਵੀ ਉਹਨਾਂ ਨੇ ਲੈ ਕੇ ਸਾਰੇ ਹੀ ਜਾਣੇ ਆ, ਗਿੱਟੇ ਛਿਲੀਦੇ ਸੀ ਇੱਕ ਦੂਜੇ ਦੇ। ਇਹ ਪਤਾ ਨਹੀਂ, ਮੈਂ ਆਪਦੀ ਵੀ ਗੱਲ ਦੱਸਦਾ, ਕਮਜ਼ੋਰੀ ਹੈ ਸਾਡੀ ਸਾਰਿਆਂ ਦੀ। ਹੁਣ ਇੱਥੇ ਸਾਰੇ ਲਾਈਨ ਲਾ ਲੈਂਦੀ, ਇੱਥੇ ਵੀ ਲਾਈਨਾਂ ਤਾਂ ਲੱਗਦੀਆਂ। ਦੂਸਰੀ ਗੱਲ ਸੰਧਾਵਾਲੀਆ ਸਾਹਿਬ, ਹੁਣ ਗੰਨਾ ਲੈ ਕੇ ਮਿੱਲ 'ਚ ਜਾਂਦੇ ਆ, 5 ਦਿਨ ਵੀ ਲੱਗ ਜਾਂਦੇ ਆ, ਅਸੀਂ ਬਹਿੰਦੇ ਹਾਂ ਉੱਥੇ। ਅਸੀਂ ਮੰਡੀ 'ਚ ਜਾਂਦੇ ਹਾਂ, 4-4 ਦਿਨ ਵੀ ਖੱਜਲ ਹੋਣਾ ਪੈਂਦਾ, ਹੋਣਾ ਨਹੀਂ ਚਾਹੀਦਾ, ਅਸੀਂ ਉੱਥੇ ਸਬਰ ਰੱਖਦੇ ਹਾਂ। ਪਰ ਕਈ ਵਾਰੀ ਹੁੰਦਾ ਅਸੀਂ ਉੱਥੇ ਟਰੈਕਟਰ ਖੜਾ ਕੇ ਸੈਲਫ ਵੀ ਬੰਦ ਨਹੀਂ ਕਰੀਦੀ ਆ, 2 ਬੋਰੇ ਖਾਦ ਦੇ ਰਾ ਦਿਓ, ਕਾਹਲੀ ਬੜੀ ਆ। ਠੀਕ ਹੈ, ਤੁਹਾਡੀ ਕਾਹਲੀ ਹੈ, ਬੱਤੀ ਜਾਣ ਵਾਲੀ ਆ, ਨੱਕਾ ਮੋੜਨਾ ਹੈ, ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ, ਤੁਸੀਂ ਮਜਬੂਰ ਹੋ। ਪਰ ਉੱਤਰੋਂ ਥੱਲੇ 5 ਮਿੰਟ ਲੈ ਕੇ ਜਾਇਓ। ਅਗਲੇ ਬੰਦੇ ਨੇ ਜੇ 4 ਅੱਖਰ ਲਿਖਣੇ ਆ, ਝਰੀਟਣੇ ਆ, ਉਹ ਤੋਂ ਬਕਾਇਦਾ ਰਸੀਦ ਲਿਓ, ਕੱਚੀ ਨਹੀਂ ਲੈਣੀ। ਆਮ ਤੌਰ 'ਤੇ ਕਹਿੰਦੇ ਆਹ ਲੈ ਜਾਓ ਭਾਜੀ, ਜੇ ਤੁਸੀਂ ਬਿੱਲ ਬਣਾਉਣਾ ਜਦੋਂ ਮਰਜ਼ੀ ਬਣਾ ਲਿਓ। ਨਹੀਂ, ਜੇ ਉਹਦੇ ਨਾਲ ਅਗਲਾ ਬੰਦਾ ਕਹਿੰਦਾ, ਇੱਕ ਹੋਰ ਬੇਨਤੀ ਕਰਨੀ ਹੈ, ਅਗਲਾ ਬੰਦਾ ਕਹਿੰਦਾ ਭਾਜੀ ਇਹ 240 ਦਾ, ਜੇ ਬਿੱਲ ਲੈਣਾ ਤਾਂ 248 ਲੱਗਣੇ ਆ, ਉੱਦਾਂ ਤੁਹਾਡਾ ਟੈਕਸ ਵੱਜਦਾ, 248 ਦੇਣੇ ਆ, ਅਸੀਂ ਨਹੀਂ ਲੈਣਾ 240 ਦਾ। 8 ਹੀ ਰੁਪਈਏ ਨੇ,
ਸਾਡੀ ਗੰਨੇ ਨੂੰ ਕਾਟ ਲੱਗ ਜਾਂਦੀ ਹੈ, ਸਾਡੇ ਕਦੇ ਫਸਲ ਦੇ ਵਿੱਚ ਨਮੀ ਦੀ ਮਾਤਰਾ ਵੱਧ ਹੋ ਜਾਂਦੀ ਹੈ, ਕਦੇ ਦਾਣਾ ਬਦਰੰਗ ਹੋ ਜਾਂਦਾ ਹੈ, ਕਦੇ ਦਾਣਾ ਫੁਕਲਾ ਰਹਿ ਜਾਂਦਾ ਹੈ, ਕਦੇ ਦਾਣਾ ਪਤਲਾ ਰਹਿ ਜਾਂਦਾ ਹੈ, ਬੜਾ ਕੁਛ ਹੁੰਦਾ। ਇੱਥੇ ਸਾਨੂੰ ਚਿੱਟੀ ਮੱਖੀ ਆ ਕੇ ਜਦੋਂ ਮਰਜ਼ੀ ਡੰਗ ਮਾਰ ਜਾਂਦੀ ਹੈ। ਟੈਕਸ ਦਾ ਡੰਗ ਲਵਾ ਲਿਓ। ਖੇਤੀਬਾੜੀ ਦੇ ਲਈ ਜਿਹੜੀ ਚੀਜ਼ ਤੁਸੀਂ ਲੈਣੀ ਹੈ ਉਹਦਾ ਬਿੱਲ ਲੈ ਕੇ ਰੱਖਿਓ, 2-3 ਸਾਲ ਇਦਾਂ ਕੰਮ ਕਰੋ, ਦੇਖਿਓ ਪਟਾਕੇ ਪੈਂਦੇ। ਇਹ ਨਾਲੇ ਹੋਰ ਉਦਾਹਰਨ ਆ ਇੱਕ, ਦੇਖੋ ਮੈਂ ਸੋਚਦਾ ਵੀ ਮੰਨ ਲਓ 250 ਦੀ ਚੀਜ਼ ਉਦਾਂ ਦਿੰਦਾ ਬੰਦਾ, ਅਗਲਾ ਕਹਿੰਦਾ ਇੱਥੇ ਵੀਰ ਜੀ 30 ਰੁਪਏ ਟੈਕਸ ਲਾ ਜਾਣਾ ਜੇ ਤੂੰ ਪੱਕੀ ਪਰਚੀ ਲਈ। ਬੰਦਾ ਕਹਿੰਦਾ ਉਹ ਅੱਛਾ ਯਾਰ 30 ਇੱਕ ਤੇ ਲਾ ਜਾਣਾ, ਮੈਂ ਜੇ 4 ਡੱਬੇ ਲੈ ਲਏ ਤੇ 4 ਤੀਏ 12 120 ਮੈਂ ਇਹਨੂੰ ਭਰੂੰਗਾ, ਉਹਦੋਂ ਚੰਗਾ ਨਹੀਂ ਮੈਂ ਕੇਲੇ ਕੂਲੇ ਖੜਾ ਜਵਾਕਾਂ ਜਾਂ ਰਹਿਣ ਦੇ ਯਾਰ ਤੂੰ ਕੱਚੀ ਪਰਚੀ ਦੇ ਦੇ। ਹੁਣ ਗੱਲ ਇਹ ਆ ਵੀ ਕੱਚੀ ਪਰਚੀ ਲੈ ਕੇ ਆਪਾਂ ਦੇ ਆ ਗਏ, ਜਵਾਕਾਂ ਨੇ ਕੇਲੇ ਖਾ ਲਏ, ਗੱਲ ਮੁੱਕ ਗਈ। ਤੇ ਰੁਪਈਏ ਕਿੰਨੇ 120। ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਆਪਾਂ ਸੌਦਾ ਲਿਆਂਦਾ, ਜੇ ਮੰਨ ਲਓ ਬੀਜ ਹੀ ਲਿਆਂਦਾ, ਬੀਜ ਦਾ ਆਪਾਂ ਪੱਕਾ ਬਿੱਲ ਲਿਆ ਨਹੀਂ, ਹੁਣ ਉਸੇ ਬੀਜ ਦੇ ਸਿਰ ਤੇ ਆਪਾਂ ਜ਼ਮੀਨ ਬੀਜਣੀ ਆ। ਆਉਂਦੇ 3-4 ਮਹੀਨੇ ਉਸੇ ਬੀਜ ਦੇ ਸਿਰ ਤੇ ਆਪਾਂ ਆਖਣਾ ਵੀ ਹਾਂ ਸਾਡੀ ਕੋਈ ਫਸਲ ਆਊਗੀ, ਕੋਈ 4 ਛਿਲੜ ਆਉਣਗੇ, ਆੜਤੀਏ ਦੇ ਮੋੜਾਂਗੇ, ਬੈਂਕ ਦੇ ਮੋੜਾਂਗੇ, ਜੇ ਕੋਈ ਘਰ 'ਚ ਕੰਮ ਕਰਨ ਵਾਲਾ ਤੇ ਉਹ ਕਰਾਂਗੇ। ਜੇ ਉਹੋ ਹੀ 120 ਦੇ ਚੱਕਰ ਦੇ ਵਿੱਚ ਆਪਾਂ ਕੁਛ ਨਾ ਕੁਛ ਪੁੱਠਾ ਸਿੱਧਾ ਪਾ ਲਿਆ ਤੇ ਸਮਝੋ ਆਪਣੇ 6 ਮਹੀਨੇ ਬੰਨੇ। ਉਦੋਂ ਬਾਅਦ ਜੋ ਕਰਜ਼ੇ ਦਾ ਬੋਝ ਆਪਣੇ ਸਿਰ ਤੇ ਪੈਣਾ ਸੀ ਉਹ ਵੱਖਰਾ। ਇਹ ਲੀਕ ਮਾਰ ਕੇ ਜੇ ਆਪਾਂ ਹਿਸਾਬ ਕਰ ਲਏ ਤੇ ਆਪਾਂ ਹੋ ਸਕਦਾ ਅਗਲਾ ਆਖੇ 120 ਲੱਗਣੇ, ਆਖਣਾ ਤੂੰ ਵੀਰ 150 ਲੈ, ਪਰ ਮੈਨੂੰ ਸਮਾਨ ਖਰਾ ਚਾਹੀਦਾ ਹੀ। ਬੜੇ ਬੰਦੇ ਆ ਸੰਧਾਵਾਲੀਆ ਸਾਹਿਬ ਕਹਿਣਗੇ, ਕਿਉਂਕਿ ਦੇਖੋ ਜਦੋਂ ਅਸੀਂ ਤੁਹਾਡੇ ਵਰਗੇ ਬੰਦੇ ਕੋਲ ਬਹਿਨੇ ਨਾ, ਜਿਹੜਾ ਵੱਡਾ ਬੰਦਾ ਹੋਵੇ, ਅਗਲਾ ਬੰਦਾ ਕਹਿੰਦਾ ਯਾਰ ਭੱਜ ਚੱਲੇ ਆ, ਸਾਡਾ ਨਹੀਂ ਹੌਸਲਾ ਪੈਂਦਾ। ਦੂਜਾ ਇੱਕ ਨਹੀਂ ਭੱਜ ਚੱਲੇ ਹੁੰਦੇ ਉਹ, ਕਿਉਂਕਿ ਉਹਨਾਂ ਨੇ ਉਸੇ ਹੀ ਦੁਕਾਨ ਤੇ ਬਹਿਣਾ, ਉਹਨਾਂ ਨੇ ਤੁਹਾਨੂੰ ਨਹੀਂ ਵੜਨ ਦੇਣਾ ਮੁੜ ਕੇ। ਉਹ ਸੱਚ ਬੋਲਦੇ ਹੁੰਦੇ ਕਿ ਅਸੀਂ ਕਿਤੇ ਭੱਜ ਚੱਲੇ ਆ, ਪਰ ਅਗਲੇ ਨੇ ਇਹੀ ਕਹਿਣਾ ਉਹ ਯਾਰ ਉਦੋਂ ਬਿੱਲ ਆਈਦਾ, ਮੈਨੂੰ ਤਾਂ ਚੇਤਾ ਨਹੀਂ, ਤੁਸੀਂ ਲੈ ਕੇ ਐਤਕੀ ਤਾਂ ਅਸੀਂ ਸਮਾਨ ਬ੍ਰਾਂਡ ਮੰਗਾਇਆ ਹੀ ਨਹੀਂ। ਆਹੋ, ਉਹ ਤਾਂ 2 ਸਾਲ ਪਹਿਲਾਂ ਹੀ ਬੰਦ ਕਰਦਾ। ਮਾੜੀ ਚੀਜ਼ ਵੇਚੀ ਨਹੀਂ ਕਦੇ, ਬਿਲਕੁਲ ਨਹੀਂ ਵੇਚੀ ਕਦੇ। ਕਾਹਤੇ ਬੈਠੇ ਆ ਕਹਿੰਦੇ ਹੁੰਦੇ, ਸੁੱਕੀ ਚ ਕਰਦੇ, ਜਿਹੜੇ 2 ਨੰਬਰ ਦਾ ਕੰਮ ਕਰਦੇ, 1 ਨੰਬਰ ਵਾਲੇ ਗੱਲੇ ਤੇ ਬੈਠੇ ਆ, ਗੱਲੇ ਤੇ ਬਹਿ ਕੇ ਝੂਠ ਥੋੜਾ ਮਾਰਨਾ ਹੁੰਦਾ। ਮਤਲਬ ਕਹਿਣ ਤੋਂ ਇਹ ਆ ਜੀ ਵੀ ਜੇ ਅਗਲਿਆਂ ਨੇ ਕਿਹਾ ਵੀ ਇਹੋ ਜਿਹਾ ਕੰਮ ਚੱਲਦਾ ਤੇ ਆਪਾਂ ਨੂੰ ਬਚਾ ਰੱਖਣਾ ਚਾਹੀਦਾ, ਕਿਉਂਕਿ ਕਾਗਜ਼ੀ ਪੱਤਰੀ ਜੇ ਬੰਦਾ ਦਰੁਸਤ ਹੋਊਗਾ ਤੇ ਫਿਰ ਉਹਨੂੰ ਕੋਈ ਕਹਿ ਨਹੀਂ ਸਕਦਾ ਕੁਛ। ਤੇ ਜੇ ਬੰਦਾ ਆਖੇ ਵੀ ਹਾਂ ਨਿੱਕਾ ਅਸੀਂ ਤੇ ਉਹਦੇ ਕੋਲੋਂ ਲਿਆਉਂਦੇ, ਸਾਨੂੰ ਤੇ 15 ਸਾਲ ਹੋ ਗਏ, ਵੀ ਖਾਤ ਵੀ ਉੱਥੋਂ ਹੀ ਆਉਂਦੀ ਮੁੰਡੇ ਤੋਂ, ਵੀ ਪਾਪਾ ਉਹਦਾ ਪਹਿਲਾਂ ਹੁੰਦਾ ਸੀ ਚੰਗਾ ਹੁੰਦਾ ਇਹ, ਹੁਣ ਦਾ ਮੁੰਡਾ ਉਹਨਾਂ ਦਾ ਕੰਮ ਕਰਦਾ, ਵੀ ਪਤਾ ਨਹੀਂ ਐਤਕੀ ਇਹਦੇ ਨਾਲ ਬੇੜਾ ਹੀ ਗਰਕ ਹੋ ਗਿਆ। ਉਹ ਨਾ ਮੁੜ ਕੇ ਮੁੰਡੇ ਨੂੰ ਲੱਭਣਾ, ਨਾ ਉਹ ਕਿਸੇ ਨੇ ਜਵਾਬ ਹੀ ਦੇਣਾ। ਇਸ ਕਰਕੇ ਆਪਣਾ ਪ੍ਰਬੰਧ ਆਪ ਕਰਨਾ ਚਾਹੀਦਾ। ਆਪਾਂ ਇਹ ਨਹੀਂ ਕਹਿੰਦੇ ਵੀ ਉਹ ਦੁਕਾਨਾਂ ਵਾਲੇ ਗਲਤ ਨੇ, ਅਗਲਿਆਂ ਕਿਹੜਾ ਵਿੱਚ ਵੜ ਕੇ ਵੇਖਿਆ, ਉਹਨੂੰ ਜਿਹੜਾ ਪਿੱਛੋਂ ਦੇ ਗਿਆ ਸੌਦਾ ਉਹਨੇ ਵੀ ਉਸ ਹਿਸਾਬ ਨਾਲ ਚਲਾਤਾ। ਬਾਅਦ 'ਚੋਂ ਆਖੋ ਕੋਈ ਗੱਲ ਨਹੀਂ ਆਪਾਂ ਚਾਚਾ ਪਤਾ ਕਰ ਲੈਂਦੇ ਫੈਕਟਰੀ ਦਾ, ਤੁਸੀਂ ਫੈਕਟਰੀ ਦਾ ਫੋਨ ਮਾਰੋ ਗੁਜਰਾਤ ਨੂੰ, ਤੇ ਉੱਥੇ ਜਾ ਕੇ ਕੋਈ ਹੋਰ ਹੀ ਭਾਸ਼ਾ 'ਚ ਕੋਈ ਹੋਰ ਹੀ ਬੋਲੇ ਵੀ ਹਾਂ ਵੀਰ ਇੱਥੇ ਤੇ ਕੋਈ ਫੈਕਟਰੀ ਹੈ ਨਹੀਂ, ਤੂੰ ਕਿਹਨੂੰ ਲੱਭਦਾ। ਨਹੀਂ ਇੱਕ ਜ਼ਰੂਰੀ ਹੈ ਜੀ, ਪਤਾ ਨਹੀਂ ਕਿੱਥੋਂ ਕਿਹੜੀ ਚੀਜ਼ ਜਿਹੜੀ ਕਿੱਧਰ ਬਣ ਕੇ ਆ ਜਾਂਦੀ ਹੈ। ਬਾਕੀ ਸੰਧਾਵਾਲੀਆ ਸਾਹਿਬ ਇੱਕ ਆਪਾਂ ਹੋਰ ਬਹੁਤ ਸਾਰੇ ਨਾ ਨੌਜਵਾਨਾਂ ਦੀਆਂ ਟਿੱਪਣੀਆਂ ਆਉਂਦੀਆਂ ਹੁੰਦੀਆਂ ਜੀ, ਸਾਡਾ ਟੈਸਟ ਲੈਣ ਨੂੰ ਸਾਲ ਹੋ ਗਿਆ, ਸਾਡੀ ਭਰਤੀ ਪ੍ਰਕਿਰਿਆ ਚੱਲਦੀ ਨੂੰ 1.5 ਸਾਲ ਹੋ ਗਿਆ, ਸਾਨੂੰ 8 ਮਹੀਨੇ ਹੋ ਗਏ, ਸਰਕਾਰ ਤੱਕ ਸਾਡੀ ਗੱਲ ਪਹੁੰਚਾਓ ਕਿ ਭਾਈ ਸਾਨੂੰ ਭਰਤੀ ਕਰ ਲਓ। ਕੋਈ ਕਹਿੰਦਾ ਜੀ ਅਪਾਇੰਟਮੈਂਟ ਲੈਟਰ ਦੇ ਦਿਓ, ਸਰਕਾਰ ਵਾਲੇ ਕਹਿੰਦੇ ਜੀ ਸਾਨੂੰ 6 ਮਹੀਨੇ ਹੋਏ ਆ, ਪਹਿਲਾਂ ਦੇ ਕਈ ਕੰਮ ਅੜੇ ਅਸੀਂ ਕਰ ਰਹੇ ਸੀ, ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਹਨਾਂ ਦਾ ਪਹਿਲਾਂ ਸੋਚੋ। ਹਾਲਾਂਕਿ ਪਿਛਲੇ ਦਿਨ ਹੀ ਧਾਲੀਵਾਲ ਸਾਹਿਬ ਨੇ ਤੇ ਚੀਮਾ ਸਾਹਿਬ, ਹਰਪਾਲ ਸਿੰਘ ਚੀਮਾ ਸਾਹਿਬ ਨੇ ਕਿਹਾ ਸੀ ਅਸੀਂ 18,000 ਭਰਤੀਆਂ ਕਰ ਲਈਆਂ, ਅਸੀਂ 9,000 ਬੰਦਾ ਪੱਕਾ ਕਰਤਾ, ਜੇ ਕੀਤਾ ਤਾਂ ਵਧੀਆ, ਨਹੀਂ ਕੀਤਾ ਤਾਂ ਕਰ ਲਓ, ਹੋਰ ਵੀ ਕਰ ਲਓ। ਪਰ ਇੱਕ ਕੰਮ ਸੰਧਾਵਾਲੀਆ ਸਾਹਿਬ ਹੁਣ ਹੋਇਆ ਪੰਜਾਬ ਦੇ ਵਿੱਚ, ਮੈਨੂੰ ਨਹੀਂ ਪਤਾ ਤੁਸੀਂ ਉਹਦੇ ਨਾਲ ਸਹਿਮਤ ਹੋਣਾ ਕਿ ਅਸਹਿਮਤ ਹੋਣਾ ਕਿੰਨਾ ਕੁ, ਕਿਉਂਕਿ ਕਈ ਵਾਰੀ ਹੁੰਦਾ ਕਿ ਸ਼ੁਰੂਆਤਾਂ ਸਾਰੇ ਕਰਦੇ ਆ, ਕੈਪਟਨ ਸਾਹਿਬ, ਬਾਦਲ ਸਾਹਿਬ, ਭਗਵੰਤ ਮਾਨ ਸਾਹਿਬ, ਅੰਤ ਕਿੱਥੇ ਜਾ ਕੇ ਹੁੰਦਾ ਉਹਦੇ ਉੱਤੇ ਨਿਰਭਰ ਕਰਦਾ। 2 ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਦੂਸਰੇ ਗੁਰਮੀਤ ਸਿੰਘ ਮੀਥੇਰ, ਉਹ ਲੁਧਿਆਣੇ ਗਏ, ਸੇਵਾ ਕੇਂਦਰ ਦੇ ਵਿੱਚ ਛਾਪਾ ਮਾਰਿਆ, ਕੋਈ ਦਸਤਾਵੇਜ਼ ਲੈ, ਉਹਨਾਂ ਨੂੰ ਪੁੱਛਿਆ ਜੀ ਕਾਹਦੇ ਲਈ ਜਾਣੀ ਛਾਪਾ, 2 ਮੰਤਰੀ ਇਕੱਠੇ ਕਿੱਥੋਂ, ਕਿਉਂ? ਉਹ ਕਹਿੰਦੇ ਜੀ ਸਾਨੂੰ ਲੋਕ ਸ਼ਿਕਾਇਤਾਂ ਕਰਦੇ ਸੀ ਕਿ ਐਵੇਂ ਆਬਜੈਕਸ਼ਨ ਲਾ ਦਿੰਦੇ ਜੀ, ਸਾਨੂੰ ਸਮੇਂ ਸਿਰ ਕੰਮ ਨਹੀਂ ਮਿਲਦਾ ਸਰਕਾਰੀ ਦਫ਼ਤਰ 'ਚੋਂ, ਸੇਵਾ ਕੇਂਦਰ 'ਚੋਂ। ਉਹ ਕਹਿੰਦੇ ਸਾਰੇ ਸੂਬੇ ਦਾ ਡਾਟਾ ਕਢਾਇਆ ਤੇ ਸੇਵਾ ਕੇਂਦਰਾਂ ਦੇ ਵਿੱਚ ਜਿੰਨੀਆਂ ਅਰਜ਼ੀਆਂ ਆਉਂਦੀਆਂ ਔਸਤਨ 100 ਦੇ ਵਿੱਚੋਂ 1 ਤੋਂ ਵੀ ਘੱਟ ਅਰਜ਼ੀ ਤੇ ਆਬਜੈਕਸ਼ਨ ਲੱਗਦਾ, ਬਾਕੀ ਪ੍ਰੋਸੈਸ ਹੋ ਜਾਂਦੀਆਂ। ਪਰ ਕਹਿੰਦੇ ਲੁਧਿਆਣੇ ਦੇ ਵਿੱਚ ਇੱਥੇ ਅਸੀਂ ਦੇਖਿਆ ਕਿ 6% ਅਰਜ਼ੀਆਂ ਤੇ ਆਬਜੈਕਸ਼ਨ ਲੱਗਦਾ ਸੀ, ਕਿ ਜੇ ਸਾਰੇ ਪੰਜਾਬ ਦੇ ਵਿੱਚ 1 ਤੋਂ ਵੀ ਘੱਟ ਆ, ਇੱਥੇ 6 ਤੋਂ ਵੱਧ ਆ, ਕਹਾਣੀ ਕੀ ਹੈ? ਫਿਰ ਕਹਿੰਦੇ ਅਸੀਂ ਟੌਪ ਦੇ 5 ਅਫਸਰ ਕੱਢ ਲਏ, ਸਾਰੇ ਪੰਜਾਬ ਦਾ ਜਾਣੀ ਡਾਟਾ ਲਿਆ ਕਿ ਕਿਹੜੇ ਅਫਸਰਾਂ ਦੇ ਕੋਲ ਫਾਈਲ ਜਾਂਦੀ ਹੈ ਤਾਂ ਉਹ ਸਭ ਤੋਂ ਵੱਧ ਆਬਜੈਕਸ਼ਨ ਲਾਉਂਦੇ। ਕਹਿੰਦੇ ਇੱਕ ਅਫਸਰ ਇੱਥੇ ਦਾ ਇੱਦਾਂ ਦਾ ਜਿਹੜਾ 12 ਅਰਜ਼ੀਆਂ ਦੇ ਉੱਤੇ 11-12 ਅਰਜ਼ੀਆਂ ਤੇ ਆਬਜੈਕਸ਼ਨ ਲਾਉਂਦਾ 100 ਚੋਂ, ਇੱਕ 11 ਦੇ ਲਾਉਂਦਾ ਹੀ, 2 ਮੇਰੇ ਖਿਆਲ 9 ਤੇ 7 ਦੇ ਲਾਉਂਦੇ ਆ। ਉਹ ਕਹਿੰਦੇ ਅਸੀਂ ਫਿਰ ਅਚਾਨਕ ਆ ਗਏ। ਉਹ ਕਹਿੰਦੇ ਜੀ ਆਹ ਦੇਖੋ, ਅਸੀਂ ਨਹੀਂ ਕਹਿੰਦੇ ਕਿ ਕੋਈ ਬੰਦਾ ਮਾੜਾ ਚੰਗਾ ਕਿਉਂ ਕਰਦਾ, ਪਰ ਆ ਕਹਿੰਦੇ ਜੀ ਅਸੀਂ ਅੱਜ ਇੱਕ ਦੇ ਉੱਤੇ ਲਿਖਿਆ, ਪਤਾ ਕੀ ਸੀ ਫਾਰਮ ਦੇ ਉੱਤੇ, ਇਹ ਮੀਥੇਰ ਹੋਰਾਂ ਪੜ੍ਹ ਕੇ ਸੁਣਾਇਆ, ਇਤਰਾਜ਼ ਦਰੁਸਤ ਕੀਤੇ ਜਾਣ। ਉਹ ਕਹਿੰਦੇ ਲਿਖ ਦਿੱਤਾ ਬਹੁਤ ਚੰਗੀ ਗੱਲ ਆ, ਪਰ ਇਹ ਦੱਸਿਆ ਨਹੀਂ ਇਤਰਾਜ਼ ਕਿਹੜੇ।
ਹੁਣ ਕਹਿੰਦੇ ਬੰਦਾ ਸੇਵਾ ਕੇਂਦਰ ਤੇ ਤਾਂ ਆਉਂਦਾ ਵੀ ਮੈਂ ਅਰਜ਼ੀ ਦਿੱਤੀ ਤੇ ਮੇਰਾ ਇੰਨੇ ਦਿਨਾਂ 'ਚ ਕੰਮ ਹੋ ਜਾਣਾ, ਉੱਥੇ ਲਿਖ ਕੇ ਲਾਇਆ ਕਿ ਇਸ ਕੰਮ ਦੇ ਲਈ ਸਮਾਂ ਬੱਧਤਾ ਇੰਨੀ। ਹੁਣ ਕਹਿੰਦੇ ਜੀ ਉਹ ਬੰਦਾ ਫੇਰ ਸੱਦਣਗੇ, ਉਹ ਇੱਥੇ ਆ ਕੇ ਪਤਾ ਕਰੂਗਾ, ਜੇ ਪਤਾ ਕਰੂਗਾ ਤਾਂ ਕੀ ਕਰੂਗਾ, ਜਾਂ ਉਹਦੇ ਨਾਲ ਕੀ ਕੀਤਾ ਜਾਊਗਾ। ਕਹਿੰਦੇ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਂਦੇ। ਦੂਸਰਾ ਉਹ ਕਹਿੰਦੇ ਜੀ ਆਹ ਦੇਖੋ ਇੱਕ ਸਰਟੀਫਿਕੇਟ ਬਣਾਉਣਾ ਤੇ ਉਹਦੇ ਉੱਤੇ ਆਬਜੈਕਸ਼ਨ ਲਾਇਆ ਕਿ ਇਹਦੀ ਮਾਤਾ ਦਾ ਵਿਦਿਅਕ ਸਰਟੀਫਿਕੇਟ ਨਾਲ ਲਾਓ ਬੱਚੇ ਦੀ ਦਾ। ਉਹ ਕਹਿੰਦੇ ਜਦ ਕਿ ਇਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਜਾਂ ਆਧਾਰ ਕਾਰਡ ਲਾ ਦਿਓ ਜਾਂ ਵਿਦਿਅਕ ਸਰਟੀਫਿਕੇਟ ਲਾ ਦਿਓ। ਕਹਿੰਦੇ ਜਦ ਉਹਦੇ ਵਿੱਚ ਔਰ ਹੈਗਾ ਆਹ ਆਬਜੈਕਸ਼ਨ ਬਣਦਾ ਨਹੀਂ ਸੀ, ਪਰ ਲਾ ਦਿੱਤਾ ਹੀ। ਹੁਣ ਕਹਿੰਦੇ ਜੀ ਅਸੀਂ ਜਾਂਚ ਦੇ ਹੁਕਮ ਦਿੱਤੇ ਆ, ਅਸੀਂ ਪੰਜਾਬ ਦੇ ਕਿਸੇ ਬੰਦੇ ਦਾ ਕੰਮ ਨਹੀਂ ਲੇਟ ਹੋਣ ਦੇਣਾ। ਮੈਂ ਕਹਿੰਦਾ ਸਾਰੇ ਜ਼ਿਲ੍ਹਿਆਂ 'ਚ ਛਾਪੇ ਮਾਰੋ, ਅਫਸਰ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਆ ਠੀਕ, ਕਿਉਂਕਿ ਕਈ ਵਾਰੀ ਸਾਡੇ ਫਾਰਮ ਅਧੂਰੇ ਹੁੰਦੇ ਆ, ਕੋਈ ਚੀਜ਼ ਨਾਲ ਨਹੀਂ ਲੱਗੀ ਹੁੰਦੀ, ਆਬਜੈਕਸ਼ਨ ਬਣਦਾ 100% ਲਾਓ, 2 ਨੰਬਰ 'ਚ ਕੰਮ ਥੋੜੀ ਕਰਨਾ। ਪਰ ਜੇ ਕੋਈ ਜਾਣ ਬੁੱਝ ਕੇ ਕਿਸੇ ਨੂੰ ਕਹਿੰਦਾ, ਕਿਉਂਕਿ NRI ਕਈ ਵਾਰੀ ਜਾਂਦੇ ਆ, ਉਹ ਯਾਰ 3-4 ਗੇੜੇ ਮਰਾਏ ਮੁੜ ਕੇ ਮੈਂ ਮੱਥੇ ਮਾਰਿਆ ਆਹ ਸਮਾਨ ਫੇ ਹੋਇਆ ਹੀ ਕੰਮ, ਇੱਦਾਂ ਨਾ ਹੋਵੇ ਕਿਤੇ। ਇਹ ਤੇ ਗੱਲ ਹੈਗੀ ਆ। ਦੇਖੋ ਇਹਦੇ ਆਪਾਂ ਪਹਿਲਾਂ ਵੀ ਗੱਲ ਕਰ ਦਿੰਦੇ ਆ ਵੀ ਜਿਹੜੀ ਉਹ ਕਲਮ ਹੈ ਨਾ ਜੀ, ਆਪਾਂ ਕਹਿੰਦੇ ਕਲਮ 'ਚ ਬੜੀ ਤਾਕਤ ਹੈ। ਉਹ ਤਾਕਤ ਫਿਰ ਅਗਲਾ ਇੱਦਾਂ ਵਿਖਾਉਂਦਾ ਵੀ ਵੀਰ ਮੇਰਾ ਹੋਰ ਕੁਝ ਹੋਵੇ ਨਾ ਹੋਵੇ, ਮੈਂ ਫਿਰ ਵੇਹਣਾ ਫਿਰ ਮੇਰੇ ਹੁੰਦਾ ਫਿਰ ਕਿੱਦਾਂ ਤੇਰਾ ਕੰਮ ਹੋ ਜਾਂਦਾ। ਇਹ ਆਪਾਂ ਨੇ ਆਂਦੇ ਵੀ ਸਾਰੇ ਇੱਦਾਂ ਕਰਦੇ ਆ, ਬਹੁਤ ਕੋਆਪਰੇਟਿਵ ਲੋਕ ਨੇ। ਪਰ ਫਿਰ ਵੀ ਜਿਨ੍ਹਾਂ ਨੂੰ ਇਹ ਆਦਤ ਪੈ ਜਾਂਦੀ ਹੈ, ਉਹ ਮੈਂ ਅੱਗੇ ਵੀ ਜਿੱਦਾਂ ਜ਼ਿਕਰ ਕਰਦਾ ਵੀ ਜੇ ਮੰਨ ਲਓ ਲੱਗੇ ਵੀ ਹੁਣ ਇਹ ਕੱਟਾ ਰੱਸਾ ਚੱਬਦਾ ਹੀ, ਉਹਦਾ ਵੀ ਕੋਈ ਨਾ ਕੋਈ ਹੱਲ ਕਰਨਾ ਹੈ ਕਿ ਹੁਣ ਸੰਗਲ ਪਾ ਕੇ ਨਾ ਤੇ ਉਹ ਖੁਰਲੀ ਦੇ ਲੋਹੇ ਵਾਲੇ ਕੋਨੇ ਨਾਲ ਬੰਨ੍ਹਣਾ ਪੈਂਦਾ। ਨਹੀਂ ਜ਼ਰੂਰੀ ਹੈ ਜੀ। ਬਾਕੀ ਸੰਧਾਵਾਲੀਆ ਸਾਹਿਬ ਮੰਨ ਲਓ ਭਾਰਤ ਦੇ ਲੋਕਾਂ ਨੂੰ, ਚਾਹੇ ਤੁਸੀਂ ਤਾਮਿਲਨਾਡੂ ਰਹਿੰਦੇ ਹੋ, ਰਾਜਸਥਾਨ, ਹਰਿਆਣੇ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਜਿੱਥੇ ਵੀ ਕਿਤੇ ਰਹਿੰਦੇ ਹੋ, ਕੇਰਲਾ। ਮੈਂ ਮੁੜਿਆ ਉਹ ਮੈਂ ਤਦੇ ਆਖਿਆ ਵੀ ਬੜੀ ਦੂਰ ਨਹੀਂ ਮੈਂ ਮੁੜਿਆ ਆ। ਅੱਛਾ, ਮੰਨ ਲਓ ਜੇ ਆਮ ਤੌਰ ਤੇ ਕਿਤੇ ਉਹ ਰੇਲ ਗੱਡੀ ਹੋਏ, ਜੇ ਤੁਹਾਨੂੰ ਇੱਕ ਬਹੁਤ ਲੰਬਾ ਚੌੜਾ ਕਾਫਲਾ ਨਜ਼ਰ ਆਵੇ, ਕੰਟੇਨਰ ਜਾਨੀ ਕਿ ਉਹ ਟਰੱਕ ਜਾਂ ਸਟੋਰੇਜ ਕਪੈਸਿਟੀ ਵਾਲੇ ਜਿਹਨਾਂ ਵਿੱਚ ਸਮਾਨ ਰੱਖਿਆ ਜਾਂਦਾ ਪਰ ਢਕੇ ਹੁੰਦੇ, ਜੇ ਉਹ ਨਜ਼ਰ ਆਉਣ, ਬਹੁਤ ਅੰਦਾਜ਼ੇ ਨਹੀਂ ਲਾਉਣੇ ਕਿ ਭਾਈ ਇਹਨਾਂ 'ਚ ਕੀ ਹੋਊਗਾ। ਹੋ ਸਕਦਾ ਉਹਨਾਂ ਦੇ ਵਿੱਚੋਂ ਇੱਕ ਕੰਟੇਨਰ ਦੇ ਵਿੱਚ ਰਾਹੁਲ ਗਾਂਧੀ ਹੋਰੀ ਹੋਣ। 60 ਕੰਟੇਨਰ ਤਿਆਰ ਕਰਾਏ ਆ ਭਾਰਤ ਜੋੜੋ ਯਾਤਰਾ ਲਈ। ਤੇ ਆਪਣੇ ਪੰਜਾਬ ਕਾਂਗਰਸ ਦੇ ਇੱਕ ਇੰਚਾਰਜ ਨੇ ਹਰੀਸ਼ ਚੌਧਰੀ ਸਾਹਿਬ, ਕਹਿੰਦੇ ਮੈਂ ਦਿੱਤੀ ਸਲਾਹ। ਮੈਂ ਕਿਹਾ ਵੀ ਤੁਸੀਂ ਰਾਜਸਥਾਨ ਦੇ ਵਿੱਚ ਦੀ ਵੀ ਲੰਘਣਾ, ਤੁਸੀਂ 3500 ਕਿਲੋਮੀਟਰ ਲੰਬੀ ਯਾਤਰਾ ਕਰਨੀ ਹੈ। ਜਦੋਂ ਤੁਸੀਂ ਆਹ 10-12-15 ਦਿਨ ਰਾਜਸਥਾਨ ਦੇ ਵਿੱਚ ਯਾਤਰਾ ਕਰਨੀ ਹੈ, ਗਰਮੀ ਬੜੀ ਹੋਣੀ ਹੈ। ਫਿਰ ਕਹਿੰਦੇ ਇੱਥੇ ਹੀ ਤਿਆਰ ਕਰਾਏ ਕੰਟੇਨਰ, AC ਲੱਗਾ, ਬੈੱਡ ਲੱਗੇ, ਨਹਾਉਣ ਦਾ ਪ੍ਰਬੰਧ ਆਹ। ਤੇ ਹੁਣ ਜੇ ਉਹ 50-60 ਕੰਟੇਨਰ ਇਕੱਠੇ ਹੀ ਕਿਤੇ ਸੜਕ ਦੇ ਉੱਤੇ ਤੁਰੇ ਆਉਂਦੇ ਹੋਣ, ਨਾਲ ਹੁਣ ਪੁਲਿਸ ਵਾਲੇ, ਬਹੁਤ ਅੰਦਾਜ਼ਾ ਨਹੀਂ ਲਾਉਣਾ, ਕਾਂਗਰਸ ਵਾਲੇ ਭਾਰਤ ਨੂੰ ਜੋੜਨ ਲੱਗੇ ਆ। ਨਹੀਂ ਪਰ ਇਹ ਸਾਰੇ ਕੁਝ ਦੇ ਜੋੜਨ ਤੋੜਨ ਦੇ ਵਿੱਚ ਜਿਹੜਾ ਵੀ ਖਰਚਾ ਆਇਆ ਹੋਊਗਾ, ਉਹ ਖਰਚਾ ਕਿ ਮਾਤੜ ਦੇ ਉੱਪਰ ਕਰ ਦਿੱਤਾ ਜਾਂਦਾ ਤੇ ਅਗਲੇ ਬੰਦੇ ਨੇ ਵੈਸੇ ਹੀ ਜੁੜ ਜਾਣਾ ਹੈ। ਮੰਨ ਲਓ ਕਿਸੇ ਦਾ ਹੋਰ ਕੁਛ ਨਹੀਂ, ਕਿਸੇ ਦੀ ਧੀ ਵੀ ਆਉਣ ਵਾਲੀ ਜੀ, ਉਹ ਖਰਚਾ ਉੱਥੋਂ ਦੇ ਲੋਕ ਆਖਣ ਵੀ ਇੰਨਾ ਖਰਚਾ ਟੋਟਲ ਭਾਈ ਸਾਹਿਬ ਸਾਡੇ ਲੀਡਰ ਸਾਹਿਬ ਨੇ ਇੱਥੋਂ ਤੁਰ ਕੇ ਇੱਥੋਂ ਤੱਕ ਜਾਣਾ, ਇੰਨੇ ਖਰਚੇ ਆਉਣੇ ਆ। ਤੇ ਉਹਦੇ ਨਾਲੋਂ ਚੰਗਾ ਵੀ ਜਿਹੜਾ ਤੁਸੀਂ ਖਰਚਾ, ਕਿਉਂਕਿ ਹੈ ਤੇ ਗ੍ਰਾਹੀ ਵਾਲਾ ਕੰਮ, ਅਗਲਾ ਕਹਿੰਦਾ ਵੀ ਲਓ ਜੀ ਅਸੀਂ ਵੀ ਯਾਤਰਾ 'ਚ ਹਿੱਸਾ ਪਾਉਂਦੇ ਹਾਂ। ਫਿਰ ਉਹ ਜਿੱਥੇ ਆਣ ਕੇ ਸਵਾਗਤ ਹੋਣਾ, ਉੱਥੇ ਵੀ ਤੰਬੂ ਕਨਾਤ ਲੱਗਣਾ, ਸਟੇਜ ਲੱਗਣੀ, ਫਿਰ ਉੱਥੇ ਵੀ ਬੰਦੇ ਇਕੱਠੇ ਕਰਕੇ ਲਿਆਓ ਜੀ, ਫਿਰ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਕਰੋ ਜੀ, ਫਿਰ ਲੀਡਰ ਸਾਹਿਬ ਅੱਗੇ ਤੁਰਨਗੇ, ਖਰਚਾ ਤਾਂ ਹੋਣਾ ਹੀ। ਉਹ ਜਿੰਨਾ ਖਰਚਾ ਜੇ ਲੋਕਲੀ ਉੱਥੇ ਇਹ ਕਿਹਾ ਜਾਂਦਾ ਵੀ ਯਾਰ ਹੁਣ ਤੁਸੀਂ ਲੋਕਾਂ ਦੇ ਭਲੇ ਦੇ ਉੱਪਰ ਖਰਚ ਲਓ, ਜਿਹੜੇ ਬੰਦੇ ਤੁਹਾਡੇ ਤੋਂ ਨਾਰਾਜ਼ ਹੋਏ ਲੱਗਦੇ, ਜਿਹੜੇ ਵਰਕਰ ਤੁਹਾਡੇ ਤੋਂ ਟੁੱਟੇ ਲੱਗਦੇ, ਉਹਨਾਂ ਨੂੰ ਲੱਗੇ ਵੀ ਯਾਰ ਪਾਰਟੀ ਸਾਡੇ ਨਾਲ ਖਲੋਤੀ, ਭਾਵੇਂ ਸਰਕਾਰ ਕਿਸੇ ਦੀ ਵੀ ਹੈ, ਤੇ ਅਗਲਾ ਬੰਦਾ ਜ਼ਿਆਦਾ ਜੁੜੂਗਾ, ਨਾਲ ਉਹ ਜ਼ਿਆਦਾ ਵਧੀਆ ਜ਼ਿਆਦਾ ਜੁੜੂਗਾ। ਅਸੀਂ ਇੱਥੇ 2 ਬੇਨਤੀਆਂ ਕਰਦੇ ਹਾਂ ਕਿ ਭਾਈ ਜੀ ਉਹ AC ਬਣਾ ਲਿਆ, AC ਥੋੜਾ ਚਲਾਓ, ਬੰਦਾ ਨਾ ਜੁੜ ਜਾਏ ਠੰਡ ਨਾਲ। ਤੇ ਦੂਸਰਾ, ਜੇ ਤੁਹਾਡੇ ਖਰਚੇ ਦਾ ਪਤਾ ਲੱਗ ਗਿਆ, ਬਾਹਰ ਜਿਹੜੇ ਖੜੇ ਦੇਖਦੇ ਉਹਨਾਂ ਦੇ ਦੰਦ ਜੁੜ ਜਾਣੇ ਆ। ਉਹ ਵੀ ਗੱਲ ਠੀਕ ਹੈ। ਤੀਜੀ ਗੱਲ ਮੈਂ ਬੇਨਤੀ ਕਰਾਂ ਵੀ ਹੁਣ ਪਤਾ ਨਹੀਂ ਇਹਦਾ ਪ੍ਰਭਾਵ ਪਵੇ ਨਾ ਪਵੇ, ਪਰ ਇੱਕ ਪ੍ਰਭਾਵ ਡੈਫੀਨੇਟਲੀ ਪੈ ਜਾਣਾ, ਕਿਉਂਕਿ ਵਿਰੋਧੀਆਂ ਗੱਲ ਚੁੱਕ ਲੈਣੀ ਵੀ ਰਾਹੁਲ ਗਾਂਧੀ ਸਾਹਿਬ ਜਦੋਂ ਉਦੋਂ ਖੇਤੀ ਵਾਲੀ ਗੱਲ ਚੱਲੀ ਸੀ, ਜਦੋਂ ਉਹਨਾਂ ਨੇ ਪੰਜਾਬ ਆਉਣਾ ਸੀ, ਉਦੋਂ ਸਪੈਸ਼ਲ ਟਰੈਕਟਰ ਤਿਆਰ ਕਰਾਉਣਾ ਪੈਂਦਾ, ਉਹਦੇ 'ਤੇ ਗੱਦਾ ਲਾਉਣਾ ਪੈਂਦਾ, ਸੋਫਾ ਲਾਉਣਾ ਪੈਂਦਾ, ਵੀ ਜਿਹੜੀ ਚੀਜ਼ ਹੋ ਨਹੀਂ ਸਕਦੀ ਉਹ ਕਰਾਉਂਦੇ ਨੇ ਸਹੂਲਤ ਲਈ। ਹੁਣ ਜੇ ਯਾਤਰਾ ਕਰਨੀ ਹੈ ਤਾਂ ਹੁਣ ਆਮ ਤੌਰ 'ਤੇ ਕੰਟੇਨਰ 'ਤੇ ਸਮਾਨ ਲੱਦਣ ਨਹੀਂ ਹੁੰਦਾ, ਉਹਦੇ 'ਚ ਆਪਾਂ AC ਬੈੱਡ ਦੂਜਾ ਸਾਜੋ ਸਮਾਨ ਲਵਾਉਂਦੇ, ਉਹ ਵੀ ਜਿਹੜੀ ਚੀਜ਼ ਨਹੀਂ ਹੋ ਸਕਦੀ। ਵੀ ਮਤਲਬ ਜਿਹੜੇ ਇੱਦਾਂ ਦੇ ਸ਼ੌਕ ਨੇ, ਉਹੋ ਜਿਹੇ ਸ਼ੌਕ ਜੇ ਕੱਲ੍ਹ ਨੂੰ ਵਿਰੋਧੀਆਂ ਨੇ ਫੜ ਕੇ ਛੱਜ 'ਚ ਪਾ ਕੇ ਛੱਟਣੇ ਸ਼ੁਰੂ ਕਰਤੇ ਵੀ ਹਾਂਜੀ ਇਹ ਦੇਖੋ ਜੀ, ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਸਾਹਿਬ, ਕਿਉਂਕਿ ਪੇਚਾ ਤੇ ਮੋਦੀ ਸਾਹਿਬ ਨਾਲ ਪੈਣਾ ਨਾ, ਵੀ ਉਹ ਮਹਾਰਾਜ ਇੰਨੇ ਸਾਦੇ ਨੇ ਵੀ ਉਹ ਇੱਥੋਂ ਸ਼ੁਰੂ ਹੋਏ, ਆ ਉਹਨਾਂ ਦਾ ਜੀਵਨ ਆ, ਤੇ ਤੁਸੀਂ ਦੱਸ ਦਿਓ ਵੀ ਇਸ ਬੰਦੇ ਨੂੰ ਚੁਣਨਾ ਕਿ ਇਸ ਬੰਦੇ ਨੂੰ ਚੁਣਨਾ। ਫਿਰ ਇਹ ਨਾ ਹੋਵੇ ਭਾਰਤ ਜੁੜੇ ਨਾ ਜੁੜੇ, ਕਾਂਗਰਸ ਖਿਲਰ ਜੇ। ਦੇਖੋ ਕਾਂਗਰਸ ਦਾ ਤਾਂ ਪਤਾ ਨਹੀਂ। ਇੱਥੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਕੀਤਾ ਸੀ, ਤੇ ਉਦੋਂ ਉਹਨਾਂ ਦੇ ਨਾਲ ਵੀ ਲੰਮ ਲਸ਼ਕਰ ਵਾਹਵਾ ਹੁੰਦਾ ਸੀ, ਰੌਣਕ ਹੁੰਦੀ ਸੀ ਵਾਹਵਾ, ਖਰਚ ਉੱਥੇ ਵੀ ਹੁੰਦੇ ਸੀ। ਆ ਪਿਛਲੇ ਦਿਨੀ ਜਲੰਧਰ ਆਏ ਸੀ ਕੇਜਰੀਵਾਲ ਸਾਹਿਬ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ, ਉਦੋਂ ਨਹੀਂ ਸੀ ਕਿਹੜੇ ਹੋਟਲ 'ਚ ਠਹਿਰੇ ਤੇ ਰੂਮ ਸਰਵਿਸ ਤੇ ਕਿੰਨੇ ਪੈਸੇ ਪੈ ਗਿਆ ਸੀ। ਇਸ ਕਰਕੇ ਜਾਣੀ ਠੀਕ ਹੀ ਆ ਭਾ। ਮੈਂ ਬਸ ਇੱਕ ਗੱਲ ਦੱਸ ਦਿਆਂ, ਤੁਸੀਂ ਗੱਦੀ ਦੀ ਗੱਲ ਕੀਤੀ ਟਰੈਕਟਰ ਤੇ, ਮੈਂ ਅੱਜ ਤੱਕ ਨਹੀਂ ਕਿਸੇ ਨੂੰ ਦੱਸਿਆ ਵੀ ਜਦੋਂ ਭਾ ਨੇ ਆਉਣਾ ਹੁੰਦਾ, ਮੇਰੀ ਡਿਊਟੀ ਹੁੰਦੀ ਪਹਿਲਾਂ ਕੁਰਸੀ ਸੈੱਟ ਕਰਕੇ ਤੇ ਕੁਰਸੀ ਤੇ ਇੱਕ ਐਕਸਟਰਾ ਗੱਦੀ ਰੱਖ। ਦੱਸੋ
ਚਲੋ ਤੇ ਗੱਦੀ ਜਦੋਂ ਮੈਂ 54 ਮਿੰਟ ਗੱਦੀ ਜਾਂਦਾ, ਗੱਦੀ ਦੀਆਂ ਚੀਕਾਂ ਨਿਕਲੀਆਂ ਹੁੰਦੀਆਂ, ਗੱਦੀ ਕਹਿੰਦੀ ਮੈਨੂੰ ਕੱਢ ਲਓ। ਅੱਛਾ ਗੱਲ ਇਹ ਆ ਵਾਟਸਐਪ, ਚਲੋ ਅਗਲੀ ਖਬਰ ਵਾਲੇ ਪਾਸੇ ਚੱਲੀਏ। ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਨੇ ਸਲਾਹ ਦਿੱਤੀ ਭਗਵੰਤ ਮਾਨ ਸਾਹਿਬ ਨੂੰ। ਉਹ ਕਹਿੰਦੇ ਮਾਨ ਸਾਹਿਬ ਮੈਂ ਇਹ ਬੇਨਤੀ ਕਰਦਾ ਵੀ ਜਿਹੜਾ ਦਿੱਲੀ ਵਾਲਾ ਮਾਡਲ ਹੈ ਨਾ, ਇਹ ਫੇਲ ਮਾਡਲ ਹੈ, ਇਹਦਾ ਖਹਿੜਾ ਛੱਡ ਦਿਓ। ਹੁਣ ਗੱਲ ਇਹ ਆ ਵੀ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ ਉਹ, ਪਰ ਦਿੱਲੀ 'ਚ ਪੰਜਾਬ ਵਾਲਾ ਲਾਗੂ ਕਰ ਦਈਏ। ਨਹੀਂ ਇਹ ਨਹੀਂ ਉਹਨਾਂ ਨੇ ਕਿਹਾ, ਉਹਨਾਂ ਸਲਾਹ ਦਿੱਤੀ। ਹੁਣ ਲੌਜਿਕ ਉਹਨਾਂ ਨੇ ਉਹਦੇ ਪਿੱਛੇ ਦਿੱਤਾ, ਉਹ ਕਹਿੰਦੇ ਵੀ ਫਾਊਂਡੇਸ਼ਨ ਲਰਨਿੰਗ ਸਟੱਡੀ ਕਰਕੇ ਇੱਕ ਨਵਾਂ ਸਰਵੇ ਆਇਆ। ਮੈਂ ਵੀ ਅੰਗਰੇਜ਼ੀ ਲਿਖਿਆ, ਮੈਂ ਕਿਹਾ ਭਰਾਵਾ ਔਖਾ ਨਾਂ ਉਹਨਾਂ ਨੇ ਲਿਆ। ਅਸਲ ਦੇ ਵਿੱਚ ਮਤਲਬ ਸਕੂਲਾਂ ਦੇ ਬਾਰੇ 'ਚ ਸਟੱਡੀ ਸੀਗੀ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਹਾਂ। ਓਕੇ, ਹੁਣ ਉਹ ਜਿਹੜਾ ਸਰਵੇ ਸਟੱਡੀ ਆਈ ਆ ਉਹਦੇ ਵਿੱਚ ਪੰਜਾਬ ਦੇ ਜਿਹੜੇ ਨਿਆਣੇ ਨੇ ਸਕੂਲਾਂ ਦੇ, ਉਹਨਾਂ ਨੂੰ ਮੈਥ ਵਿੱਚ, ਅੰਗਰੇਜ਼ੀ 'ਚ, ਹਿੰਦੀ 'ਚ ਦਿੱਲੀ ਦੇ ਸਕੂਲਾਂ ਦੇ ਨਿਆਣਿਆਂ ਨਾਲੋਂ ਉੱਪਰ ਪਾਇਆ ਗਿਆ। ਉਹ ਕਹਿੰਦੇ ਦੇਖੋ ਪਹਿਲਾਂ 2 ਸਰਵੇ ਆਏ, ਉਹਦੇ ਵਿੱਚ ਪੰਜਾਬ ਦੇ ਸਕੂਲ ਪਹਿਲਾਂ, ਹੁਣ ਜਿਹੜਾ ਸਰਵੇ ਆ ਗਿਆ ਜੀ ਇਹਦੇ ਵਿੱਚ ਵੀ ਪਹਿਲਾਂ। ਇਹਦਾ ਮਤਲਬ ਦਿੱਲੀ ਵਾਲਾ ਜਿਹੜਾ ਮਾਡਲ ਜਿਹਨੂੰ ਉਹ ਪ੍ਰਚਾਰ ਰਹੇ ਨੇ ਉਹ ਫੇਲ ਹੈ, ਪੰਜਾਬ ਦੇ ਸਕੂਲ ਤਾਂ ਪਹਿਲਾਂ ਹੀ ਤਰੱਕੀ ਨੇ। ਉਹ ਕਹਿੰਦੇ ਵੀ ਮਾਨ ਸਾਹਿਬ ਤੁਸੀਂ ਵੀ ਉਹਦਾ ਖਹਿੜਾ ਛੱਡ ਦਿਓ, ਇਹ ਸਲਾਹ ਦਿੱਤੀ ਉਹਨਾਂ। ਨਹੀਂ ਚੰਗੀ ਗੱਲ ਹੈ। ਇਹਦੇ ਵਿੱਚੋਂ ਮੈਨੂੰ ਇੱਕ ਗੱਲ ਤਾਂ ਚਾਹੀਦੀ ਹੈ, ਚਲੋ ਇੱਕ ਦੂਜੇ ਨੂੰ ਰਿਕੋਗਨਾਈਜ਼ ਤਾਂ ਕਰਨ ਲੱਗੇ ਲੀਡਰ, ਕਿਉਂਕਿ ਜੇ ਹੋਣ ਵਾਲਾ ਸਰਵੇ ਕਹਿੰਦਾ ਇਹਦਾ ਮਤਲਬ ਹੈ ਕਿ ਪਿਛਲੇ 5 ਸਾਲ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਨੇ ਕੰਮ ਕੀਤਾ ਹੋਣਾ। ਹਾਲਾਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਮਾਡਲ ਦਿੱਲੀ ਦੇ ਨਾਲ ਹੀ ਕੰਪੇਅਰ ਕੀਤਾ, ਪਰ ਜੇ ਕਾਂਗਰਸ ਪਾਰਟੀ ਨੇ 5 ਸਾਲ ਮਾੜਾ ਕੰਮ ਕੀਤਾ ਹੁੰਦਾ ਤਾਂ ਆਪੇ ਨਿਆਣੇ ਵੀ ਥੱਲੇ ਨੂੰ ਆ ਜਾਣੇ ਸੀ। ਇਹਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਜੀ ਅਸੀਂ ਵਧੀਆ ਕੰਮ ਕੀਤਾ ਸੀ, ਮੁੜ ਕੇ ਵਾਲੇ ਵੀ ਠੀਕ ਰਹੇ ਬੰਦੇ, ਉਹਨਾਂ ਨੇ ਸਾਡਾ ਮਾਡਲ ਕਾਇਮ ਰੱਖਿਆ। ਹਾਂ ਨਹੀਂ ਦੇਖੋ ਕਾਰਨ ਹੈ ਵੀ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹੁੰਦੇ ਪ੍ਰਗਟ ਸਿੰਘ ਹੋਰੀ ਜੀ, ਉਹਨਾਂ ਨੇ ਟਵੀਟ ਕਰਕੇ ਇਹ ਗੱਲ ਕਹੀ ਹੈ। ਇਹੋ ਗੱਲ ਉਹਨਾਂ ਨੇ ਵੀ ਕਹੀ। ਉਹ ਕਹਿੰਦੇ ਆਹ ਦੇਖ ਲਓ ਜੀ ਅਸੀਂ ਤਾਂ ਤੁਹਾਨੂੰ ਕਲੀਅਰ ਕੱਟ ਦੱਸੀ ਜਾਂਦੇ ਵੀ ਐਵੇਂ ਪ੍ਰਚਾਰੀ ਜਾਂਦੇ ਨੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਆ ਦੇਖੋ ਸਰਵੇ ਕਲੀਅਰ ਕੱਟ ਦੱਸਣ ਡਿਆ ਵੀ ਜਵਾਕ ਸਾਡੇ ਭਾਵੇਂ ਬੇਸਿਕ ਮੈਥ ਹੋਵੇ, ਇੰਗਲਿਸ਼ ਹੋਵੇ, ਹਿੰਦੀ ਹੋਵੇ, ਉਹ 'ਚ ਐਨ ਫਿੱਟ ਨੇ। ਪ੍ਰਗਟ ਸਿੰਘ ਹੋਰੀ ਪੜ੍ਹੇ ਲਿਖੇ ਬੰਦੇ ਨੇ, ਓਲੰਪੀਅਨ ਰਹੇ ਨੇ, ਖੇਡ ਡਾਇਰੈਕਟਰ ਰਹੇ ਨੇ, MLA 3 ਵਾਰੀ ਬਣਨਾ ਸੁਖਾਲਾ ਨਹੀਂ ਹੁੰਦਾ। ਉਹਨਾਂ ਦੇ ਕੋਲੇ ਉਹ ਜਦੋਂ ਬੋਲਦੇ ਵੀ ਆ ਨਾ, ਠਰਮੇ ਨਾਲ ਬੋਲਦੇ ਆ। ਮੈਂ ਕਹਿੰਦਾ ਕਿ ਕਿਤੇ ਪ੍ਰਗਟ ਸਿੰਘ ਜੀ ਤੁਸੀਂ ਇੱਕ ਕੰਮ ਕਰੋ, ਆ ਵਧੀਆ ਕੀਤਾ ਤੁਸੀਂ ਦੱਸਿਆ, ਸਾਨੂੰ ਚੰਗਾ ਲੱਗਾ ਸੀ ਤੇ ਚਾਹੁੰਦੇ ਪੰਜਾਬ ਦੇ ਨਿਆਣੇ ਪੜ੍ਹਨ। ਜੇ ਪੰਜਾਬ ਦੇ ਨਿਆਣੇ ਇੱਦਾਂ, ਹੋਰ ਕੀ ਚਾਹੀਦਾ? ਤੁਹਾਡੀ ਸਰਕਾਰ ਰਹੀ, ਤੁਸੀਂ ਮੰਤਰੀ ਵੀ 2-3 ਮਹੀਨੇ ਰਹੇ, ਵਧੀਆ। ਤੁਸੀਂ ਐਂ ਕਰੋ ਮਾੜਾ ਜਿਹਾ ਇੱਦਾਂ ਹੀ ਨਾ ਇੱਕ ਵਾਰੀ ਆ ਇੱਕ ਈਮੇਲ ਤੁਸੀਂ ਰਾਹੁਲ ਗਾਂਧੀ ਸਾਹਿਬ ਨੂੰ ਵੀ ਕਰੋ, ਉਹ ਕਿਉਂਕਿ ਉਹਨਾਂ ਨੇ ਸਾਰੇ ਭਾਰਤ 'ਚ ਘੁੰਮਣਾ ਹੀ, ਉਹ ਦੱਸਣ ਕਿ ਭਾਈ ਆ 6 ਮਹੀਨੇ ਪਹਿਲਾਂ ਤੱਕ ਪੰਜਾਬ 'ਚ ਸਾਡੀ ਸਰਕਾਰ ਸੀ, ਆਹ ਦੇਖੋ ਸਾਡੀ ਸਰਕਾਰ ਦੇ ਵੇਲੇ ਪੜ੍ਹਾਏ ਹੋਏ ਨਿਆਣੇ ਦੇ ਨਤੀਜੇ। ਨਹੀਂ ਤੇ ਉਹ ਇਹ ਈਮੇਲ ਕਰਨਗੇ ਤੇ ਵਿਰੋਧੀਆਂ ਨੇ ਕੈਪਟਨ ਸਾਹਿਬ ਦੇ ਉਹ ਜਿਹੜੇ ਕਰਜ਼ੇ ਤੇ ਲੀਕ ਵਾਲੀ ਕਰਤੀ, ਫੇਰ ਕੀ ਕਰਾਂਗੇ? ਨਹੀਂ ਚਲੋ ਠੀਕ ਹੈ ਭਰਾਵਾ, ਫਾਈਲਾਂ ਨਾ ਰੇਤੇ ਵਾਲੀਆਂ ਲੈ ਤੁਰਿਓ, ਬਾਕੀ ਕੋਈ। ਅੱਛਾ ਚਲੋ ਆਪਾਂ ਹੁਣ ਦੁਬਾਰਾ ਅਗਲੀ ਗੱਲ ਕਰ ਲਈਏ। ਅਗਲੀ ਗੱਲ ਇਹ ਆ ਵੀ ਮਾਨ ਸਾਹਿਬ ਤੇ ਕਹਿੰਦੇ ਹਰਿਆਣੇ 'ਚ ਵੀ ਬਿਜ਼ੀ ਨੇ ਹੁਣ, ਕੇਜਰੀਵਾਲ ਸਾਹਿਬ ਨਾਲ ਨੇ, ਪ੍ਰਚਾਰ ਕਹਿੰਦੇ ਉੱਧਰ ਨੂੰ ਵੀ ਚੱਲੀ ਜਾਂਦਾ ਤੇ ਗੁਜਰਾਤ ਵਾਲੇ ਪਾਸੇ ਵੀ ਵਾਅਦੇ ਕਰ ਆਏ ਸੀ। ਉੱਥੇ ਤਾਂ ਕੇਜਰੀਵਾਲ ਸਾਹਿਬ ਇਹ ਵੀ ਕਹਿ ਸੀ ਭਾਜਪਾ ਦੇ ਵਰਕਰਾਂ ਨੂੰ ਵੀ ਮਹਾਰਾਜ ਛੱਡੋ, ਅਸੀਂ ਉੱਦਾਂ ਦੇ ਨਾਲ ਰਹਿਣਾ, ਜੀ ਸਦਕੇ ਰਹੋ, ਕੰਮ ਤੁਸੀਂ ਹੁਣ ਆਮ ਆਦਮੀ ਪਾਰਟੀ ਲਈ ਕਰਨਾ, ਸਰਕਾਰ ਆਪਣੀ। ਹਿਮਾਚਲ 'ਚ ਵੀ ਗਰੰਟੀਆਂ ਦੇਤੀਆਂ, ਹੁਣ ਹਰਿਆਣੇ ਵਾਲੇ ਵੀ ਤੁਰ ਪਿਆ। ਨਹੀਂ ਦੇਖੋ ਅਗਲੇ ਹੁਣ ਕੇਜਰੀਵਾਲ ਸਾਹਿਬ ਨੇ ਤਾਂ ਉੱਥੇ ਦੂਸਰਾ ਇੱਕ ਸ਼ੁਰੂ ਕੀਤਾ ਨਾ, ਉਹ ਕਹਿੰਦੇ ਮੇਰੀ ਜਨਮ ਭੂਮੀ ਆ, ਮੇਰਾ ਤਾਂ ਆਪਦਾ ਸੂਬਾ ਹਰਿਆਣਾ। ਯਾਰ ਮੈਂ ਸਕੂਲ ਠੀਕ ਕਰਦਾ ਫਿਰਦਾ, ਕਹਿੰਦੇ ਪਹਿਲੇ ਦਿੱਲੀ ਦੇ ਕੀਤੇ, ਪੰਜਾਬ ਦੇ ਕੀਤੇ, ਬਾਕੀ ਯਾਰ ਮੇਰੇ ਤੋਂ ਹਰਿਆਣੇ ਵਾਲੇ ਤੁਸੀਂ ਵੀ ਆਪਣੇ ਸਕੂਲ ਠੀਕ ਕਰਾ ਲਓ, ਮਾੜੀ ਜਿਹੀ ਸਰਕਾਰ ਬਣਾ ਦਿਓ। ਯਾਨੀ ਸਕੂਲ ਠੀਕ ਕਰਾਉਣਾ ਤਾਂ ਮਾੜੀ ਜਿਹੀ ਸਰਕਾਰ ਬਣਾ ਦਿਓ। ਆਹ ਨਹੀਂ ਉੱਦਾਂ ਥੋੜ੍ਹਾ ਹੁਣ ਸਕੂਲ ਠੀਕ ਹੋ ਜਾਣਗੇ, ਮਤਲਬ ਇਹ ਤਾਂ ਇੰਨਾ ਕੁ ਹੁੰਦਾ ਨਾ ਵੀ ਥੋੜ੍ਹਾ ਬਹੁਤ ਹੁਣ ਕੁਛ ਤੁਸੀਂ ਵੀ ਕਰੋ, ਜੇ ਅਸੀਂ ਇੰਨਾ ਜ਼ੋਰ ਲਾਉਣਾ ਤਾਂ। ਦੇਖੋ ਭਗਵੰਤ ਮਾਨ ਸਾਹਿਬ ਨਾਲ ਹੀ ਸੀ, ਅੱਜ ਕੱਲ੍ਹ ਸਟਾਰ ਪ੍ਰਚਾਰਕ ਨੇ ਪਾਈ ਉਹ। ਹੁਣ ਕੁਲਦੀਪ ਬਿਸ਼ਨੋਈ ਦਾ ਆਪਾਂ ਚਰਚਾ ਕੀਤਾ ਸੀ ਕਿ ਕਾਂਗਰਸ ਛੱਡ ਕੇ ਭਾਜਪਾ ਚਲ ਗਿਆ ਤੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਹੋਊਗੀ, ਜਿੱਥੋਂ ਜਿੱਤੇ ਸੀ ਹਰਿਆਣੇ ਦਾ ਆਦਮਪੁਰ। ਉਹ ਕਹਿੰਦੇ ਵਾਹ, ਇੱਧਰ ਉੱਧਰ ਦੀਆਂ ਗੱਲਾਂ ਕਰਕੇ ਤੁਰ ਗਏ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ, ਪਾਣੀ ਦੀ ਗੱਲ ਹੀ ਨਾ ਕੀਤੀ। ਸਾਨੂੰ ਤਾਂ ਕਹਿੰਦੇ ਪਾਣੀ ਚਾਹੀਦਾ, ਉਹਦੇ ਤੇ ਉਹ ਬਾਕੀ ਸਾਰਾ ਕੁਝ ਛੱਡ ਦਿਓ। ਨਹੀਂ ਦੇਖੋ ਕਾਰਨ ਹੈ ਅਗਲੇ ਨੂੰ ਪਤਾ ਵੀ ਵੀਰ ਫੋੜਾ ਕਿੱਥੇ ਆ, ਉੱਥੇ ਪੈਰ ਰੱਖਾਂਗੇ ਜਾਂ ਉੱਥੇ ਉਂਗਲ ਰੱਖਾਂਗੇ, ਬਾਕੀ ਸਰੀਰ ਦਾ ਕੀ ਫਾਇਦਾ? ਹੁਣ ਮੰਨ ਲਓ ਕਬੱਡੀ ਖੇਡਣੀ ਆ, ਮਤਲਬ ਵੀ ਹੋਰ ਕੁਝ ਹੋਵੇ ਨਾ ਹੋਵੇ, ਕਿਸੇ ਨੇ ਇੱਧਰੋਂ ਦੱਸਦਾ ਕਹਿੰਦਾ ਕੁਛ ਨਹੀਂ ਹੋਇਆ, ਇਹ ਨਾ ਕੱਲ ਡਿੱਗ ਪਿਆ ਸੀ ਤੇ ਇਹਦੀ ਹਰਕਤ ਥੋੜ੍ਹੀ ਜਿਹੀ ਹਿੱਲੀ ਆ, ਜੇ ਤੂੰ ਕਿਤੇ ਹੋਰ ਕੁਝ ਹੋਵੇ ਨਾ ਹੋਵੇ, ਕੂਣੀ ਦੇ ਹੱਥ ਪਾ ਲੈਣਾ ਇੱਕ ਨਾ, ਫੇਰ ਨਹੀਂ ਲਈਦੇ। ਹੁਣ ਉਹਨਾਂ ਨੂੰ ਪਤਾ ਵੀ ਭਾਈ ਸਾਹਿਬ ਹੋਰ ਕੁਝ ਹੋਵੇ ਨਾ ਹੋਵੇ, ਜੇ ਅਸੀਂ ਹਰਿਆਣੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਆਉਣ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਨਾ ਤੇ SYL ਨਹਿਰ ਤੋਂ ਇਲਾਵਾ ਹੋਰ ਮੁੱਦਾ ਹੀ ਕੋਈ ਨਹੀਂ। ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਸੰਧਾਲੀਆ ਸਾਹਿਬ ਆਪਾਂ 2-3 ਖਬਰਾਂ ਜਿਹੜੀਆਂ ਨਿਬੇੜਨੀਆਂ। ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋਇਆ, ਦੋਸ਼ 2 ਨਿਹੰਗ ਸਿੰਘਾਂ ਤੇ ਲੱਗਾ ਤੇ ਇੱਕ ਹੋਰ ਨੌਜਵਾਨ ਦੇ ਉੱਤੇ ਲੱਗਾ ਤੇ ਉਹ ਤਾਂ ਫੜਿਆ ਗਿਆ। ਹੁਣ ਚਰਚਾ ਕੀ ਚੱਲਦੀ ਹੈ ਕਿ ਮੇਰੇ ਖਿਆਲ ਪੌਣਾ ਕਿਲੋਮੀਟਰ ਹੋਊਗਾ ਸ਼੍ਰੀ ਦਰਬਾਰ ਸਾਹਿਬ ਤੋਂ ਇਲਾਕਾ, ਤੇ ਉਹਨਾਂ ਨੇ ਕਿਹਾ ਜੀ ਆਲੇ ਦੁਆਲੇ ਲੋਕ ਵੀ ਸੀ, CCTV ਕੈਮਰੇ ਦੇ ਵਿੱਚ ਸਾਰੀ ਫੁਟੇਜ ਜਿਹੜੀ ਹੈ ਉਹ ਹੋ ਗਈ, ਰਿਕਾਰਡ ਹੋ ਗਈ। ਉਹ ਕਹਿੰਦੇ ਸੀ ਸ਼ਰਾਬ ਪੀ ਕੇ ਖੜਾ ਸੀ ਉੱਥੇ ਤੇ ਇੱਕ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਲੱਗਾ ਸੀ।
ਪਰਿਵਾਰ ਦੇ ਮੈਂਬਰ ਕਹਿੰਦੇ ਜੀ ਮੁੰਡਾ ਸਾਡਾ ਸਿਗਰਟ ਵੀ ਨਹੀਂ ਸੀ ਪੀਂਦਾ। ਚਲੋ ਇਹ ਤਾਂ ਬਾਅਦ ਦੀ ਗੱਲ ਹੈ। ਫਿਰ ਉੱਥੇ ਝਗੜਾ ਹੋਇਆ, ਇੱਕ ਨਿਹੰਗ ਸਿੰਘ ਦੀ ਦਸਤਾਰ ਲਿੱਥ ਗਈ ਤੇ ਉਹਦੇ ਤੋਂ ਬਾਅਦ ਕਿਰਪਾਨਾਂ ਨਾਲ ਮੁੰਡਾ ਟੰਗਿਆ ਗਿਆ, ਮੌਤ ਹੋ ਗਈ ਉਹਦੀ। ਇੱਕ ਹਲਕੀ ਜਿਹੀ ਚਰਚਾ ਵਿੱਚ ਹੋਰ ਵੀ ਚੱਲਦੀ ਹੈ, ਉਹ ਇਹ ਚੱਲਦੀ ਹੈ ਕਿ ਸ਼ਾਇਦ ਉਹਨੂੰ ਕੋਈ ਬਹੁਤ ਲੰਬਾ ਸਮਾਂ ਹਸਪਤਾਲ ਹੀ ਨਹੀਂ ਲੈ ਕੇ ਗਿਆ, ਸ਼ਾਇਦ ਕਈ ਘੰਟੇ ਨਹੀਂ ਕੋਈ ਲੈ ਕੇ ਗਿਆ, ਕਿ ਉਹਦੀ ਤਾਂ ਮੌਤ ਹੋ ਗਈ ਹੈ। ਹੁਣ ਦੇਖੋ, ਪਹਿਲੀ ਗੱਲ ਹੈ ਕਿ ਜੇ ਕੋਈ ਬੰਦਾ ਕਾਨੂੰਨਨ ਗਲਤ ਕਰਦਾ, ਉਹਦੀ ਕਾਨੂੰਨ ਦੇ ਵਿੱਚ ਸ਼ਿਕਾਇਤ ਕੀਤੀ ਜਾਵੇ ਤਾਂ ਵਧੀਆ, ਆਪ ਇਨਸਾਫ ਦੇਣ ਵਾਲੇ ਪਾਸੇ ਤੋਂ ਆਪਾਂ ਬਚੀਏ ਤਾਂ ਚੰਗਾ। ਹੁਣ ਇੱਕ ਨੌਜਵਾਨ ਗ੍ਰਿਫਤਾਰ ਹੋ ਗਿਆ, 2 ਨਿਹੰਗ ਸਿੰਘਾਂ ਤੋਂ ਇਲਾਵਾ ਕਹਿੰਦੇ ਜੇ ਇੱਕ ਤੀਜਾ ਮੁੰਡਾ ਵੀ ਨਾਲ ਸੀ, ਉਹਨੂੰ ਫੜ ਲਿਆ। ਬਾਕੀਆਂ ਨੂੰ ਜਿਹੜਾ, ਕਿਉਂਕਿ 35 ਸਾਲ ਦਾ ਮੁੰਡਾ, ਉਹਦਾ ਹੁਣ ਟੱਬਰ ਕਹਿੰਦਾ ਜੀ ਸਾਡਾ ਬਣੂਗਾ ਕੀ। ਪਰ ਬਚਣਾ ਚਾਹੀਦਾ। ਜੇ ਕੋਈ ਵੀ ਧਾਰਮਿਕ ਸਥਾਨ ਨੇੜੇ ਹੈ, ਜੇ ਉਧਰਲੇ ਪਾਸੇ ਨੂੰ ਸੰਗਤ ਜਾਂਦੀ ਹੈ, ਕੋਈ ਵੀ ਧਾਰਮਿਕ ਸਥਾਨ ਹੋਵੇ, ਇੱਦਾਂ ਦਾ ਕੰਮ ਨਾ ਕਰੋ। ਜੇ ਤੁਹਾਡਾ ਨਹੀਂ ਸਰਦਾ ਪੀਣੀ ਹੈ, ਘਰੇ ਬਹਿ ਕੇ ਪੀ ਜਾਓ ਭਾਈ, ਨਾ ਖੋਲੋ ਕੁੰਡਾ, ਕਾਹਨੂੰ ਬਾਹਰ ਆਉਣਾ ਹੀ। ਪਰ ਇਸ ਘਟਨਾ ਤੋਂ ਬਾਅਦ ਇੱਕ ਵਾਰੀ ਫਿਰ ਚਰਚਾ ਜ਼ਰੂਰ ਛਿੜੀ ਹੈ। ਨਹੀਂ, ਉਹ ਜਿਹੜਾ ਮੁੰਡਾ ਫੜਿਆ ਗਿਆ, ਉਹਨੇ ਤਾਂ ਮੀਡੀਆ ਨੇ ਇਹ ਕਿਹਾ, ਉਹ ਕਹਿੰਦੇ ਜੀ ਮੈਂ ਤਾਂ ਛਡਾਉਂਦਾ ਸੀ, ਵੀ ਮੈਂ ਛਡਾਉਂਦਾ ਸੀ ਕਿਉਂਕਿ ਉੱਥੇ ਹੀ ਉਹ ਮੇਰਾ ਖਿਆਲ ਕੰਮ ਕਰਦਾ ਸੀਗਾ। ਉਹ ਕਹਿੰਦੇ ਵੀ ਮੈਂ ਜਦੋਂ ਝਗੜਾ ਵੇਖਿਆ ਤੇ ਮੈਂ ਤਾਂ ਛਡਾਉਂਦਾ ਸੀ, ਤੇ ਮੇਰੇ ਛਡਾਵੇ ਦੇ ਵਿੱਚ ਸਗੋਂ ਮੇਰਾ ਨਾਂ ਪਾਤਾ ਵੀ ਇਹਨੇ ਕੰਮ ਕੀਤਾ ਹੈ। ਕਹਿੰਦਾ ਉਹ ਵੀ, ਉਹ ਕਹਿੰਦਾ ਵੀ ਸ਼ਾਇਦ ਉਹਦੇ ਨਾਲ ਕੋਈ ਲੜਕੀ ਵੀ ਸੀਗੀ, ਉਹਨਾਂ ਦੇ ਮੁੰਡੇ ਨਾਲ, ਹਾਂ ਕੋਈ ਲੜਕੀ ਵੀ ਸੀਗੀ, ਤੇ ਉਹਨਾਂ ਦੇ ਕੋਲ ਕੋਈ ਨਸ਼ੀਲੇ ਪਦਾਰਥ ਵੀ ਸੀਗੇ, ਐਂਡ ਦੋਵੇਂ ਨਸ਼ੇ ਸੀ, ਜੋ ਉਹਦੀ ਸਟੇਟਮੈਂਟ ਮੀਡੀਆ ਦੇ ਵਿੱਚ ਆਉਂਦੀ ਹੈ। ਹੁਣ ਅਸਲ 'ਚ ਸੱਚਾਈ ਕੀ ਹੈ ਕੀ ਨਹੀਂ ਹੈ, ਇਹ ਤੇ ਮੇਰੇ ਖਿਆਲ ਨਾਲ ਪੁਲਿਸ ਜਦੋਂ ਛਾਣਬੀਣ ਕਰੂਗੀ ਉਦੋਂ ਪਤਾ ਲੱਗੂਗਾ। ਪਰ ਇੱਕ ਗੱਲ ਤਾਂ ਹੈਗੀ ਆ ਵੀ ਉਹ ਕੁਛ ਵੀ ਸੀ, ਕਿਸੇ ਨੂੰ ਮਾਰ ਦੇਣਾ ਤੇ ਕਿਸੇ ਚੀਜ਼ ਦਾ ਹੱਲ ਨਹੀਂ ਨਾ ਹੈਗਾ। ਨਹੀਂ, ਬਚਣਾ ਚਾਹੀਦਾ। ਦੇਖੋ, ਧਰਮ ਤਾਂ ਜੋੜਨਾ ਸਿਖਾਉਂਦਾ ਨਾ, ਅਗਲੇ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ। ਹਾਂ, ਜਿਹੜੀ ਦਸਤਾਰ ਲਿੱਥੀ ਨਿਹੰਗ ਸਿੰਘ ਦੀ, ਉਹ ਬਰਦਾਸ਼ਤ ਤੋਂ ਬਾਹਰ ਹੈ, ਨਹੀਂ ਹੋਣਾ ਚਾਹੀਦਾ। ਝਗੜੇ ਦੇ ਵਿੱਚ ਉਧਰਲੇ ਪਾਸੇ ਨੂੰ ਗੱਲ ਨਹੀਂ ਸੀ ਜਾਣੀ ਚਾਹੀਦੀ। ਤੇ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰੇ ਚੰਗੇ ਤਰੀਕੇ ਸਾਰਾ ਕੁਝ, ਕਿਉਂਕਿ ਉਹਨਾਂ ਨੂੰ ਵੀ ਪੁੱਛਿਆ ਸੀ ਪੱਤਰਕਾਰਾਂ ਨੇ ਸਵਾਲ ਆਫੀਸਰ ਸਾਹਿਬ ਨੂੰ ਕਿ ਲੜਕੀ ਸੀ ਜੀ ਕੋਈ ਨਾਲ, ਉਹ ਕਹਿੰਦੇ ਜੀ ਸਾਡੇ ਕੋਲ ਹਾਲ ਦੀ ਘੜੀ ਉਹਦਾ ਐਵੀਡੈਂਸ ਕੋਈ ਨਹੀਂ, ਅਸੀਂ ਬਿਨਾਂ ਐਵੀਡੈਂਸ ਤੋਂ ਗੱਲ ਨਹੀਂ ਕਰਨੀ, ਬਾਕੀ ਜਾਂਚ ਪੜਤਾਲ ਜਾਰੀ ਹੈ। ਚਲੋ ਜੋ ਵੀ ਹੋਊਗਾ ਕਲੀਅਰ ਹੋ ਜੂਗੀ ਗੱਲਬਾਤ। ਪਰ ਇਹਨਾਂ ਵੀ ਜਿਹੜਾ ਘਾਟਾ ਇੱਕ ਪਰਿਵਾਰ ਨੂੰ ਪੈ ਗਿਆ ਉਹ ਮਾੜਾ। ਇਹੋ ਜਿਹੀਆਂ ਘਟਨਾਵਾਂ ਇੱਕ ਗੱਲ ਤਾਂ ਹੈਗੀਆਂ ਵਾਰ ਸਾਹਿਬ ਜਦੋਂ ਵਾਪਰਦੀਆਂ, ਹੁਣ ਤੁਸੀਂ ਦੇਖੋ ਵੀ ਜਿਨ੍ਹਾਂ ਲੋਕਾਂ ਦੇ ਸਾਹਮਣੇ ਸਾਰਾ ਕੁਝ ਹੋ ਗਿਆ, ਉਹਨਾਂ ਦੇ ਮਨ 'ਤੇ ਜਿਹੜਾ ਪ੍ਰਭਾਵ ਚਲੇ ਗਿਆ ਉਹ ਛੇਤੀ ਕੀਤਿਆਂ ਜਾਣਾ ਨਹੀਂ ਜੀ, ਕਿਉਂਕਿ ਹਰੇਕ ਨੂੰ ਇਹ ਲੱਗਣਾ। ਹੁਣ ਇੱਕ ਆਪਾਂ ਹੋਰ ਬੇਨਤੀ ਕਰਦੇ ਹੁੰਦੇ ਹਾਂ ਵੀ ਜਦੋਂ ਖਾਸ ਤੌਰ 'ਤੇ ਕੋਈ ਬਾਹਰੋਂ, ਪੰਜਾਬੋਂ ਬਾਹਰੋਂ ਆਉਂਦਾ, ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਅੱਜ ਕੱਲ੍ਹ ਬਹੁਤ ਲੋਕ ਆਉਂਦੇ ਨੇ ਜਿਹੜੇ ਦਰਸ਼ਨ ਕਰਨ ਵੀ ਆਉਂਦੇ ਨੇ, ਕਿਉਂਕਿ ਬਹੁਤ ਸਾਰੇ ਟੂਰਿਸਟ ਜਿਹੜੇ ਅੱਗੇ ਜਾਂਦੇ ਨੇ ਉਹਨਾਂ ਨੂੰ ਕੰਪਨੀਆਂ ਵੀ ਲੈ ਆਉਂਦੀਆਂ ਵੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਕੇ ਲਿਆਉਂਦੇ ਜੀ। ਹੁਣ ਜੇ ਮੰਨ ਲਓ ਉਹਨਾਂ ਨੇ ਕਿਤੇ ਨਾ ਕਿਤੇ ਇਹ ਘਟਨਾ ਨੂੰ ਸਾਰੀ ਨੂੰ ਦੇਖਿਆ ਹੁੰਦਾ ਜਾਂ ਦੇਖ ਲਿਆ ਹੋਵੇ, ਉਹਨਾਂ ਨੇ ਉੱਥੋਂ ਕੀ ਪ੍ਰਭਾਵ ਲੈ ਕੇ ਜਾਣਾ, ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਨਹੀਂ, ਬਹੁਤ ਜ਼ਰੂਰੀ ਹੈ। ਬਾਕੀ ਸੰਧਾਵਾਲੀਆ ਸਾਹਿਬ, ਇੱਕ SYL ਦੇ ਮੁੱਦੇ 'ਤੇ ਜਿਹੜੀ ਚਰਚਾ ਚੱਲਦੀ ਸੀ ਨਾ, ਅਸੀਂ ਦੋਨਾਂ ਸੂਬਿਆਂ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਹਿਸਾਬ ਨਾਲ ਵੀ, ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਆਪਾਂ ਕੀਤੀ ਕਿ ਭਾਈ ਬਹੁਤ ਔਖੇ ਨੇ ਲੋਕ, ਤੰਗ ਨੇ, ਪਰੇਸ਼ਾਨ ਨੇ, ਸਰਕਾਰਾਂ ਕਈ ਬਦਲ ਗਈਆਂ, ਕੰਮ ਨਹੀਂ ਠੰਡਾ ਪਿਆ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਹਿਬ ਨੇ ਖੁਦ ਅਨਾਉਂਸ ਕੀਤਾ, ਕਹਿੰਦੇ ਜੀ ਵੱਡੀ ਸਮੱਸਿਆ ਬਣ ਗਈ ਨਸ਼ਾ। ਅਸੀਂ ਹਰਿਆਣੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸਰਵੇ ਕਰਾਉਣ ਜਾ ਰਹੇ ਹਾਂ ਕਿ ਸਾਡੇ ਕੋਲ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਬੰਦੇ ਨਸ਼ੇੜੀ ਨੇ, ਉੱਥੇ ਕਿੰਨੇ ਹੋਰ ਨਸ਼ਾ ਛਡਾਊ ਕੇਂਦਰ ਖੋਲ੍ਹਣ ਦੀ ਲੋੜ ਹੈ, ਅਸੀਂ ਕਾਬੂ ਕਿਵੇਂ ਪਾ ਸਕਦੇ ਹਾਂ। ਹੁਣ ਦੇਖੋ, ਜੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਖੁਦ ਇਹ ਕਹਿਣਾ ਪਵੇ ਕਿ ਵੱਡੀ ਸਮੱਸਿਆ ਬਣ ਗਈ ਤੇ ਅਸੀਂ ਹੁਣ ਸਰਵੇ ਸਪੈਸ਼ਲ ਕਰਾਉਣਾ, ਕੀ ਪੁੱਛਣਗੇ ਤੁਹਾਡਾ ਮੁੰਡਾ ਕੁਛ ਖਾਂਦਾ ਪੀਂਦਾ ਤਾਂ ਨਹੀਂ, ਤੇ ਅਸੀਂ ਕਹਿੰਦੇ ਕਰਾ ਕੇ ਕੰਮ ਬੰਦ ਕਰਾਉਣਾ ਜਿੰਨੀ ਛੇਤੀ ਹੋ ਸਕੇ। ਹੁਣ ਦੋਨਾਂ ਸੂਬਿਆਂ ਦੇ ਸਾਹਮਣੇ ਸੰਕਟ ਤਾਂ ਆ ਨੇ, ਗੈਂਗਸਟਰਾਂ ਦਾ ਸੰਕਟ ਹੈ, ਦੂਜਾ ਸੰਕਟ ਸਿਆਸੀ ਤੌਰ 'ਤੇ ਕ੍ਰੀਏਟ ਕੀਤਾ ਜਾਣਾ। ਉਹ ਸੰਕਟ ਨੂੰ ਕ੍ਰੀਏਟ ਕਰਨ ਦੀ ਲੋੜ ਕੋਈ ਨਹੀਂ, ਉਹਦਾ ਹੱਲ ਕੱਢਣ ਦੀ ਲੋੜ ਹੈ। ਨਹੀਂ, ਤੁਸੀਂ ਇਹ ਦੇਖੋ ਨਾ ਵੀ ਜੇ ਬਿਸ਼ਨੋਈ ਸਾਹਿਬ ਦੇ ਹੋਣੇ ਆਪਾਂ ਬਿਆਨ ਦੀ ਗੱਲ ਕੀਤੀ ਜੀ, ਹੁਣ ਜੀ ਉੱਥੇ ਉਹ ਬਿਆਨ ਦੇ ਕੇ ਗਏ ਸੀ, ਉੱਧਰੋਂ BJP ਚਲੇ ਗਏ ਨੇ, ਤੇ ਹੁਣ ਉਹ ਇਹ ਕਹਿੰਦੇ ਵੀ ਦੇਖੋ ਜੀ ਆਹ ਇੱਕ ਸਮੱਸਿਆ ਹੈਗੀ ਆ, ਕੋਈ ਗੱਲ ਨਹੀਂ, ਅਸੀਂ ਹੁਣ ਆ ਗਏ, ਅਸੀਂ ਇਹਦਾ ਹੱਲ ਕਰਾਂਗੇ। ਫਿਰ ਤੇ ਹੋ ਸਕਦਾ ਲੋਕਾਂ ਨੂੰ ਉੱਥੇ ਫਰਕ ਪੈਂਦਾ, ਪਰ ਉਸ ਫਰਕ ਬਿਆਨ ਦੇ ਨਾਲ ਕੋਈ ਗੱਲ ਪਟਾਕਾ ਨਹੀਂ ਸੀ ਪੈਣਾ। ਉਹਨਾਂ ਨੇ ਪਟਾਕਾ SYL ਨਹਿਰ ਵਾਲਾ ਪਾ ਲਿਆ। ਪਰ ਆਹ ਗੱਲ ਠੀਕ ਆ ਵੀ ਉਹ ਰੋਗ ਹੌਲੀ ਹੌਲੀ, ਆਪਾਂ ਇਸ ਤੋਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਪੰਜਾਬ ਨੂੰ ਲੱਗੀਆਂ ਸੀ, ਪੰਜਾਬ ਨੇ ਪਿੰਡੇ 'ਤੇ ਹੰਢਾਈਆਂ, ਪੰਜਾਬ ਨੇ ਉਹਦੇ ਤੋਂ ਉੱਭਰਨ ਦੀ ਕੋਸ਼ਿਸ਼ ਕੀਤੀ, ਉਹ ਹੌਲੀ ਹੌਲੀ ਹੁਣ ਹਰਿਆਣੇ ਵੱਲ ਨੂੰ ਤੁਰੀਆਂ ਜਾਂਦੀਆਂ। ਐਂਡ ਆਪਾਂ ਨੂੰ, ਮੈਨੂੰ ਇਹਦੇ 'ਚ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ, ਜਦੋਂ ਆਪਾਂ ਚੰਡੀਗੜ੍ਹ ਹੱਬ ਦੀ ਗੱਲ ਕਰਦੇ, ਫਿਰ ਆਪਾਂ ਟਰਾਈ ਸਿਟੀ ਦੀ ਗੱਲ ਕਰਦੇ ਹਾਂ, ਫਿਰ ਆਪਾਂ ਇਹ ਵੀ ਦੇਖਦੇ ਹਾਂ ਵੀ ਯਾਰ ਨੌਜਵਾਨ ਕਹਿੰਦਾ ਵੀ ਹੋਰ ਕੋਈ ਗੱਲ ਬਣਨ ਵਾਲੇ ਵੀਰ ਚੰਡੀਗੜ੍ਹ ਜਾਣਾ ਹੈ, ਆਪਾਂ ਹੁਣ ਚੰਡੀਗੜ੍ਹ ਰਹਿਣਾ ਹੀ। ਜੇ ਆਹ ਸ਼ੌਕ ਆ ਚਸਕਾ ਪੰਜਾਬ ਦੇ ਨੌਜਵਾਨ ਨੂੰ, ਹੋ ਸਕਦਾ ਹਰਿਆਣੇ ਵਾਲ ਨੂੰ ਕਿਹੜਾ ਨਹੀਂ। ਤੇ ਜਦੋਂ ਆਪਾਂ ਇੱਕੇ ਥਾਂ ਰਹਿਣਾ, ਇੱਕੋ ਸ਼ਹਿਰ 'ਚ ਰਹਿਣਾ, ਤੇ ਫਿਰ ਜੇ ਮੰਨ ਲਓ ਕੁਛ ਵੀ, ਭਾਵੇਂ ਉਹ ਕੋਈ ਚੰਗਾ ਕੰਮ ਹੋਵੇ ਭਾਵੇਂ ਮਾੜਾ ਹੋਵੇ, ਜਦੋਂ ਫਿਰ ਸਾਂਝ ਪਿਆਲੀ ਇਕੱਠਿਆਂ ਦੀ ਹੁੰਦੀ, ਫਿਰ ਉੱਥੋਂ ਜਾ ਕੇ ਲਾਮਤਾਂ ਫਿਰ ਦੂਰ ਤੱਕ ਜਾਂਦੀਆਂ ਤੇ ਹੈਗੀਆਂ, ਭਾਵੇਂ ਉਹ ਪੰਜਾਬ ਦੇ ਪਿੰਡਾਂ 'ਚ ਜਾਣ ਭਾਵੇਂ ਹਰਿਆਣੇ ਦੇ ਜਾਣ। ਨਹੀਂ, 100% ਦੀ ਜਾਂਦੀਆਂ ਜੀ। ਪਿਛਲੇ ਸਮੇਂ ਦੇ ਵਿੱਚ ਨਜਾਇਜ਼ ਰੇਤਾ ਦੀ ਗੱਲ ਵੀ ਚੱਲਦੀ ਸੀ, ਕਈ ਕੁਛ ਚੱਲਦਾ ਸੀ। ਸਾਡਾ ਬਹੁਤ ਕੁਛ ਸਾਂਝਾ, ਸਾਂਝੀਆਂ ਸਮੱਸਿਆਵਾਂ ਨੂੰ ਐਡਰੈਸ ਕਰੀਏ, ਗੱਲ ਫਿਰ ਬਣਦੀ ਹੈ। ਬਾਕੀ ਸੰਧਾਵਾਲੀਆ ਸਾਹਿਬ ਆਮ ਆਦਮੀ ਪਾਰਟੀ ਦੇ MLA ਨੇ ਅਮਰਗੜ੍ਹ ਤੋਂ, ਜਸਵੰਤ ਸਿੰਘ ਗੱਜਣ ਮਾਜਰਾ ਸਾਹਿਬ,
ਪਹਿਲਾਂ ਬੈਂਸ ਭਰਾਵਾਂ ਦੀ ਪਾਰਟੀ ਤੋਂ ਇਲੈਕਸ਼ਨ ਲੜੀ ਸੀ 2017 'ਚ, ਫਿਰ ਆਮ ਆਦਮੀ ਪਾਰਟੀ 'ਚ ਆ ਗਏ। ਅਮਰਗੜ੍ਹ ਇਸ ਕਰਕੇ ਵੀ ਚਰਚਾ ਦਾ ਕੇਂਦਰ ਬਣਿਆ ਰਿਹਾ ਕਿਉਂਕਿ ਸੰਗਰੂਰ ਵਾਲੇ ਮੌਜੂਦਾ MP ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਉੱਥੋਂ ਖਲੋਤੇ ਸੀ। 2 ਨੰਬਰ ਤੇ ਰਹੇ, 6-7 ਹਜ਼ਾਰ ਵੋਟਾਂ ਦੇ ਨਾਲ ਹੀ ਹਾਰੇ। ਗੱਜਣ ਮਾਜਰਾ ਸਾਹਿਬ MLA ਬਣ ਗਿਆ। ਚਰਚਾ ਉਦੋਂ ਵੀ ਹੋਈ ਜਦੋਂ ਕਹਿੰਦੇ ਰੁਪਈਆ ਤਨਖਾਹ ਲੈਣੀ ਆ, ਵੱਧ ਨਹੀਂ, 1 ਵੀ ਰੁਪਈਆ ਲੈਣਾ। ਚਰਚਾ ਉਦੋਂ ਵੀ ਹੋਈ ਜਦੋਂ CBI ਨੇ ਛਾਪੇ ਮਾਰੇ ਪਿਛਲੇ ਸਮੇਂ 'ਚ। CBI ਦੇ ਛਾਪਿਆਂ 14-15 ਲੱਖ ਰੁਪਈਆ ਵੀ ਕਹਿੰਦੇ ਜੀ ਕੈਸ਼ ਲੱਭਾ। ਕਹਿੰਦੇ ਆ, ਅਸੀਂ ਨਹੀਂ ਕਹਿੰਦੇ ਉਹ ਦੋਸ਼ੀ, ਅਸੀਂ ਨਹੀਂ ਕਹਿੰਦੇ ਉਹ ਬੇਦੋਸ਼ੀ। ਫਿਰ ਇਹ ਵੀ ਚਰਚਾ ਚੱਲਦੀ ਸੀ ਕਿ ਕੁਝ ਦਰਜਨ ਬਲੈਂਕ ਚੈੱਕ ਸਾਈਨ ਹੋਏ ਉਹ ਮਿਲੇ ਨੇ, ਆਧਾਰ ਕਾਰਡ ਕੁਝ ਮਿਲੇ ਨੇ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ ਇੱਕੋ ਸਮੇਂ। ਉਹਨਾਂ ਦੇ ਕੁਝ ਐਜੂਕੇਸ਼ਨਲ ਇੰਸਟੀਚਿਊਟ ਨੇ, ਉੱਥੇ ਫੈਕਟਰੀ ਆ, ਉੱਥੇ ਰੀਅਲ ਸਟੇਟ ਦਾ ਕਾਰੋਬਾਰ ਹੈ, ਉੱਥੇ ਘਰ ਦੇ ਉੱਤੇ, ਤੇ 10-12 ਜਣੇ ਜਿਹੜੇ ਉਹਨਾਂ ਦੇ ਬਹੁਤ ਨੇੜਲੇ ਬੰਦੇ ਨੇ, ਨਜ਼ਦੀਕੀ ਬੰਦੇ ਨੇ। ਛਾਪੇਮਾਰੀ ਉਹਨਾਂ ਤੇ ਵੀ ਕਈ ਘੰਟੇ ਚੱਲੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਵਾਲੇ ਹੁਣ ਕੀ ਕਹਿੰਦੇ ਆ, ਗੱਜਣ ਮਾਜਰਾ ਸਾਹਿਬ ਕੀ ਕਹਿੰਦੇ ਆ, ਕੇਸ ਕਿੰਨੀ ਕੁ ਦੂਰ ਤੱਕ ਜਾਊਗਾ, ਪਰ ਚਰਚਾ ਬੜੀ। ਨਹੀਂ, ਚਰਚਾ ਤਾਂ ਹੈਗੀ ਆ। ਦੇਖੋ ਹੁਣ ਮੇਰੇ ਖਿਆਲ ਨਾਲ ਜਿੰਨਾ ਕੁ ਕੇਸ ਹੁਣ ਤੱਕ ਦਾ ਪਤਾ ਸਾਹਮਣੇ ਆਉਂਦਾ ਉਹ ਤੇ ਇਹੋ ਹੀ ਆਉਂਦਾ ਵੀ ਕੋਈ ਬੈਂਕ ਤੋਂ ਕਰਜ਼ਾ ਲਿਆ ਸੀ, ਮੁੜ ਕੇ ਕਹਿੰਦੇ ਵੀ ਕਰਜ਼ਾ ਕਿਸੇ ਕੰਪਨੀ ਤੇ ਸੀਗਾ, ਬਾਅਦ ਚ ਕਹਿੰਦੇ ਬੈਂਕ ਵਾਲੇ ਕਹਿੰਦੇ ਯਾਰ ਸਾਡੇ ਪੈਸੇ, ਉਹ ਕਹਿੰਦੇ ਯਾਰ ਕੰਪਨੀ ਤੇ ਦਿਵਾਲੀਆ ਹੋ ਗਈ ਹਮਾਰੇ, ਉਹ ਤਾਂ 30-40 ਕਰੋੜ ਰੁਪਈਆ। ਹਾਂ, ਉਹ ਤਾਂ ਹੈ ਨਹੀਂ ਸੀ। ਹੁਣ ਬੈਂਕ ਵਾਲਿਆਂ ਦਾ ਪੇਚ ਇਹ ਆ, ਉਹ ਕਹਿੰਦੇ ਵੀ ਕੰਪਨੀ ਉਹ ਸੀ ਕਿ ਉਹਨੂੰ ਦਿਵਾਲੀਆ ਬਣਾ ਦਿੱਤਾ ਗਿਆ, ਉਸ ਤੋਂ ਬਾਅਦ ਉਹਦਾ ਨਾਂ ਕੋਈ ਹੋਰ ਰੱਖ ਦਿੱਤਾ ਗਿਆ। ਪਰ ਗੱਜਣ ਮਾਜਰਾ ਸਾਹਿਬ ਦਾ ਮੇਰੇ ਖਿਆਲ ਨਾਲ ਜੋ ਪਿਛਲੇ ਦਿਨੀ ਸਟੇਟਮੈਂਟ ਸੀਗੀ ਉਹ ਤੇ ਇਹੋ ਹੀ ਸੀ, ਉਹ ਕਹਿੰਦੇ ਵੀ ਉਹਦੇ ਨਾਲ ਮੇਰਾ ਕੋਈ ਲਿੰਕ ਹੈ ਨਹੀਂਗਾ, ਉਹ ਕੋਈ ਵੱਖਰਾ ਮਸਲਾ। ਹੁਣ ਕਹਾਣੀ ਕਿੱਥੋਂ ਜੁੜ ਕੇ ਕਿੱਧਰ ਨੂੰ ਜਾਂਦੀ ਹੈ, ਮੈਨੂੰ ਲੱਗਦਾ ਵੀ ਉਨੀ ਦੇਰ ਤੱਕ ਤੇ ਟਿੱਪਣੀ ਕਰਨੀ, ਕਮੈਂਟ ਕਰਨਾ ਮੇਰੇ ਖਿਆਲ ਨਾਲ ਕੋਈ ਵਾਜਬ ਨਹੀਂ, ਜਿੰਨੀ ਦੇਰ ਤੱਕ ਖੁਦ ਆਮ ਆਦਮੀ ਪਾਰਟੀ ਕੋਈ ਆਣ ਕੇ ਸਟੇਟਮੈਂਟ ਨਹੀਂ ਦਿੰਦੀ ਹੈ ਨਾ, ਕਿਉਂਕਿ ਉਹਨਾਂ ਦੇ MLA ਨੇ। ਜੇ ਅੱਗੇ ਇੱਕ ਵਾਰ ਰੇਡ ਹੁੰਦੀ ਹੈ ਉਦੋਂ ਵੀ ਮੇਰਾ ਖਿਆਲ ਕੋਈ ਖਾਸ ਸਟੇਟਮੈਂਟ ਨਹੀਂ ਸੀ ਆਈ। ਹੁਣ ਜੇ ਦੁਬਾਰਾ ਉਹੀ ਘਟਨਾਕ੍ਰਮ ਦੁਬਾਰਾ ਵਾਪਰਦਾ, ਅਜੇ ਵੀ ਕੋਈ ਸਟੇਟਮੈਂਟ ਨਹੀਂ ਆਉਂਦੀ, ਤੇ ਮੇਰੇ ਖਿਆਲ ਨਾਲ ਉਡੀਕ ਕਰ ਲੈਣੀ ਚਾਹੀਦੀ। ਨਹੀਂ, ਉਡੀਕ ਕਰਨੀ ਚਾਹੀਦੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸੰਗਰੂਰ ਪੁੱਜੇ, ਸਮਾਗਮ ਤਾਂ ਕਈ ਹੋਰ ਵੀ ਸੀ, ਪਾਰਟੀ ਦੀ ਲੀਡਰਸ਼ਿਪ ਨੂੰ ਮਿਲੇ, ਤੇ ਸੰਗਰੂਰ ਵਧੀਆ ਗਏ, ਸਰਗਰਮੀ ਕਰਨ ਲੱਗੇ ਨੇ। ਬਹੁਤ ਚੰਗੀ ਗੱਲ ਹੈ, ਆਪਣੀ ਪਾਰਟੀ ਨੂੰ ਉੱਪਰ ਲੈ ਕੇ ਜਾਣ, ਕਿਉਂਕਿ ਸੰਗਰੂਰ ਤੋਂ ਹੀ ਭਗਵੰਤ ਮਾਨ ਸਾਹਿਬ ਨੇ, ਸੰਗਰੂਰ ਤੋਂ ਹੀ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ, ਸੰਗਰੂਰ ਤੋਂ ਹੀ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ। ਸੋ ਕਿੰਨੇ ਹੀ ਸਾਹਿਬ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵਿਰੋਧੀ ਨੇ ਉਹ ਸੰਗਰੂਰ ਤੋਂ ਹੀ ਨੇ। ਤੇ ਉੱਥੇ ਜਾ ਕੇ ਜਿੰਨੀ ਕੁ ਤਾਕਤ ਹੈਗੀ ਹੈ, ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਦੀਆਂ ਬਹੁਤੀਆਂ ਵਿਧਾਨ ਸਭਾ ਸੀਟਾਂ ਤੋਂ ਅਕਾਲੀ ਦਲ ਬਹੁਤ ਬੁਰੇ ਤਰੀਕੇ ਹਰਿਆ, ਜ਼ਮਾਨਤਾਂ ਤੱਕ ਬਹੁਤੇ ਹਲਕਿਆਂ ਤੋਂ ਜ਼ਬਤ ਹੋਈਆਂ। ਚੰਗੀ ਗੱਲ ਹੈ, ਪਾਰਟੀ ਦੇ ਪ੍ਰਧਾਨ ਨੇ, ਲੀਡਰ ਨੇ, ਜੇ ਉੱਥੇ ਜਾਂਦੇ ਆ ਵਰਕਰਾਂ ਨੂੰ ਮਿਲਦੇ ਆ, ਲੀਡਰਾਂ ਨੂੰ ਮਿਲਦੇ, ਹੌਸਲਾ ਦਿੰਦੇ, ਵਧੀਆ। ਵਿਰੋਧੀ ਧਿਰ ਮਜ਼ਬੂਤ ਹੋਣੀ ਚਾਹੀਦੀ ਹੈ। ਨਹੀਂ, ਹੋਣੀ ਚਾਹੀਦੀ ਹੈ। ਬਾਕੀ ਮੈਨੂੰ ਲੱਗਦਾ ਵੀ ਹੁਣ ਜਿੱਦਾਂ ਪਿਛਲੇ ਦਿਨੀ ਉਹਨਾਂ ਨੇ ਇੱਕ ਨਵੀਂ ਚੇਂਜ ਕੀਤੀ ਸੀ ਗੱਲ, ਵੀ ਇਸ ਹਿਸਾਬ ਨਾਲ ਹੁਣ ਆਪਾਂ ਸੰਵਿਧਾਨ ਬਣਾ ਲਿਆ, ਤੇ ਹਰੇਕ ਨੂੰ ਹੁਣ ਇਹ ਵੀ ਲੱਗਦਾ ਵਰਕਰ ਨੂੰ ਵੀ ਯਾਰ ਮੈਨੂੰ ਨੁਮਾਇੰਦਗੀ ਮਿਲ ਸਕਦੀ ਹੈ, ਮੇਰਾ ਰਾਹ ਅੱਗੇ ਨਾਲੋਂ ਖੁੱਲ੍ਹਾ ਹੋ ਗਿਆ। ਹੋ ਸਕਦਾ ਜਦੋਂ ਇਹਨਾਂ ਗੱਲਾਂ ਨੂੰ ਉੱਥੇ ਜਾ ਕੇ ਪ੍ਰਚਾਰਨਗੇ, ਦੱਸਣਗੇ, ਜਾਂ ਉੱਥੋਂ ਦੀਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਊਣਤਾਈਆਂ ਰਹਿ ਗਈਆਂ ਜਦੋਂ ਉਹਨਾਂ ਨੂੰ ਆਖਣਗੇ ਵੀ ਆਪਾਂ ਪੂਰਾ ਕਰ ਲੈਣਾ, ਤੇ ਸ਼ਾਇਦ ਹੋ ਸਕਦਾ ਸੰਗਰੂਰ ਦੇ ਵਿੱਚ ਜਾਂ ਸੰਗਰੂਰ ਦੇ ਵਿਧਾਨ ਸਭਾ ਹਲਕਿਆਂ 'ਚ ਰਿਵਾਈਵ ਹੋਵੇ ਅਕਾਲੀ ਦਲ। ਨਹੀਂ, ਸੰਭਾਵਨਾ ਹੈ ਜੀ। ਤੇ ਬਾਕੀ ਲੋਕ ਸਭਾ ਦੀ ਚੋਣ ਵੀ ਨੇੜੇ ਹੀ ਹੈ, ਸਮਾਂ ਥੋੜਾ ਰਹਿੰਦਾ ਹੈ। ਅਕਾਲੀ ਦਲ ਨੇ ਬੰਦੇ ਵੀ ਖੜੇ ਕਰਨੇ ਆ, ਗੱਠਜੋੜ ਤਾਂ ਹੁਣ ਬਸਪਾ ਨਾਲ ਆ, 2 ਨਹੀਂ 3 ਸੀਟਾਂ ਉਹਨਾਂ ਨੂੰ ਦੇ ਦੇਣਗੇ। 10 ਸੀਟਾਂ ਦੇ ਉੱਤੇ ਮਜ਼ਬੂਤ ਕੈਂਡੀਡੇਟ ਕਿਹੜੇ ਨੇ, ਕਿਵੇਂ ਵਰਕਰਾਂ ਨਾਲ ਲਾਮਬੰਦੀ ਕਰਨੀ ਹੈ, ਚਰਚਾ ਚੱਲੀ ਜਾਂਦੀ ਹੈ। ਫਿਲਹਾਲ ਆਪਣਾ ਵੀ ਸਮਾਂ ਮੁੱਕ ਗਿਆ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਬਣਾਓ ਪਨੀਰ। ਆ ਲਓ ਜੀ, ਫਿਰ ਤੁਸੀਂ ਲਾਈਕ ਵਾਲਾ ਬਟਨ ਜ਼ਰੂਰ ਦਬ ਦਿਆ ਕਰੋ। ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।